बोले सोने हाल सासरी अकाल। ਸਤਿ ਸ਼੍ਰੀ ਅਕਾਲ, ਮੈਂ ਇਸਮਾਲ ਜਾਲੀ। ਹਮੇਸ਼ਾ ਦੀ ਤਰ੍ਹਾਂ ਉਹਨਾਂ ਸੇ ਤੁਹਾਨੂੰ ਪਤਾ ਕਿੰਨੇ ਦੇਰ ਤੋਂ ਅਸੀਂ ਟਿਊਜ਼ਡੇ ਸ਼ੋਅ ਕਰਦੇ ਆਏ ਹਾਂ। ਮੈਨੂੰ ਇਹ ਸ਼ੋਅ ਦਾ ਬੜਾ ਇੰਤਜ਼ਾਰ ਹੁੰਦਾ ਹੈ, ਸਿਰਫ ਮੈਨੂੰ ਨਹੀਂ ਸਾਰੀ ਦੁਨੀਆ ਨੂੰ। ਯੂਕੇ ਦੇ ਵਿੱਚ, ਯੂਰਪ ਬਾਹਰ ਵੀ ਜਿੱਥੇ ਲੋਕ ਬੈਠੇ ਨੇ, ਬੜੇ ਕਾਲ ਆਏ ਲੋਕਾਂ ਦੇ ਜਦੋਂ ਆਪਣੇ ਡਾਕਟਰ ਰਾਜ ਸ਼ੋਅ ਸਟਾਰਟ ਕੀਤਾ ਉਹਨਾਂ ਨੇ। ਮੈਂ ਦੱਸਿਆ ਸੀ ਲਾਕਡਾਊਨ ਕਰਕੇ ਅਸੀਂ ਥੋੜ੍ਹਾ ਲੇਟ ਹੋ ਗਏ, ਜਿੱਥੇ ਬੜੀ ਪਹਿਲਾਂ ਸ਼ੁਰੂ ਹੋ ਜਾਣਾ ਸੀਗਾ। ਮੇਰੀ ਦੂਜੀ ਇੱਕ ਆਦਤ ਹੁੰਦੀ ਹੈ ਕਿ ਮੈਂ ਕਦੀ ਨਹੀਂ ਚਾਹੁੰਦਾ ਕਿ ਮੈਂ ਜਾਸਤੀ ਗੱਲ ਕਰਾਂ। ਇਹ ਗੱਲ ਹੈਗਾ ਇਹ ਸ਼ੋਅ ਹੈਗਾ ਡਾਕਟਰ ਰਾਜ ਜੀ ਦਾ। ਅਸੀਂ ਉਹਨਾਂ ਨਾਲ ਗੱਲ ਕਰਾਂਗੇ ਤਾਂ ਕਿ ਤੁਸੀਂ ਉਹ ਕਿਸੇ ਵੀ ਤਰ੍ਹਾਂ ਦੀ ਬਿਮਾਰੀ ਦਾ ਤੁਸੀਂ ਕੋਈ ਗੱਲਬਾਤ ਕਰਨੀ ਹੈ ਤੁਸੀਂ ਕਾਲ ਕਰ ਸਕਦੇ ਹੋ। ਮੈਂ ਐਕਚੁਅਲੀ ਇੰਟਰੋਡਿਊਸ ਕਰਨ ਤੋਂ ਪਹਿਲਾਂ ਟੈਲੀਫੋਨ ਨੰਬਰ ਰਿਪੀਟ ਕਰ ਦੇਣਾ ਜੋ ਸਕਰੀਨ ਦੇ ਨੀਚੇ ਵੀ ਆ ਰਿਹਾ, 0121551001। ਤੁਸੀਂ ਪਲੀਜ਼ ਕਾਲ ਕਰੋ। ਲਾਈਨਾਂ ਇਸ ਸ਼ੋਅ ਦੇ ਵਿੱਚ ਬਹੁਤ ਬਿਜ਼ੀ ਹੁੰਦੀਆਂ। ਸਾਡੇ ਕਾਲ ਸੈਂਟਰ ਨੇ ਸਾਨੂੰ ਦੱਸਿਆ ਕੀਪ ਟਰਾਈਂਗ। ਅਗਰ ਤੁਸੀਂ ਸ਼ੋਅ 'ਚ ਗੱਲ ਕਰਨੀ ਹੈ ਸ਼ੋਅ ਦੇ ਦਰਮਿਆਨ 11 ਤੋਂ 12 ਤੁਸੀਂ ਕਾਲ ਕਰ ਸਕਦੇ ਹੋ। ਅਦਰਵਾਈਜ਼ ਜਦੋਂ ਤੁਸੀਂ ਕਾਲ ਕਰਦੇ ਹੋ ਸਾਡੇ ਕਾਲ ਸੈਂਟਰ ਨੂੰ ਦੱਸ ਦੇਵੋ ਕਿ ਅਸੀਂ ਡਾਕਟਰ ਨਾਲ ਗੱਲ ਕਰਨੀ ਚਾਹੁੰਦੇ ਹਾਂ 1-to-1 ਪ੍ਰਾਈਵੇਟ। ਉਹ ਫਿਰ ਸਾਨੂੰ ਬਾਅਦ 'ਚ ਨੰਬਰ ਦੇ ਦਿੰਦੇ ਨੇ। ਚਲੋ ਮੈਂ ਹੁਣ ਡਾਕਟਰ ਸਾਹਿਬ ਦਾ ਸਵਾਲ। ਡਾਕਟਰ ਰਾਜ ਜੀ ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ ਬਹੁਤ ਮੇਰੇ ਤੇ ਤੁਹਾਨੂੰ ਚਿਹਰੇ ਤੇ ਰੌਣਕ ਦਿਖਾਈ ਦਿੰਦੀ ਹੈ। ਤੁਸੀਂ ਮੇਰੇ ਇਲਾਜ ਕਰੋ ਨਾ ਕਰੋ, ਮੇਰੇ ਕੋਲ ਬੈਠ ਜਾਂਦੇ ਮੈਨੂੰ ਉੱਦਾਂ ਹੀ ਮੈਨੂੰ ਆਰਾਮ ਆ ਜਾਂਦਾ। ਇਹ ਤਸੱਲੀ ਹੁੰਦੀ ਹੈ ਨਾ। ਹਾਂਜੀ ਹਾਂਜੀ, ਤਸੱਲੀ ਹੁੰਦੀ ਹੈ ਡਾਕਟਰ, ਤੇ ਤਸੱਲੀ ਵੀ ਹੋਣੀ ਚਾਹੀਦੀ ਹੈ। ਹਾਂਜੀ, ਫੇਥ ਜਿਹੜਾ ਹੈ ਉਹ ਬੜੀ ਵੱਡੀ ਚੀਜ਼ ਆ। ਇਹ ਦੇਖੋ ਗੱਲਾਂ 'ਚ ਗੱਲ ਆਈ ਹੈ, ਬੜੀ ਇੰਪੋਰਟੈਂਟ ਗੱਲ ਹੈ। ਜਿਹੜਾ ਇੱਕ ਟਰਸਟ ਫੇਥ ਹੁੰਦਾ ਨਾ, ਮਨ ਬਣਾ ਕੇ ਜੁੜੋ ਉਹਦੇ ਨਾਲ ਕਿ ਇਹ ਬੰਦਾ ਮੇਰਾ ਕੁਝ ਕਰੇਗਾ। ਹਾਂਜੀ ਬਿਲਕੁਲ, ਗੱਲ ਤੁਹਾਡੀ ਠੀਕ ਆ। ਇਹ ਕਹਿੰਦੇ ਹੁੰਦੇ ਗੋਰੀ ਫੇਥ ਕੈਨ ਮੂਵ ਮਾਊਂਟੇਨਸ। ਕੀ ਬਾਤ ਹੈ। ਸੋ ਜਦੋਂ ਤੁਹਾਨੂੰ ਫੇਥ ਹੁੰਦਾ, ਟਰਸਟ ਹੁੰਦਾ ਡਾਕਟਰ ਵਿੱਚ, ਤਾਂ ਅੱਧੀ ਬਿਮਾਰੀ ਤਾਂ ਤੁਹਾਡੀ ਤਾਂ ਹੀ ਹਟ ਜਾਂਦੀ ਜੀ। ਬਿਲਕੁਲ। ਹਾਂਜੀ ਨਹੀਂ ਪਰ ਡਾਊਟ ਦੇ ਨਾਲ ਚਾਹੋ ਤੇ ਤੁਸੀਂ ਪਹਿਲਾਂ ਤੁਹਾਡਾ ਦਿਲ ਡਾਊਟ ਹੈਗਾ ਤੇ ਫਿਰ ਉਹ ਨੈਗੇਟਿਵ ਹੋ ਗਿਆ ਨਾ ਸਾਰਾ ਮਾਈਂਡ। ਹਾਂਜੀ, ਉਹ ਫਿਰ ਆਪੋਜ਼ਿਟ ਹੋ ਜਾਂਦਾ। ਜਦੋਂ ਤੁਸੀਂ ਟਰਸਟ ਨਹੀਂ ਕਰਦੇ ਹੈਗੇ ਤਾਂ ਤੁਹਾਡਾ ਠੀਕ ਹੋਣ ਦਾ ਵੀ ਉਹ ਘਟ ਜਾਂਦਾ ਚਾਂਸ। ਡਾਕਟਰ ਸਾਹਿਬ ਅੱਜ ਤੁਹਾਨੂੰ ਕੋਈ ਨਾ ਕੋਈ ਤੁਸੀਂ ਮੁੱਦੇ ਤੇ ਗੱਲ ਕਰਨੀ ਹੈ। ਮੈਂ ਦੱਸਿਆ ਮੈਨੂੰ ਬੜੇ ਕਾਲ ਆਉਂਦੇ ਨੇ, ਲੋਕ ਬਹੁਤ ਐਪਰੀਸ਼ੀਏਟ ਕਰਦੇ ਨੇ, ਬੜੀ ਤਾਰੀਫ ਕਰਦੇ ਨੇ ਡਾਕਟਰ ਰਾਜ ਦੀ ਕਿ ਬਹੁਤ ਅੱਛੀ ਤਰ੍ਹਾਂ ਸਮਝਾਉਂਦੇ ਨੇ। ਮੈਨੂੰ ਲੱਗਦਾ ਸਾਡਾ ਤੀਜਾ ਸ਼ੋਅ ਹੈ ਨਾ ਦਿਸ ਟਾਈਮ। ਹਾਂਜੀ, ਤੀਸਰਾ ਅੱਜ ਬਹੁਤ ਅੱਛਾ, ਬਹੁਤ ਰਿਸਪੌਂਸ ਆ ਰਹੀ ਹੈ। ਡਾਕਟਰ ਸਾਹਿਬ ਕਿਸੇ ਦੇ ਨਾ ਲੇਡੀ ਦਾ ਫਿਰ ਸਵਾਲ ਹੈਗਾ, ਉਹਨਾਂ ਨੂੰ ਨਾ ਉਹਦਾ ਪੱਥਰੀ ਨਹੀਂ ਗੋਲਡਸਟੋਨ ਹੁੰਦਾ। ਹਾਂਜੀ, ਇਹ ਮੈਨੂੰ ਕਿਉਂਕਿ ਮੈਨੂੰ ਕਾਫੀ ਇੰਟਰਸਟ ਹੁੰਦਾ ਇੱਦਾਂ ਦੀ ਚੀਜ਼ਾਂ ਦਾ, ਨੌਲੇਜ ਵੱਧਦੀ ਆ। ਉਹਨਾਂ ਨੂੰ ਤਕਰੀਬਨ ਸਾਲ ਹੋ ਗਿਆ, ਉਹਨੂੰ ਦੱਸਿਆ ਕਿ ਤੇਰੇ ਪੱਥਰੀ ਹੈਗੀ ਆ। ਤੇ ਮੇਰੇ ਹਿਸਾਬ ਨਾਲ ਸੀਗਾ ਇਹ ਵੀ ਕੁਝ ਲਰਨ ਵਾਲੀ ਗੱਲ ਹੈ ਕਿ ਜਦੋਂ ਤੁਹਾਨੂੰ ਪਤਾ ਲੱਗਦਾ ਪੱਥਰੀ, ਤੁਸੀਂ ਉਹਨੂੰ ਕਹਿੰਦੇ ਕਿ ਹੁਣ ਇਹਨੂੰ ਕੱਢਣ ਵਾਲੀ ਹੈਗੀ ਹੈ। ਉਹ ਕਹਿੰਦੇ ਤੂੰ ਵੇਟ ਕਰ, ਹਾਲੀ ਇਹ ਤਿਆਰ ਨਹੀਂ ਹੈ। ਇਹਦਾ ਕੀ ਮਤਲਬ ਹੋਇਆ? ਹਾਂਜੀ ਹਾਂਜੀ, ਇਹ ਉਹਨੇ ਜਦੋਂ ਕਰਨਾ ਉਹਨੇ ਆਪਰੇਸ਼ਨ ਕਰਕੇ ਕੱਢਣੀ ਜੀ। ਹਾਂ। ਸੋ ਇਹ ਪ੍ਰੋਬਲਮ ਹੈਗਾ ਕਿ ਆਪਰੇਸ਼ਨ ਦਾ ਵੀ ਕੋਈ ਨਾ ਕੋਈ ਰਿਸਕ ਹੁੰਦਾ ਜਦੋਂ ਆਪਰੇਸ਼ਨ ਕਰਦੇ ਆ। ਬਿਲਕੁਲ। ਹਾਂ। ਸੋ ਇਹ ਅਵੋਇਡ ਕਰਨ ਦੇ ਲਈ ਤੁਸੀਂ ਹੋਮਿਓਪੈਥਿਕ ਦਵਾਈ ਲੈ ਸਕਦੇ ਆ। ਨਹੀਂ ਪਹਿਲਾਂ ਹੋਮਿਓਪੈਥੀ ਤੋਂ ਮੈਨੂੰ ਦੱਸੋ ਹਾਂਜੀ, ਇਹ ਵੇਟ ਕਿਉਂ ਕਰ ਰਹੇ ਆਪਰੇਸ਼ਨ ਦੀ? ਇਹ ਉਹਨਾਂ ਦੀ ਵੇਟਿੰਗ ਲਿਸਟ ਹੁੰਦੀ ਹੈ ਨਾ, ਤੇ ਇੱਕਦਮ ਜੇ ਐਮਰਜੈਂਸੀ ਹੋਵੇ ਤਾਂ ਇੱਕਦਮ ਕਰ ਦੇਣ। ਪਰ ਉਹਨੂੰ ਕੋਈ ਤਕਲੀਫ ਨਹੀਂ ਹੈਗੀ ਹੈ ਨਾ, ਕੋਈ ਪੇਨ ਨਹੀਂ ਹੈਗਾ, ਪਰ ਪੱਥਰੀ ਹੈਗੀ ਆ, ਇਸ ਕਰਕੇ ਉਹਨੂੰ ਕਿਊ ਵਿੱਚ ਪਾਉਂਦੇ ਆ। ਅੱਛਾ, ਕਿਊ ਚ ਪਾ ਦਿੰਦੇ? ਹਾਂਜੀ ਹਾਂਜੀ, ਕਿ ਹਾਲੀ ਜਦੋਂ ਜ਼ਿਆਦਾ ਵਧੇਗੀ ਫੇਰ ਕਰੇ। ਹਾਂਜੀ, ਅਰਜੈਂਟ ਕੇਸ ਨਹੀਂ ਹੈਗਾ। ਬਾਕੀ ਉਹਨਾਂ ਦਾ ਦੂਜਾ ਇਹ ਸਵਾਲ ਸੀਗਾ ਕਿਉਂਕਿ ਜੇ ਉਹਦੀ ਉੱਥੇ ਤੱਕ ਪਹੁੰਚਣ ਨਾਲ ਜਦੋਂ ਜ਼ਿਆਦਾ ਤਕਲੀਫ ਹੋ ਜਾਏ, ਐਮਰਜੈਂਸੀ ਜਾਣਾ ਪਏ, ਉਹਦਾ ਕੀ ਹੋਮਿਓਪੈਥੀ ਨਾਲ ਕੀ ਹੋ ਸਕਦਾ? ਹਾਂਜੀ, ਹੋਮਿਓਪੈਥੀ ਵਿੱਚ ਇਦਾਂ ਦੀਆਂ ਦਵਾਈਆਂ ਸਾਡੇ ਕੋਲ ਹੈਗੀਆਂ, ਅਸੀਂ ਵਰਤੀਆਂ ਵੀ ਆ। ਉਹ ਜਿਹੜੀ ਟਿਊਬ ਹੁੰਦੀ ਜਿੱਥੇ ਉਹ ਬਲੌਕ ਕੀਤਾ ਹੁੰਦਾ ਸਟੋਨ ਨੇ, ਉਹਨੂੰ ਦਵਾਈਆਂ ਡਾਇਲੇਟ ਕਰ ਦਿੰਦੀਆਂ, ਖੋਲ ਦਿੰਦੀਆਂ ਟਿਊਬ ਨੂੰ। ਉੱਥੇ ਜੇ ਛੋਟਾ ਸਟੋਨ ਹੈਗਾ ਉਹ ਨਿਕਲ ਜਾਂਦਾ। ਹਾਂਜੀ। ਤੇ ਜੇ ਉਹ ਨਾ ਨਿਕਲੇ ਫਿਰ ਸਾਡੇ ਕੋਲ ਦਵਾਈਆਂ ਹੈਗੀਆਂ ਜਿਹੜੀਆਂ ਉਹਨੂੰ ਹੌਲੀ ਹੌਲੀ ਡਿਸੋਲਵ ਕਰ ਦਿੰਦੀਆਂ, ਸਟੋਨ ਨੂੰ ਖੋਰ ਦਿੰਦੀਆਂ, ਤੇ ਉਹ ਖੋਰਨ ਨਾਲ ਫਿਰ ਛੋਟਾ ਹੋ ਜਾਂਦਾ, ਫਿਰ ਨਿਕਲ ਜਾਂਦਾ ਜੀ। ਉਹ ਅੱਛਾ, ਪਹਿਲਾਂ ਉਹਨੂੰ ਛੋਟਾ ਹੋ ਕੇ ਡਿਸੋਲਵ ਫਿਰ ਨਿਕਲ ਜਾਂਦਾ। ਹਾਂਜੀ ਹਾਂਜੀ। ਸੋ ਉਹਦਾ ਹੋਮਿਓਪੈਥੀ ਦਾ ਇਲਾਜ ਹੈ ਉਹਦਾ? ਬਿਲਕੁਲ ਹੈਗਾ ਜੀ ਇਲਾਜ। ਹਾਂਜੀ, ਮੈਨੂੰ ਲੱਗਦਾ ਕਾਫੀ ਲੋਕਾਂ ਨੂੰ ਨਹੀਂ ਪਤਾ ਹੁੰਦਾ। ਆਮ ਸ਼ੋਰ ਤੁਹਾਨੂੰ ਪਤਾ ਲੱਗ ਗਿਆ। ਇੱਦਾਂ ਕਾਫੀ ਬਿਮਾਰੀਆਂ ਦੀ ਚੀਜ਼ ਹੁੰਦੀ ਹੈ। ਜਿੱਦਾਂ ਅਸੀਂ ਲਾਸਟ ਟਾਈਮ ਨਾਲੀਆਂ ਦੀ ਗੱਲ ਕੀਤੀ ਸੀਗੀ, ਉਹਦੀ ਵੀ ਬਲੋਕੇਜ ਨਾਲ ਥੋੜਾ ਬਹੁਤ ਅਨਬਲੌਕ ਕਰ ਦਿੰਦੀਆਂ ਨੇ। ਹਾਂਜੀ ਹਾਂਜੀ, ਇਹ ਇੱਕ ਤੁਸੀਂ ਮੈਂ ਹੋਰ ਗੱਲ ਤੁਹਾਨੂੰ ਦੱਸਾਂ, ਕਿਡਨੀ ਸਟੋਨ ਜਿਹੜਾ ਹੁੰਦਾ ਉਹ ਕਈ ਲੋਕਾਂ ਦੇ ਕਿਡਨੀ ਸਟੋਨ ਅਸੀਂ ਦਵਾਈ ਨਾਲ ਕੱਢੇ ਜੀ। ਉਹਨਾਂ ਨੂੰ ਆਪਰੇਸ਼ਨ ਤੋਂ ਬਚਾਇਆ। ਹਾਂਜੀ, ਕੀ ਬਾਤ ਹੈ, ਵੈਰੀ ਨਾਈਸ। ਹਾਂਜੀ, ਸੋ ਇਹ ਨੈਚੁਰਲ ਚੀਜ਼ਾਂ ਜਿਹੜੀਆਂ ਇਹ ਤੁਹਾਡੀ ਬਾਡੀ ਦੀ ਹੈਲਪ ਕਰਦੀਆਂ ਡਿਜ਼ੀਜ਼ ਨੂੰ ਫਾਈਟ ਕਰਨ ਨੂੰ। ਹਾਂਜੀ, ਐਲੋਪੈਥੀ ਜਿਹੜੀ ਆ ਉਹ ਆਪੋਜ਼ਿਟ ਚੱਲਦੀ ਆ, ਉਹ ਸਪਰੈਸ ਕਰਦੀਆਂ ਸਿੰਪਟਮ। ਜਾਣੀ ਕਿ ਜੇ ਤੁਹਾਡੇ ਪੇਨ ਹੁੰਦਾ ਤਾਂ ਉਹਨੇ ਤੁਹਾਨੂੰ ਪੇਨ ਕਿਲਰ ਦੇ ਦੇਣਾ। ਹਾਂਜੀ, ਪਰ ਉਹ ਬਾਡੀ ਨੂੰ ਹੈਲਪ ਨਹੀਂ ਕਰਦੀਆਂ। ਬਾਡੀ ਨੂੰ ਨਹੀਂ ਕਰਦੀ, ਸਿਰਫ ਉਹਨੂੰ ਦਬਾਨੀਆਂ ਹੀ ਆ ਸਿੰਪਟਮ ਨੂੰ। ਬਿਲਕੁਲ ਬਿਲਕੁਲ।
ਡਾਕਟਰ ਸਾਹਿਬ ਅੱਜ ਕਿਹੜੇ ਮੁੱਦੇ ਤੇ ਗੱਲ ਕਰ ਰਹੇ ਹੋ ਅੱਜ? ਹਾਂਜੀ, ਸੋ ਅੱਜ ਅਸੀਂ ਨਿਊਟ੍ਰੀਸ਼ਨ ਤੇ ਡਾਈਟ ਤੇ ਚੱਲ ਰਹੇ ਹਾਂ। ਤੇ ਪਿਛਲੀ ਵਾਰੀ ਆਪਾਂ ਇਮੋਸ਼ਨਸ ਤੇ ਕੀਤਾ ਸੀ, ਆਪਾਂ ਦੇਖਿਆ ਸੀ ਵੀ ਕਿਦਾਂ ਗੁੱਸਾ ਤੁਹਾਡਾ ਬਲੱਡ ਪ੍ਰੈਸ਼ਰ ਵਧਾਉਂਦਾ ਹੈ, ਜਾਂ ਹਾਰਟ ਡਿਜ਼ੀਜ਼, ਤਾਂ ਡਾਈਜੈਸਟਿਵ ਪ੍ਰੋਬਲਮ ਹੋ ਜਾਂਦੇ ਗੁੱਸੇ ਨਾਲ, ਜੇ ਗਮੀ ਨਾਲ ਤੁਹਾਡੇ ਲੰਗਸ ਪ੍ਰੋਬਲਮ ਹੋ ਜਾਂਦੇ, ਜਾਂ ਤੁਸੀਂ ਡਿਪਰੈਸ਼ਨ 'ਚ ਹੋ ਜਾਂਦੇ ਆ। ਤਾਂ ਅੱਜ ਅਸੀਂ ਡਾਈਟ ਤੇ ਚੱਲਾਂਗੇ ਵੀ ਇੱਕ ਜਿਹੜੀ ਖੁਰਾਕ ਤੁਹਾਡੀ ਉਹ ਕੀ ਇਫੈਕਟ ਕਰਦੀ, ਕਿੱਦਾਂ ਦੀ ਬਿਮਾਰੀਆਂ ਪੈਦਾ ਕਰਦੀ। ਡਾਕਟਰ ਰਾਜ, ਇਹ ਵੀ ਜਿਹੜਾ ਡਾਈਟ ਹੈਗੀ ਹੈ, ਇਹ ਇੱਕ ਤਰ੍ਹਾਂ ਇਹ ਵੀ ਇਲਾਜ ਹੀ ਹੈ। ਬਿਲਕੁਲ ਜੀ, ਹਾਂਜੀ ਜੇ ਤੁਸੀਂ ਸੀਰੀਅਸ ਦਿਮਾਗ ਨਾਲ ਸੋਚੋ, ਤੁਸੀਂ ਤੁਹਾਡੇ ਮੂੰਹ 'ਚ ਕੀ ਇੱਕ ਬੜੀ ਕਹਾਵਤ ਕਹਿੰਦੇ ਹੁੰਦੇ ਨੇ, ਜਿਹੜੀ ਚੀਜ਼ ਤੁਹਾਨੂੰ ਬੜੀ ਸਵਾਦ ਲੱਗਦੀ ਹੈ ਨਾ ਖਾਣ ਨੂੰ, ਉਹ ਤੁਹਾਡੀ ਸਿਹਤ ਲਈ ਠੀਕ ਨਹੀਂ ਹੈ। ਜਿਹੜੀ ਸੱਚੀ ਗੱਲ ਹੈ, ਕਿਉਂਕਿ ਤੁਹਾਨੂੰ ਜ਼ਿਆਦਾ ਮਿੱਠਾ ਅੱਛਾ ਲੱਗਦਾ ਹੈ, ਉਹਦਾ ਇਨਟੇਕ ਕਰੋਗੇ ਖਰਾਬ ਹੁੰਦਾ ਹੈ। ਹਾਂਜੀ ਦੱਸੋ ਕਿੱਦਾਂ? ਹਾਂਜੀ, ਸੋ ਜਿਹੜੇ ਸਾਡੇ ਟੇਸਟ ਹੈ ਉਹ ਐਕਚੁਅਲੀ ਖਰਾਬ ਹੋ ਚੁੱਕੇ ਆ, ਖਰਾਬ ਹੋ ਚੁੱਕੇ। ਜਿਹੜੀਆਂ ਆਰਟੀਫੀਸ਼ੀਅਲ ਫੂਡਸ ਆਪਾਂ ਖਾਂਦੇ ਉਹਨਾਂ ਨਾਲ ਖਰਾਬ ਹੋ ਚੁੱਕੇ ਆ, ਤੇ ਉਹਨਾਂ ਕਈ ਚੀਜ਼ ਦਾ ਇਦਾਂ ਨਹੀਂ ਹੈਗੀ, ਉਹ ਬੜੀ ਐਡਿਕਟਿਵ ਆ। ਤੁਹਾਨੂੰ ਦਿਲ ਕਰਦਾ ਪਈ ਹੀ ਵਾਪਸ ਮੁੜ ਕੇ ਖਾਈ ਜਾਵਾਂ, ਜਾਂ ਇਹੀ ਚੀਜ਼ ਪੀ ਜਾਵਾਂ। ਜਿੱਦਾਂ ਚਾਹ ਤੁਸੀਂ ਕਹਿੰਦੇ ਚਾਹ ਪੀਣੀ ਪੈਂਦੀ ਆ, ਹਾਂਜੀ, ਉਹ ਥੋੜੀ ਜਿਹੀ ਐਡਿਕਸ਼ਨ ਹੋ ਜਾਂਦਾ ਕੈਫੀਨ ਦੇ ਨਾਲ। ਡਾਕਟਰ ਸਾਹਿਬ, ਮੈਂ ਤੁਹਾਨੂੰ ਮਜ਼ਾਕ ਨਹੀਂ ਕਰਦਾ, ਆਪਾਂ ਬਹੁਤਾ ਗੱਲਾਂ ਕਰਨੀਆਂ ਐਕਚੁਅਲੀ ਬਿਮਾਰੀ ਦੀਆਂ। ਮੈਂ ਘੱਟੋ ਘੱਟ ਨਾ ਐਵਰੀ ਘੰਟੇ ਬਾਅਦ ਮੈਂ ਚਾਹ ਪੀਂਦਾ ਸੀ। 15-20 ਕੱਪ ਰੋਜ਼ ਦੇ ਹੁੰਦੇ ਸੀ ਜਦੋਂ ਮੈਂ ਕਿਤੇ 에어ਪੋਰਟ ਤੇ ਕੰਮ ਕਰਦਾ ਸੀਗਾ। ਤੇ ਉਹ ਮੈਨੂੰ ਨਾ ਸਵਾਦ ਨਹੀਂ, ਬਸ ਪੀਣਾ ਹੀ ਹੈ। ਹਾਂਜੀ, ਉਹ ਫਿਰ ਬਾਡੀ ਮੰਗਦੀ ਹੈ, ਬਾਡੀ ਦੀ ਸੈੱਲ ਮੰਗਦੀ ਆ। ਹਾਂਜੀ, ਜਿੱਦਾਂ ਡਰੱਗ ਦਾ ਕੋਈ ਐਡਿਕਸ਼ਨ ਹੋ ਜਾਂਦਾ, ਇਦਾਂ ਕੈਫੀਨ ਦਾ ਹੋ ਜਾਂਦਾ ਜੀ। ਹੁਣ ਮੈਂ ਸਵੇਰ ਇੱਕ ਕੱਪ ਪੀਵਾਂਗਾ, 4 ਵਜੇ ਪੀਵਾਂਗਾ। ਅਗਰ ਮੈਂ ਛੱਡ ਸਕਦਾ, ਕੋਈ ਵੀ ਛੱਡ ਸਕਦਾ। ਹੁਣ ਇਟਸ ਨਾਟ ਡਿਫਿਕਲਟ। ਇਹ ਡਿਫਿਕਲਟ ਨਹੀਂ ਹੈ ਕਿ ਚਾਹ ਛੱਡਣੀ, ਤੁਹਾਨੂੰ 3-4 ਦਿਨ ਸਿਰਫ ਲੱਗਦੇ ਆ। ਤੇ ਕਈ ਵਾਰੀ ਹੈਡੇਕਸ ਵੀ ਹੁੰਦੇ ਜਦੋਂ ਤੁਸੀਂ ਛੱਡਦੇ ਆ, ਤਾਂ ਉਹ ਫਿਰ ਹੌਲੀ ਹੌਲੀ ਉਹ ਬਾਡੀ ਛੱਡਦੀ ਹੈ ਕੈਫੀਨ ਨੂੰ, ਹੈ ਨਾ, ਜਿੱਥੇ ਸਟੋਰ ਹੋਈ ਹੁੰਦੀ ਆ। ਤੇ ਪਰ ਆਫਟਰ 3 or 4 ਡੇਜ਼ ਤੁਸੀਂ ਠੀਕ ਹੋ ਜਾਂਦੇ। ਹਾਂਜੀ ਜੀ ਡਾਕਟਰ ਸਾਹਿਬ, ਆਪਾਂ ਡਾਈਟ ਦੀ ਔਰ ਨਿਊਟ੍ਰੀਸ਼ਨ ਦੀ ਗੱਲ ਕਰ ਰਹੇ ਸੀ। ਹਾਂਜੀ, ਠੀਕ ਹੈ ਜੀ। ਸੋ ਐਦਾਂ ਵੀ ਕਹਾਵਤ ਹੈ ਵੀ ਜਿਹੜੀ ਚੀਜ਼ ਤੁਸੀਂ ਆਪਣੇ ਅੰਦਰ ਪਾਉਣੀ ਆ ਤੇ ਉਹ ਵਧੀਆ ਹੋਣੀ ਚਾਹੀਦੀ ਆ। ਕਿਉਂਕਿ ਜਿੱਦਾਂ ਤੁਸੀਂ ਕਾਰ ਵਿੱਚ ਪੈਟਰੋਲ ਵਧੀਆ ਪਾਉਂਦੇ ਆ ਤਾਂ ਇੰਜਨ ਸੋਹਣਾ ਚੱਲਦਾ ਆ, ਤੇ ਜੇ ਤੁਸੀਂ ਉਹ ਪੈਟਰੋਲ ਦੀ ਥਾਂ ਡੀਜ਼ਲ ਪਾ ਜਾਂਦੇ ਆ ਤਾਂ ਇੰਜਨ ਚੱਲਦਾ ਨਹੀਂ ਹੈਗਾ। ਸੋ ਉਹੀ ਗੱਲ ਆਪਣੀ ਖੁਰਾਕ ਦੀ ਹੈ। ਜੇ ਆਪਾਂ ਸਹੀ ਖੁਰਾਕ ਖਾਵਾਂਗੇ ਤਾਂ ਬੋਡੀ ਸਾਡੀ ਫਿੱਟ ਰਹੇਗੀ, ਹੈਲਥੀ ਰਹੇਗੀ। ਜੇ ਆਪਾਂ ਗਲਤ ਖੁਰਾਕ ਖਾਂਦੇ ਆ ਤਾਂ ਕੋਈ ਨਾ ਕੋਈ ਬਿਮਾਰੀ ਖੜੀ ਹੋ ਜਾਊਗੀ। ਠੀਕ ਹੈ ਜੀ। ਸੋ ਆਪਾਂ ਪ੍ਰੋਸੈਸਡ ਫੂਡਸ ਆਪਾਂ ਅੱਜ ਕੱਲ੍ਹ ਜ਼ਿਆਦਾ ਖਾਂਦੇ ਆ, ਜਿਹੜੇ ਪੈਕਟਾਂ ਵਿੱਚ ਆਉਂਦੇ ਜਾਂ ਡੱਬਿਆਂ ਦੇ ਵਿੱਚ ਆਉਂਦੇ ਆ, ਤੇ ਉਹਨਾਂ ਦੇ ਵਿੱਚ ਉਹਨੇ ਪ੍ਰੀਜ਼ਰਵੇਟਿਵ ਪਾਏ ਹੁੰਦੇ ਆ, ਕਈ ਹੋਰ ਚੀਜ਼ਾਂ ਪਾਉਂਦੇ ਆ ਜਿਨ੍ਹਾਂ ਨਾਲ ਉਹ ਚੀਜ਼ ਦੀ ਸ਼ੈਲਫ ਲਾਈਫ ਵੱਧ ਜਾਵੇ, ਉਹ ਖਰਾਬ ਨਾ ਹੋਵੇ ਜਲਦੀ। ਪਰ ਉਹ ਸਾਡੇ ਸਰੀਰ ਲਈ ਚੰਗੀਆਂ ਨਹੀਂ ਹੈਗੀਆਂ ਜੀ। ਉਹ ਸਾਡਾ ਸਰੀਰ ਪੋਇਜ਼ਨ ਸਮਝਦਾ ਇਹਨਾਂ ਦੀਆਂ ਚੀਜ਼ਾਂ ਨੂੰ, ਤੇ ਉੱਥੋਂ ਸਾਨੂੰ ਬਿਮਾਰੀਆਂ ਸ਼ੁਰੂ ਹੋਣ ਲੱਗ ਪੈਂਦੀਆਂ। ਤੇ ਹਰੇਕ ਚੀਜ਼ ਨੂੰ ਤੁਹਾਨੂੰ ਹਜਮ ਕਰਨ ਲਈ ਡਾਈਜੈਸਟਿਵ ਐਂਜ਼ਾਈਮ ਚਾਹੀਦੇ ਆ, ਤੇ ਜਦੋਂ ਉਹ ਬਰੀਕ ਕਰ ਦਿੰਦੀਆਂ ਫੂਡ ਨੂੰ, ਜਿੰਨਾ ਬਰੀਕ ਹੋਵੇ ਤੇ ਉਨਾ ਫਿਰ ਉਹ ਸਾਡੀ ਆਂਦਰਾਂ ਚੁੱਕ ਸਕਦੀਆਂ, ਖੂਨ 'ਚ ਜਾ ਸਕਦੀਆਂ। ਤੇ ਖੂਨ ਵਿੱਚ ਜਾ ਕੇ ਉੱਥੇ ਮੈਟਾਬੋਲਿਕ ਐਂਜ਼ਾਈਮ ਹੁੰਦੇ ਆ, ਤੇ ਐਂਜ਼ਾਈਮ ਦਾ 2 ਰੋਲ ਹੁੰਦਾ ਉੱਥੇ ਜੀ। ਇੱਕ ਤਾਂ ਹੁੰਦਾ ਆ ਵੀ ਉਹਨਾਂ ਨੂੰ ਹੋਰ ਬਰੀਕ ਕਰਨਾ ਫੂਡ ਨੂੰ, ਜਾਂ ਬੋਡੀ ਦੀ ਰਿਪੇਅਰ ਕਰਨੀ, ਜਾਂ ਫਿਰ ਉਹ ਖੂਨ ਦੀ ਸਫਾਈ ਕਰਨੀ। ਤੇ ਜਦੋਂ ਆਪਾਂ ਉਹ ਗਲਤ ਚੀਜ਼ਾਂ ਖਾਂਦੇ ਆ, ਉਹ ਫਿਰ ਮੈਟਾਬੋਲਿਕ ਐਂਜ਼ਾਈਮ ਉਹਨੂੰ ਸਫਾਈ ਕਰਦੇ ਰਹਿੰਦੇ ਖੂਨ ਨੂੰ, ਬੋਡੀ ਰਿਪੇਅਰ ਕਰਨ ਦਾ ਚਾਂਸ ਨਹੀਂ ਮਿਲਦਾ ਉਹਨਾਂ ਨੂੰ। ਤੇ ਉਹ ਜਦੋਂ ਫਿਰ ਬੋਡੀ ਰਿਪੇਅਰ ਨਹੀਂ ਹੁੰਦੀ, ਉਹ ਗੰਦ ਅੰਦਰ ਜਮ੍ਹਾਂ ਹੁੰਦਾ ਰਹਿੰਦਾ, ਫਿਰ ਤੁਹਾਡੀਆਂ ਨਾੜੀਆਂ ਖੂਨ ਦੀਆਂ ਜਿਹੜੀਆਂ ਬਲੌਕ ਹੋ ਜਾਂਦੀਆਂ, ਬਲੱਡ ਪ੍ਰੈਸ਼ਰ ਹੋ ਜਾਂਦਾ, ਹਾਰਟ ਡਿਜ਼ੀਜ਼ ਹੋ ਜਾਂਦੀ ਹੈ, ਡਾਇਬੀਟੀਜ਼ ਹੋ ਜਾਂਦੀ ਹੈ। ਸੋ ਇੱਦਾਂ ਦੀਆਂ ਜਿਹੜੀਆਂ ਬਿਮਾਰੀਆਂ ਉਹਨਾਂ ਨੂੰ ਅਸੀਂ ਕਾਫੀ ਨਿਊਟ੍ਰੀਸ਼ਨਲ ਸਪਲੀਮੈਂਟਸ ਨਾਲ ਕੰਟਰੋਲ ਕਰ ਸਕਦੇ ਹਾਂ। ਤੇ ਨਿਊਟ੍ਰੀਸ਼ਨ ਸਪਲੀਮੈਂਟ ਜੇ ਤੁਸੀਂ ਹਾਈ ਸਟਰੀਟ ਤੇ ਜਾਂਦੇ ਆ ਤੇ 4 ਪਾਉਂਡ 5 ਪਾਉਂਡ ਦੀ ਬੋਤਲ ਕੋਈ ਖਰੀਦ ਲੈਂਦੇ ਆ, ਤੇ ਉਹਦੇ ਵਿੱਚ ਤੁਸੀਂ ਦੇਖੋ ਵੀ ਕਈ ਐਡ ਕੀਤੀਆਂ ਹੋਈਆਂ ਚੀਜ਼ਾਂ ਜਿਹੜੀਆਂ ਸਹੀ ਨਹੀਂ ਹੁੰਦੀਆਂ। ਉਹਦੇ ਵਿੱਚ ਐਡੀਟਿਵਸ ਹੁੰਦੇ ਆ, ਪ੍ਰੀਜ਼ਰਵੇਟਿਵਸ, ਕਲਰਿੰਗਸ, ਤੇ ਬਾਈਂਡਿੰਗ ਏਜੰਟਸ, ਤੇ ਟਾਈਟੇਨੀਅਮ ਹੁੰਦਾ ਆ, ਵੀ ਇੱਕ ਤਰ੍ਹਾਂ ਦਾ ਲੋਹਾ ਹੁੰਦਾ। ਉਹ ਸਿਰਫ ਹੁੰਦੀਆਂ ਵੀ ਸ਼ੈਲਫ ਲਾਈਫ ਇਹਨਾਂ ਦੀ ਜ਼ਿਆਦਾ ਹੋਵੇ ਤੇ ਜਲਦੀ ਖਰਾਬ ਨਾ ਹੋਣ, ਤੇ ਉਹਨਾਂ ਦੀ ਜਿਹੜੀ ਟੈਬਲੇਟ ਆ ਉਹ ਸਹੀ ਤਰ੍ਹਾਂ ਪ੍ਰੈਸ ਹੋ ਕੇ ਬਣ ਜਾਵੇ। ਪਰ ਉਹ ਚੀਜ਼ਾਂ ਸਹੀ ਨਹੀਂ ਹੈਗੀਆਂ ਤੁਹਾਡੇ ਲਈ। ਇਹ ਜਿਹੜੇ ਸਸਤੇ ਸਪਲੀਮੈਂਟਸ ਆ, ਉਹ ਕਈ ਵਾਰੀ ਤੁਹਾਡੇ ਪੇਟ ਵਿੱਚ ਡਿਜ਼ੋਲਵ ਵੀ ਨਹੀਂ ਹੁੰਦੇ, ਖੁਰਦੇ ਵੀ ਨਹੀਂ ਗਏ, ਉੱਦਾਂ ਨਿਕਲ ਜਾਂਦੇ। ਸੋ ਬੇਕਾਰ ਜਿਹੀ ਚੀਜ਼ ਆ। ਸੋ ਲੋਕੀ ਇੱਦਾਂ ਕਈ ਵਾਰੀ ਸੋਚਦੇ ਵੀ ਆ ਸਸਤੀ ਜਿਹੀ ਚੀਜ਼ ਲਈਏ, ਇੰਨੇ ਪੈਸੇ ਕਾਹਲੇ ਖਰਚਣੇ। ਪਰ ਅਸੀਂ ਆਪਣੀ ਕਲੀਨਿਕ ਵਿੱਚ ਇੱਦਾਂ ਦੀਆਂ ਸਪਲੀਮੈਂਟ ਰੱਖੀ ਦੀਆਂ ਜਿਨ੍ਹਾਂ ਦਾ ਕੋਸਟ ਥੋੜ੍ਹਾ ਜਿਹਾ ਜ਼ਿਆਦਾ ਆ, ਪਰ ਉਹ ਤੁਹਾਡੀ ਸਿਹਤ ਲਈ ਐਨ ਸਾਫ਼ ਆ, ਕਲੀਨ ਆ, ਕੋਈ ਨੁਕਸਾਨ ਨਹੀਂ ਕਰਨਗੀਆਂ, ਪਰ ਫਾਇਦਾ ਕਰਨਗੀਆਂ। ਤੇ ਸੋ ਆਪਾਂ ਪਹਿਲਾਂ ਆਈਏ ਵੀ ਮੀਟ ਦਾ ਕਿੰਨਾ ਕੁ ਵਰਤਣਾ ਚਾਹੀਦਾ। ਸੋ ਜੇ ਆਪਾਂ ਮੀਟ ਸੋਚੀਏ, ਇਹ ਸਾਡੇ ਮਿਹਦੇ ਲਈ ਹਜਮ ਕਰਨਾ ਬਹੁਤ ਔਖਾ ਆ। ਇਹਨੂੰ ਬਹੁਤ ਐਸਿਡ ਛੱਡਣੀ ਪੈਂਦੀ ਆ ਸਟਮਕ ਨੂੰ, ਉਹਨੂੰ ਬਰੀਕ ਕਰਨ ਲਈ, ਖੋਰਨ ਲਈ। ਤੇ ਉਹ ਇੰਨੀ ਸਾਡੀ ਐਨਰਜੀ ਲੱਗਦੀ ਹੈ ਨਾ ਡਿਜ਼ੋਲਵ ਕਰਨ ਲਈ, ਤੇ ਉਹ ਫਿਰ ਤੁਸੀਂ ਥੱਕੇ ਜਿਹੇ ਰਹਿੰਦੇ ਜ਼ਿਆਦਾ ਮੀਟ ਖਾਂਦੇ ਜੇ।
ਤੁਸੀਂ ਇੱਕ ਬੇਸ਼ੱਕ ਐਕਸਪੈਰੀਮੈਂਟ ਕਰ ਲਓ, ਜਿਹੜੇ ਮੀਟ ਖਾਂਦੇ ਪਏ ਕੁਝ ਟਾਈਮ ਛੱਡ ਕੇ ਦੇਖ ਲਓ, ਤੁਹਾਨੂੰ ਆਟੋਮੈਟਿਕ ਤੁਹਾਡੀ એનર્ਜੀ ਵਧੇਗੀ। ਹਾਂਜੀ, ਸੋ ਇਹ ਨੋਨ ਫੈਕਟ ਆ। ਤੇ ਬਾਕੀ ਤੁਸੀਂ ਆ ਜਾਓ ਵੀ ਡੇਅਰੀ ਪ੍ਰੋਡਕਟਸ, ਜਿਹੜੇ ਦੁੱਧ ਤੋਂ ਪ੍ਰੋਡਕਟਸ ਬਣੇ ਹੋ, ਤੋ ਸਾਡੇ ਬਜ਼ੁਰਗਾਂ ਨੂੰ ਆਦਤ ਹੈਗੀ ਹੈ ਵੀ ਸ਼ਾਮ ਨੂੰ ਜ਼ਰੂਰ ਦੁੱਧ ਦਾ ਗਲਾਸ ਪੀਣਾ। ਹਾਂਜੀ, ਇਹ ਪੁਰਾਣੀ ਟਾਈਮ ਤੋਂ ਤੁਰੀ ਆਉਂਦੀ ਆ, ਪਰ ਐਕਚੁਅਲੀ ਦੁੱਧ ਜਿਹੜਾ ਅੱਜ ਕੱਲ੍ਹ ਆ, ਇਹ ਉਹ ਸੇਮ ਦੁੱਧ ਨਹੀਂ ਹੈਗਾ ਜਿਹੜੇ ਪਹਿਲੇ ਟਾਈਮ 'ਚ ਹੁੰਦਾ ਸੀ। ਇੰਡੀਆ ਵੀ ਪਾਕਿਸਤਾਨ ਜੋ ਹੈਗਾ, ਕਿਉਂਕਿ ਉਹ ਗਾਈਆਂ ਦੀ ਨਸਲਾਂ ਵੀ ਬਦਲ ਗਈਆਂ, ਉਹਨਾਂ ਨੂੰ ਐਂਟੀਬਾਇਓਟਿਕਸ ਵੀ ਖਿਲਾਉਂਦੇ ਆ ਇਸ ਮੁਲਕ ਵਿੱਚ ਵੀ ਬਿਮਾਰ ਨਾ ਹੋਣ ਗਾਈਆਂ, ਤੇ ਉਹਨਾਂ ਦੀ ਖੁਰਾਕ ਵੀ ਸਹੀ ਨਹੀਂ ਹੈਗੀ ਜਿਹੜੀ ਦਿੰਦੇ ਆ। ਤੁਹਾਨੂੰ ਪਤਾ ਹੁਣ ਪਿੱਛੇ ਮੈਡ ਕਾਊਜ਼ ਡਿਜ਼ੀਜ਼ ਹੋਈ ਸੀ 10-15 ਸਾਲ ਪਹਿਲਾਂ, ਉਹ ਵਜ੍ਹਾ ਸੀ ਉਹਦੀ ਵੀ ਜਿਹੜੀਆਂ ਭੇਡਾਂ ਦਾ ਮਾਸ ਸੀਗਾ ਉਹ ਗਾਈਆਂ ਨੂੰ ਪਾ ਰਹੇ ਸੀ, ਨੇਚਰ ਤੋਂ ਖਿਲਾਫ ਜਾ ਰਹੇ ਸੀ ਉਹ, ਤੇ ਇਦਾਂ ਦੀ ਬਿਮਾਰੀਆਂ ਦੇਖੋ ਪੈਦਾ ਹੋਣੀਆਂ। ਫਿਰ ਆਪਾਂ ਗੱਲ ਕਰਦੇ ਪਹਿਲੇ ਕਾਲ ਲੈ ਲਈ। ਹਾਂਜੀ। ਹੈਲੋ ਜੀ, ਸਤਿ ਸ਼੍ਰੀ ਅਕਾਲ। ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ। ਭਾਜੀ ਸਵਾਗਤ ਕਰਦੇ ਆ। ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ ਜੀ? ਮੈਂ ਸਲੋਹ ਤੋਂ ਬੋਲ ਰਿਹਾ, ਗੁਰਮੀਤ ਸਿੰਘ। ਹਾਂਜੀ ਮੈਂ ਸਿਰਫ ਪੁੱਛਣਾ ਸੀ ਕਿ ਤੁਸੀਂ ਕੱਪ ਸਾਈਡ ਨੂੰ ਕੀਤਾ ਆ ਤੇ ਉਹਦੇ ਵਿੱਚ ਫਰੂਟ, ਐਪਲ ਤੇ 3-4 ਕਿਸਮ ਦੇ ਫਰੂਟ ਥੱਲੇ ਸਿੱਟੇ ਆ, ਇਹਨਾਂ ਬਾਰੇ ਪੁੱਛਣਾ ਸੀਗਾ ਵੀ ਕੀ ਮਤਲਬ ਹੈ ਇਹਦਾ ਸਾਨੂੰ ਹਾਲਤ ਵਾਸਤੇ। ਅਸੀਂ ਜਾਸਤੀ ਡਾਈਟ ਦੀ ਗੱਲ ਕਰ ਰਹੇ ਹਾਂ, ਔਰ ਜਿਹੜੇ ਤੁਸੀਂ ਪਿੱਛੇ ਪਿਕਚਰ ਦੀ ਗੱਲ ਕਰ ਰਹੇ ਹੋ ਉਹਦਾ ਕੀ ਮਤਲਬ ਹੈ? ਇਹ ਭਾਜੀ ਜਿਹੜੀ ਗੁੱਡ ਡਾਈਟ ਹੈਗੀ ਨਾ, ਉਹੀ ਗੱਲ ਕਰਦੇ ਆ। ਅਸੀਂ ਜਾਣੇ ਅਣਜਾਣੇ ਕਾਫੀ ਚੀਜ਼ਾਂ ਦਾ ਖਾ ਜਾਂਦੇ ਜਿਨ੍ਹਾਂ ਦਾ ਨੁਕਸਾਨ ਹੁੰਦਾ, ਸਾਨੂੰ ਪਤਾ ਨਹੀਂ ਹੁੰਦਾ। ਉਹੀ ਡਾਕਟਰ ਸਾਹਿਬ, ਡਾਕਟਰ ਤੁਸੀਂ ਜਵਾਬ ਦਿਓ, ਕੀ ਕਹਿਣਾ ਚਾਹੁੰਦੇ ਹੋ? ਹਾਂਜੀ ਹਾਂਜੀ, ਦੱਸੋ ਜੀ। ਹਾਂਜੀ, ਉਹ ਮਿਲਦਾ ਡਿਸਕਨੈਕਟ ਹੋ ਗਿਆ, ਮਿਲਦਾ ਸ਼ਾਇਦ ਜਿਹੜੀ ਪਿੱਛੇ ਤਸਵੀਰ ਆ ਰਹੀ ਨਾ ਫਰੂਟ ਦੀ, ਤੇ ਉਹਦਾ ਪੁੱਛਦੇ ਉਹਦਾ ਮਤਲਬ ਕੀ ਹੈ। ਅੱਛਾ, ਮੈਂ ਸਮਝਿਆ। ਅੱਛਾ, ਇਹੀ ਚੀਜ਼ ਹੈ ਵੀ ਤੁਸੀਂ ਨੈਚੁਰਲ ਚੀਜ਼ਾਂ ਖਾਓ, ਉਹ ਤੁਹਾਡੀ ਸਿਹਤ ਲਈ ਬਿਹਤਰ ਆ। ਹਾਂਜੀ, ਜੇ ਪ੍ਰੋਸੈਸਡ ਫੂਡਸ ਤੁਸੀਂ ਪੈਕਟਾਂ 'ਚੋਂ ਖਾਂਦੇ ਆ, ਉਹ ਸਿਹਤ ਨੂੰ ਖਰਾਬ ਕਰਦੇ ਆ। ਹਾਂਜੀ, ਇਹੀ ਹੈ ਵੀ ਆਪਾਂ ਨੈਚੁਰਲ ਚੀਜ਼ਾਂ ਬਾਰੇ ਦੱਸ ਰਹੇ ਹਾਂ। ਸੋ ਇਹ ਨੈਚੁਰਲ ਫਰੂਟ, ਜਿਹੜੀਆਂ ਸਬਜ਼ੀਆਂ, ਇਹਨਾਂ ਦੀ ਪਿਕਚਰ ਆ ਰਹੀ ਅੱਗੇ। ਬਿਲਕੁਲ, ਹਾਂ, ਸਿੰਪਲ ਜਿਹੀ ਗੱਲ ਹੈ। ਹਾਂਜੀ ਹਾਂਜੀ, ਸੋ ਆਪਾਂ ਡੇਅਰੀ ਪ੍ਰੋਡਕਟਸ ਤੇ ਕਰਦੇ ਸੀ ਗੱਲ, ਤੇ ਵੀ ਦੁੱਧ ਸਾਨੂੰ ਪੀਣਾ ਚਾਹੀਦਾ ਜਾਂ ਕਿ ਨਹੀਂ ਪੀਣਾ ਚਾਹੀਦਾ। ਤੇ ਸੋ ਗੱਲ ਇਹ ਹੈਗੀ ਵੀ ਹੁਣ ਗਾਈਆਂ ਨੂੰ ਹਾਰਮੋਨਸ ਵੀ ਦਿੰਦੇ, ਐਂਟੀਬਾਇਓਟਿਕਸ ਵੀ ਦਿੰਦੇ ਆ, ਤੇ ਉਹ ਜਿਹੜੇ ਫਿਰ ਉਹ ਸਾਡੇ ਅੰਦਰ ਆ ਜਾਂਦੇ ਜਦੋਂ ਆਪਾਂ ਦੁੱਧ ਪੀਂਦੇ ਆ, ਤੇ ਉਹ ਨੁਕਸਾਨ ਕਰਦੇ ਆ। ਤੇ ਬਾਕੀ ਜਿਹੜੀ ਇਹ ਦੁੱਧ ਹੈਗਾ, ਇਹ ਬਾਈ ਦੀ ਤਸੀਰ ਇਹਦੀ ਹੁੰਦੀ ਆ। ਸੋ ਜਿਨ੍ਹਾਂ ਨੂੰ ਪਹਿਲਾਂ ਬਾਈ ਦੀ ਸ਼ਿਕਾਇਤ ਹੈਗੀ ਆ, ਉਹਨਾਂ ਨੂੰ ਰੇਸ਼ਾ ਬਣਦੀ ਆ ਜਾਂ ਮਿਊਕਸ ਬਣਨ ਲੱਗ ਪੈਂਦੀ ਇੰਟੈਸਟੀਨਸ ਵਿੱਚ, ਤਾਂ ਉਹ ਅੰਦਰਾਂ ਦੀਆਂ ਬਿਮਾਰੀਆਂ ਸ਼ੁਰੂ ਹੋ ਜਾਂਦੀਆਂ, ਕੋਲਾਈਟਿਸ ਹੋ ਜਾਂਦੀ ਕਿਸੇ ਨੂੰ। ਹਾਂਜੀ, ਤੇ ਇਦਾਂ ਦੇ ਬਚਣ ਤੋਂ ਤੁਸੀਂ ਦੁੱਧ ਤੋਂ ਪਰਹੇਜ਼ ਕਰਨਾ ਚਾਹੀਦਾ। ਤੇ ਬਾਕੀ ਦੁੱਧ ਦੇ ਵਿੱਚ ਇੱਕ ਮਿਲਕ ਸ਼ੂਗਰ ਹੁੰਦੀ ਜੀ, ਲੈਕਟੋਜ਼ ਕਹਿੰਦੇ ਉਹਨੂੰ, ਤੇ ਕਈਆਂ ਦੇ ਜੈਨੇਟਿਕਲੀ ਉਹ ਐਂਜ਼ਾਈਮ ਨਹੀਂ ਹੁੰਦਾ ਜਿਹੜਾ ਲੈਕਟੋਜ਼ ਨੂੰ ਬ੍ਰੇਕ ਡਾਊਨ ਕਰੇ। ਸੋ ਇੱਥੋਂ ਤੁਹਾਨੂੰ ਪੇਟ ਦੀਆਂ ਬਿਮਾਰੀਆਂ ਸ਼ੁਰੂ ਹੋ ਜਾਂਦੀਆਂ, ਬਲੋਟਿੰਗ ਹੋ ਜਾਂਦੀ ਹੈ, ਜਾਂ ਡਾਇਰੀਆ ਹੋਣ ਲੱਗ ਪੈਂਦਾ। ਜਾਂ ਇੱਕ ਸਾਡੇ ਕੋਲ ਕੇਸ ਆਇਆ ਸੀ, ਉਹਦਾ ਮਾਈਗ੍ਰੇਨ ਦਾ ਕੇਸ ਸੀ। ਹਾਂਜੀ, ਮਾਈਗ੍ਰੇਨ ਦਾ ਕੇਸ, ਤੇ ਉਹਨੂੰ ਪਤਾ ਨਹੀਂ ਸੀ ਵੀ ਕਿਉਂ ਹੁੰਦਾ ਹੈ, ਨਾ ਉਹਦੀ ਕੋਈ ਦਵਾਈ ਬਣ ਰਹੀ ਸੀ ਸਹੀ। ਤੇ ਫਿਰ ਜਦੋਂ ਅਸੀਂ ਹੋਰ ਥੋੜ੍ਹਾ ਜਿਹਾ ਖੋਜ ਕੀਤਾ, ਸਾਨੂੰ ਪਤਾ ਲੱਗਾ ਵੀ ਇਹਨਾਂ ਨੂੰ ਦੁੱਧ ਨਹੀਂ ਪਚ ਰਿਹਾ, ਤੇ ਉਹ ਸੀਗਾ ਲੈਕਟੋਜ਼ ਨਹੀਂ ਬਣਦਾ। ਸਾਡੇ ਕਾਫੀ ਲੋਕਾਂ ਇੰਡੀਅਨ ਦੇ ਹੈਗੇ ਪਏ ਉਹ ਲੈਕਟੋਜ਼ ਐਂਜ਼ਾਈਮ ਜੈਨੇਟਿਕਲੀ ਹੈ ਨਹੀਂਗਾ ਉਹਨਾਂ ਦਾ। ਇਹਦੀ ਮੈਂ ਗੱਲ ਕਰਾਂ, ਬੜੀ ਇੰਟਰਸਟਿੰਗ, ਕਿਉਂਕਿ ਲਾਸਟ ਟਾਈਮ ਵੀ ਕਿਸੇ ਲੇਡੀ ਦੀ ਗੱਲ ਕੀਤੀ ਸੀ, ਉਹਦਾ ਸਿਰ ਦੁਖਦਾ ਹੈ, ਪੇ ਨੋਟ ਮਾਈਗ੍ਰੇਨ ਨਹੀਂ, ਲੇਕਿਨ ਉਹਨਾਂ ਦਾ ਮੈਂ ਉਹਦੀ ਗੱਲ ਕਰਾਂਗੇ। ਪਹਿਲਾਂ ਕਾਲ ਲੈ ਲਈਏ। ਹੈਲੋ ਜੀ, ਸਤਿ ਸ਼੍ਰੀ ਅਕਾਲ। ਹੈਲੋ ਭੈਣ ਜੀ, ਸਤਿ ਸ਼੍ਰੀ ਅਕਾਲ। ਕੌਣ ਬੋਲ ਰਹੇ ਹੋ? ਸਤਿ ਸ਼੍ਰੀ ਅਕਾਲ ਜੀ। ਕਿੱਥੋਂ ਬੋਲ ਰਹੇ ਹੋ ਭੈਣ ਜੀ? ਤੁਹਾਡਾ ਨਾਮ ਕੀ? ਅਸੀਂ ਲੰਡਨ ਤੋਂ ਬੋਲਦੇ ਹਾਂ, ਬਲਵਿੰਦਰ ਕੌਰ। ਹਾਂਜੀ, ਤੁਹਾਡਾ ਸਵਾਗਤ ਕਰਦੇ ਹਾਂ। ਡਾਕਟਰ ਸਾਹਿਬ ਸੁਣ ਰਹੇ ਨੇ, ਕੀ ਪੁੱਛਣਾ ਚਾਹੁੰਦੇ ਹੋ? ਅਸੀਂ ਭਾਜੀ ਲੰਡਨ ਤੋਂ ਬੋਲਦੇ ਹਾਂ। ਹਾਂਜੀ, ਠੀਕ ਹੈ, ਤੁਸੀਂ ਬੋਲੋ। ਡਾਕਟਰ ਸਾਹਿਬ ਸੁਣ ਰਹੇ ਨੇ, ਤੁਸੀਂ ਸਿੱਧੀ ਹੁਣ ਡਾਕਟਰ ਸਾਹਿਬ ਨਾਲ ਗੱਲ ਕਰੋ। ਹਾਂਜੀ, ਮੈਨੂੰ ਥਾਇਰਾਇਡ ਆ ਜਿੱਦਾਂ 15 ਕੁ ਸਾਲ ਤੋਂ, ਤੇ ਮੇਰਾ ਜਿੱਦਾਂ ਹਾਂਜੀ ਸੁਣਿਆ ਨਹੀਂ ਭੈਣ ਜੀ, ਫੇਰ ਤੀ ਕਹੋ ਕੀ ਕਹਿੰਦੇ। ਤੁਹਾਡੀ ਆਵਾਜ਼ ਟੁੱਟ ਗਈ, ਜ਼ਰਾ ਪੂਰੀ ਆਈ ਨਹੀਂ, ਜ਼ਰਾ ਫੇਰ ਤੇ ਰਿਪੀਟ ਕਰੋਗੇ? ਪੂਰੀ ਨਹੀਂ ਆਉਂਦੀ ਪਈ ਮੈਨੂੰ। ਨਹੀਂ, ਹੁਣ ਠੀਕ ਹੈ, ਵਿੱਚ ਬੰਦ ਹੋ ਗਈ ਸੀ ਥੋੜੀ ਜੀ। ਹਾਂਜੀ, ਹੁਣ ਆਉਂਦੀ? ਹਾਂਜੀ, ਬਿਲਕੁਲ, ਬੋਲੋ। ਹਾਂਜੀ, ਵੀ ਥਾਇਰਾਇਡ ਆ ਮੈਨੂੰ, ਜਿੱਦਾਂ ਮਤਲਬ 15 ਕੁ ਸਾਲ ਹੋ ਗਏ, 16 ਕੁ ਸਾਲ, ਤੇ ਜਿੱਦਾਂ ਮੋਟਾਪਾ ਜਿਹਾ ਰਹਿੰਦਾ ਆ, ਭਾਵੇਂ ਘੱਟ ਵੀ ਖਾਵਾਂ ਡਾਕਟਰ ਜੀ। ਹਾਂਜੀ ਭੈਣ ਜੀ, ਸੋ ਤੁਹਾਡਾ ਥਾਇਰੋਇਡ, ਹਾਂਜੀ ਥਾਇਰੋਇਡ ਜਿਹੜਾ ਸਲੋ ਹੋ ਗਿਆ ਤੁਹਾਡਾ, ਤੇ ਪੂਰਾ ਥਾਇਰੋਕਸਿਨ ਤੁਹਾਡਾ ਬਣਦਾ ਨਹੀਂ ਹੈਗਾ, ਤੇ ਇਸ ਕਰਕੇ ਕਈ ਸਿਹਤ ਵਿੱਚ ਫਰਕ ਪੈ ਜਾਂਦੇ ਆ। ਤੁਸੀਂ ਥੋੜਾ ਜਿਹਾ ਭਾਰ ਵਧਣ ਲੱਗ ਪੈਂਦਾ ਆ, ਜਾਂ ਵਾਲ ਵੀ ਝੜਨ ਲੱਗ ਪੈਂਦੇ ਆ, ਤੇ ਤਖਾਵਟ ਨਹੀਂ ਝੜਦੇ, ਪਰ ਭਾਰੀ ਨਹੀਂ। ਹਾਂਜੀ, ਨਹੀਂ, ਉਹ ਜਦੋਂ ਬਿਮਾਰੀ ਵੱਧ ਜਾਂਦੀ ਤੇ ਹੁੰਦਾ ਮੈਂ ਦੱਸ ਰਿਹਾ ਵੀ ਕੀ ਹੋ ਸਕਦਾ। ਹਾਂਜੀ,
ਹਾਂਜੀ ਤੇ ਸੋ ਥਾਇਰੋਇਡ ਸਟਿਮੂਲੇਟ ਕਰਨ ਲਈ ਸਾਡੇ ਕੋਲ ਹੋਮਿਓਪੈਥਿਕ ਦਵਾਈਆਂ ਹੈਗੀਆਂ ਤੇ ਹਾਂਜੀ। ਤੁਸੀਂ ਕਲੀਨਿਕ ਵਿੱਚ ਜ਼ਰੂਰ ਫੋਨ ਕਰੋ ਤੇ ਅਸੀਂ ਤੁਹਾਨੂੰ ਸਲਾਹ ਦੇਵਾਂਗੇ ਜੀ। ਤੁਹਾਡਾ ਨੰਬਰ ਭਾਜੀ ਥੈਂਕ ਯੂ, ਤੁਹਾਡਾ ਨੰਬਰ ਹੈਗਾ, ਅਸੀਂ ਦੇ ਦਾਂਗੇ ਇਹਨਾਂ ਨੂੰ ਬਾਅਦ ਵਿੱਚ। ਤੁਹਾਡਾ ਬਹੁਤ ਸ਼ੁਕਰਾਨਾ ਕਰਦੇ ਕਾਲ ਬਹੁਤ ਕਰਨ। ਭਾਜੀ ਥੈਂਕ ਯੂ ਥੈਂਕ ਯੂ ਜੀ, ਬਹੁਤ ਮਿਹਰਬਾਨੀ, ਬਹੁਤ ਮਿਹਰਬਾਨੀ। ਜੀ ਡਾਕਟਰ ਸਾਹਿਬ, ਇਹ ਹੁਣ ਜਿਹੜਾ ਤੁਸੀਂ ਮਿਗਰੇਨ ਦੀ ਗੱਲ ਕੀਤੀ, ਤੁਹਾਨੂੰ ਪਤਾ ਲੱਗਿਆ ਕਿ ਉਹਨੂੰ ਕਿ ਦੁੱਧ ਸੂਟ ਨਹੀਂ ਸੀ ਕਰਦਾ। ਹਾਂਜੀ। ਕਿਉਂਕਿ ਜਦੋਂ ਤੁਹਾਨੂੰ ਕੋਈ ਬਿਮਾਰੀ ਹੁੰਦੀ ਹੈ ਜ਼ਰੂਰ ਕੁਛ ਨਾ ਕੁਛ ਕੋਈ ਐਦਾਂ ਦੀ ਚੀਜ਼ ਹੈ ਜਿਹੜੀ ਤੁਹਾਡੀ ਬੋਡੀ ਐਕਸੈਪਟ ਨਹੀਂ ਕਰਦੀ। ਤੇ ਉਹ ਜਿਹੜੀ ਲੇਡੀ ਦੀ ਗੱਲ, ਉਹਨਾਂ ਦਾ ਵੀ ਕੁਛ ਐਦਾਂ ਹੋ ਸਕਦਾ ਸਿਮਿਲਰ? ਹਾਂਜੀ ਹਾਂਜੀ, ਉਹਨਾਂ ਦਾ ਕੀ ਮਾਈਗ੍ਰੇਨ ਸੀ ਉਹਨਾਂ ਦਾ ਵੀ? ਮਾਈਗ੍ਰੇਨ ਨਹੀਂ ਸੀਗਾ, ਬਸ ਸਿਰ ਜੁੜਿਆ ਰਹਿੰਦਾ ਹੈ, ਹਾਂਜੀ, 2-3 ਦਿਨ ਉੱਠ ਨਹੀਂ ਸਕਦੇ, ਉਹ ਚੱਕਰ ਆਉਂਦੇ ਨੇ। ਹਾਂਜੀ, ਡੈਫੀਨਿਟਲੀ ਹੋਊਗਾ ਕੋਈ ਆਈਟਮ ਉਹਨਾਂ ਦੀ ਡਾਈਟ ਵਿੱਚ ਜਿਹੜਾ ਉਹਨੂੰ ਨਹੀਂ ਸੂਟ ਕਰਦਾ। ਉਹ ਜਦੋਂ ਖਾ ਲੈਂਦੇ ਆ ਫਿਰ ਕੁਝ ਘੰਟਿਆਂ ਬਾਅਦ ਉਹ ਅਸਰ ਹੋਣ ਲੱਗ ਪੈਂਦਾ ਉਹਦਾ। ਇਸ ਕਰਕੇ ਫਿਰ 2-3 ਦਿਨ ਉੱਠਦੇ ਨਹੀਂ ਜਾਂ ਤੇ ਬਾਡੀ ਉਹਨੂੰ ਪ੍ਰੋਸੈਸ ਕਰਕੇ ਬਾਹਰ ਨਹੀਂ ਕੱਢਦੀ, ਫਿਰ ਉਹ ਬੈਟਰ ਫੀਲ ਕਰਦੇ ਆ। ਓਕੇ ਓਕੇ, ਜਦ ਤੱਕ ਉਹ ਬਾਹਰ ਨਹੀਂ ਆਉਂਦੇ ਉਦੋਂ ਤੱਕ ਉਹ। ਹਾਂਜੀ ਹਾਂਜੀ। ਸੋ ਬੇਸਿਕਲੀ ਡਾਈਟ ਦੇ ਵਿੱਚ ਜਿੱਦਾਂ ਤੁਸੀਂ ਡਾਈਟ ਕਰਦੇ ਹੋ, ਹਾਂਜੀ। ਬੜਾ ਧਿਆਨ ਨਾਲ ਸੁਣੋ, ਇਹਦੇ ਚ ਬੜਾ ਕੁਝ ਰੀਅਲੀ ਕਹਿਣਾ ਪਿਆ। ਪਤਾ ਕਿ ਡਾਕਟਰ ਸਾਹਿਬ, ਅਸੀਂ ਡਾਕਟਰ ਰਾਜ ਅਸੀਂ ਖਾਈ ਜਾਂਦੇ ਹਾਂ, ਚੀਜ਼ਾਂ ਖਾਈ ਜਾਂਦੇ ਹਾਂ। ਦੂਜੀ ਦਫਾ ਜਿੱਦਣ ਬਿਮਾਰ ਹੁੰਦਾ ਨਾ, ਬੰਦਾ ਖੁਦ ਆਪਣੇ ਆਪ ਨੂੰ ਕਰ ਸਕਦਾ ਡਾਇਗਨੋਜ਼ ਕਿ ਮੈਂ ਕੀ ਖਾ ਲਿਆ ਕਿ ਮੈਨੂੰ ਏਦਾਂ ਹੋ ਗਿਆ। ਹਾਂਜੀ ਹਾਂਜੀ, ਜੇ ਤੁਸੀਂ ਸੋਚੋ ਵੀ ਮੈਂ ਕੱਲ ਕੀ ਖਾਧਾ ਸੀ, ਹਾਂਜੀ, ਉਹ ਤੋਂ ਪਤਾ ਲੱਗ ਜਾਂਦਾ ਵੀ ਮੈਂ ਉਸ ਚੀਜ਼ ਤੋਂ ਹੀ ਬਿਮਾਰ ਹੋਇਆ ਹੋਣਾ। ਹਾਂਜੀ, ਤਾਂ ਤੁਹਾਡੇ ਮਨ 'ਚ ਹੁੰਦਾ ਤਾਂ ਹੈ ਵੀ ਮੈਂ ਇਸ ਚੀਜ਼ ਤੋਂ ਹੁਣ ਪਤਾ ਲੱਗ ਹੀ ਜਾਂਦਾ ਹੈ। ਤੇ ਸੋ ਆਪਾਂ ਲੈਕਟੋਜ਼ ਦੀ ਗੱਲ ਕਰ ਰਹੇ ਸੀ। ਜੇ ਕਾਫੀ ਆਪਣੇ ਇੰਡੀਅਨ ਲੋਕ ਹੈਗੇ, ਉਹਨਾਂ ਦੇ ਉਹ ਜੈਨੇਟਿਕਲੀ ਐਂਜ਼ਾਈਮ ਹੈ ਨਹੀਂਗਾ ਲੈਕਟੋਜ਼ ਨੂੰ ਬ੍ਰੇਕ ਡਾਊਨ ਕਰਨ ਲਈ। ਸੋ ਜਦੋਂ ਉਹ ਇਹ ਦੁੱਧ ਪੀ ਲੈਂਦੇ ਜਾਂ ਦੁੱਧ ਵਾਲੀ ਚੀਜ਼ ਕੋਈ ਹੋਰ ਖਾ ਲੈਂਦੇ ਆ, ਉਹਨਾਂ ਦੇ ਪੇਟ ਖਰਾਬ ਹੋ ਜਾਂਦਾ, ਬਲੋਟਿੰਗ ਹੋਣ ਲੱਗ ਪੈਂਦੀ, ਜਾਂ ਡਾਇਰੀਆ ਹੋ ਜਾਂਦਾ, ਜਾਂ ਮਾਈਗ੍ਰੇਨ, ਜਿੱਦਾਂ ਆਪਾਂ ਕਿਹਾ ਮਾਈਗ੍ਰੇਨ ਹੋਣ ਲੱਗ ਪੈਂਦਾ। ਸੋ ਇਹ ਗੱਲਾਂ ਸਭ ਸੋਚਣ ਵਾਲੀਆਂ ਆ ਤੇ ਇਹ 'ਤੇ ਧਿਆਨ ਰੱਖਣਾ ਚਾਹੀਦਾ ਵੀ ਜਿਹੜਾ ਦੇਖੋ ਅਸਲੀ ਦੁੱਧ ਹੈਗਾ ਆ ਗਾਂ ਦੇ ਬੱਚੇ ਲਈ ਆ, ਹਿਊਮਨ ਬੀਇੰਗ ਲਈ ਨਹੀਂ ਹੈਗਾ ਐਕਚੁਅਲੀ। ਹਾਂਜੀ, ਸੋ ਇਹ ਤੋਂ ਸਾਨੂੰ ਕਾਫੀ ਪ੍ਰੋਬਲਮ ਆਉਂਦੇ ਆ, ਤੋ ਇਹਦਾ ਪਰਹੇਜ਼ ਕਰਨਾ ਚਾਹੀਦਾ। ਤੇ ਬਾਕੀ ਗੱਲ ਹੈਗੀ ਸ਼ੂਗਰ ਦੀ। ਹਾਂਜੀ, ਸੋ ਸ਼ੂਗਰ ਨਾਲ ਸਾਡਾ ਬਹੁਤ ਪਿਆਰ ਆ ਕਰਕੇ ਉਹ ਮਿਠਾਸ ਕਰਕੇ। ਹਾਂਜੀ, ਤੇ ਇਹ ਵੀ ਇੱਕ ਤਰ੍ਹਾਂ ਦਾ ਐਡਿਕਸ਼ਨ ਆ, ਤੁਹਾਡਾ ਦਿਲ ਕਰਦਾ ਰਹਿੰਦਾ ਵੀ ਮਿੱਠੀਆਂ ਚੀਜ਼ ਖਾਈਏ, ਮਿੱਠੀ ਚੀਜ਼ ਖਾਈਏ। ਪਰ ਸ਼ੂਗਰ ਜਿਹੜੀ ਵਾਈਟ ਸ਼ੂਗਰ ਹੈਗੀ, ਪ੍ਰੋਸੈਸਡ ਸ਼ੂਗਰ ਆ, ਇੱਕਦਮ ਇਹ ਤੁਹਾਡੇ ਬਲੱਡ ਸਟਰੀਮ ਵਿੱਚ ਜਾਂਦੀ ਆ, ਸਪਾਈਕ ਹੋ ਜਾਂਦਾ। ਤੇ ਸਪਾਈਕ ਹੋਣ ਨੂੰ ਤੁਹਾਡੀ ਪੈਨਕ੍ਰੀਅਸ ਨੂੰ ਇਨਸੂਲਿਨ ਛੱਡਣਾ ਪੈਂਦਾ, ਤੇ ਉਹ ਬਹੁਤ ਜ਼ਿਆਦਾ ਇਨਸੂਲਿਨ ਛੱਡਣਾ ਪੈਂਦਾ ਹੈ। ਤੇ ਤੁਸੀਂ ਕਰੀ ਜਾਂਦੇ ਉਹ ਪੈਨਕ੍ਰੀਅਸ ਐਗਜ਼ੌਸਟ ਹੋ ਜਾਂਦਾ, ਤੁਹਾਨੂੰ ਇਹ ਡਾਇਬੀਟੀਜ਼ ਸ਼ੁਰੂ ਹੋ ਜਾਂਦਾ। ਹਾਂਜੀ, ਤੇ ਇਹ ਸ਼ੂਗਰ ਫਿਰ ਕੰਟਰੋਲ ਨਹੀਂ ਕਰਦਾ ਪੈਨਕ੍ਰੀਅਸ, ਤੇ ਜਦੋਂ ਸ਼ੂਗਰ ਤੁਹਾਡੀ ਵੱਧਦੀ ਰਹਿੰਦੀ ਖੂਨ ਵਿੱਚ, ਉਹ ਬਾਕੀ ਦੇ ਆਰਗਨ ਡੈਮੇਜ ਹੋਣ ਲੱਗ ਪੈਂਦੇ ਆ। ਹਾਂਜੀ, ਨਿਊਰੋਪੈਥੀ ਹੋ ਜਾਂਦੀ ਹੈ, ਤੁਹਾਡੇ ਪੈਰਾਂ ਦੀਆਂ ਨਾੜਾਂ ਜਿਹੜੀਆਂ ਮਰ ਜਾਂਦੀਆਂ। ਹਾਂਜੀ, ਕਈਆਂ ਦੀਆਂ ਅੱਖਾਂ ਖਰਾਬ ਹੋ ਜਾਂਦੀਆਂ, ਹਾਰਟ ਪ੍ਰੋਬਲਮ ਸ਼ੁਰੂ ਹੋ ਜਾਂਦੇ ਆ। ਸੋ ਇਹ ਡਾਇਬੀਟਿਸ ਜਿਹੜੀ ਐਕਚੁਅਲੀ ਜੇ ਸੋਚਿਆ ਜਾਏ ਵੀ ਇਹ ਆਪਣੇ ਆਪ 'ਚ ਡਿਜ਼ੀਜ਼ ਨਹੀਂ ਹੈਗੀ, ਇਹ ਇੱਕ ਸਿੰਪਟਮ ਆ। ਇਹਦੇ ਵਜ੍ਹਾ ਕਰਕੇ ਹੋਰ ਕਿੰਨੀਆਂ ਬਿਮਾਰੀਆਂ ਪੈਦਾ ਹੁੰਦੀਆਂ। ਡਾਕਟਰ ਸਾਹਿਬ ਨੇ ਤਾਂ ਹੀ ਕਹਿੰਦੇ ਨੇ ਮਦਰ ਆਫ ਆਲ ਡਿਜ਼ੀਜ਼ਸ। ਹਾਂਜੀ, ਬਿਲਕੁਲ ਬਿਲਕੁਲ, ਦੈਟਸ ਰਾਈਟ। ਤੇ ਇੱਕ ਗੱਲ ਮੈਨੂੰ ਦੱਸੋ, ਜਦੋਂ ਮੈਂ ਦੱਸਦਾ ਦਵਾਂ ਜੋ ਵੀ ਅੱਜ ਇਹ ਜਿਹੜਾ ਪ੍ਰੋਗਰਾਮ ਹੈਗਾ ਐਡਵਾਈਸ ਹੈਗੀ ਹੈ, ਤੁਸੀਂ ਸੁਣਦੇ ਪਏ ਹੋ, ਜਦੋਂ ਵੀ ਤੁਸੀਂ ਕਿਸੇ ਵੀ ਤਰ੍ਹਾਂ ਦੀ ਮੈਡੀਸਿਨ ਚੇਂਜ ਕਰਦੇ ਹੋ, ਅਸੀਂ ਹਮੇਸ਼ਾ ਤੁਹਾਨੂੰ ਐਡਵਾਈਸ ਕਰਦੇ ਹੋ, ਕਿਉਂਕਿ ਡਾਕਟਰ ਸਾਹਿਬ ਨੂੰ ਨਹੀਂ ਪਤਾ ਕਿ ਤੁਹਾਡੀ ਆਨਗੋਇੰਗ ਕਿਹੜੀ ਪ੍ਰੋਬਲਮ ਹੈਗੀ ਹੈ, ਤੁਸੀਂ ਕਿਹੜੀ ਮੈਡੀਕੇਸ਼ਨ ਖਾਂਦੇ ਹੋ। ਜੋ ਵੀ ਤੁਸੀਂ ਕਿਸੇ ਵੀ ਤਰ੍ਹਾਂ ਨਾਲ ਕੁਝ ਹੋਰ ਖਾਣਾ ਚਾਹੁੰਦੇ ਹੋ, ਆਪਣੇ ਜੀਪੀ ਦੇ ਐਡਵਾਈਸ ਲੈ ਕੇ ਸਟਾਰਟ ਕਰੋ। ਹਮੇਸ਼ਾ ਉਹਨੂੰ ਪੁੱਛੋ ਕਿ ਮੈਂ ਇਹ ਲੈਣਾ ਸ਼ੁਰੂ ਕਰਨਾ, ਮੈਂ ਇਹ ਕਰਨਾ, ਉਹਦੇ ਐਡਵਾਈਸ ਲੈ ਕੇ ਸ਼ੁਰੂ ਕਰੋ। ਹਮੇਸ਼ਾ ਆਪਣੇ ਜੀਪੀ ਦੇ ਨਾਲ ਕੰਸਲਟੇਸ਼ਨ ਕਰੋ। ਡਾਕਟਰ ਸਾਹਿਬ, ਜਿਨ੍ਹਾਂ ਨੂੰ ਡਾਇਬੀਟਿਸ ਹੁੰਦੀ ਹੈ, ਉਹਨਾਂ ਨੂੰ ਜ਼ਿਆਦਾ ਤਮਾ ਹੁੰਦੀ ਸ਼ੂਗਰ ਖਾਣ ਦੀ, ਕਿਉਂ ਉਹਨਾਂ ਨੂੰ ਹੁੰਦਾ ਇੱਦਾਂ, ਤੋੜ ਕਿਉਂ ਲੱਗਦੀ ਉਹਦੀ? ਹਾਂਜੀ, ਤੋੜ ਲੱਗਦੀ ਆ ਵੀ ਉਹਨਾਂ ਦੀ ਜਦੋਂ ਫਿਰ ਦਵਾਈਆਂ ਖਾ ਲੈਂਦੇ ਆ, ਉਹਨਾਂ ਨਾਲ ਫਿਰ ਸ਼ੂਗਰ ਘਟ ਜਾਂਦੀ ਉਹਨਾਂ ਦੀ। ਹਾਂਜੀ, ਸੋ ਹੁਣ ਜਿਹੜੇ ਤਾਂ ਦਵਾਈਆਂ ਟੈਬਲੇਟ ਖਾਂਦੇ ਆ, ਉਹ ਤਾਂ ਜਲਦੀ ਕੰਟਰੋਲ ਕਰ ਲੈਂਦੇ ਆ। ਜਿਹੜੇ ਟੀਕਾ ਲਾਉਂਦੇ ਆ, ਉਹ ਟੀਕਾ ਬੜਾ ਸਟਰੋਂਗ ਹੁੰਦਾ ਜੀ, ਇਨਸੂਲਿਨ ਦਾ ਟੀਕਾ, ਤੇ ਉਹ ਫਿਰ ਇੱਕਦਮ ਤੁਹਾਡੀ ਸ਼ੂਗਰ ਡਾਊਨ ਕਰ ਦਿੰਦਾ ਆ। ਹਾਂਜੀ, ਤੇ ਉਹਨਾਂ ਨੂੰ ਫਿਰ ਤੋੜ ਲੱਗਦੀ ਵੀ ਸ਼ੂਗਰ ਹੁਣ ਅਪ ਕਰੀਏ ਥੋੜੀ ਜਿਹੀ, ਉਹਨਾਂ ਦੀ ਸ਼ੂਗਰ ਅਪ ਡਾਊਨ ਹੁੰਦੀ ਰਹਿੰਦੀ ਆ। ਡਾਕਟਰ ਸਾਹਿਬ, ਜਿਹੜੇ ਇਨਸੂਲਿਨ ਜਦੋਂ ਲੱਗਦੀ ਹੈ ਨਾ, ਬਹੁਤ ਸਾਰੇ ਪੇਸ਼ੈਂਟ ਮੈਨੂੰ ਪਤਾ ਜਾਣ ਪਛਾਣ ਹੈਗੇ ਆ, ਉਹਨਾਂ ਨੇ ਆਪਣੀ ਡਾਈਟ ਸਟਾਈਲ ਚੇਂਜ ਕਰਕੇ ਨਾ ਉਹ ਟੀਕਾ 3 ਮਹੀਨਿਆਂ 'ਚ ਉਹਨਾਂ ਨੇ ਛੁਡਾ ਲਿੱਤਾ ਸੀਗਾ। ਹਾਂਜੀ ਹਾਂਜੀ, ਇਹੀ ਮੈਂ ਕਹਿ ਰਿਹਾ ਵੀ ਡਾਇਬੀਟਿਸ ਐਕਚੁਅਲੀ ਬਿਮਾਰੀ ਨਹੀਂ ਹੈਗੀ, ਇਹ ਕਿ ਸਿੰਪਟਮ ਆ। ਹਾਂਜੀ, ਹਾਂ। ਸੋ ਇਹ ਜੇ ਤੁਸੀਂ ਪਹਿਲੇ ਸਟੇਜਸ ਵਿੱਚ ਫੜ ਲਓ ਨਾ, ਇਹ ਦੋ ਤਰ੍ਹਾਂ ਦੀ ਹੁੰਦੀ ਭਾਜੀ, ਇੱਕ ਟਾਈਪ 1, ਇੱਕ ਟਾਈਪ 2। ਹਾਂਜੀ, ਟਾਈਪ 1 ਹੁੰਦੀ ਆ, ਉਹ ਛੋਟੀ ਉਮਰ ਵਿੱਚ ਸ਼ੁਰੂ ਹੋ ਜਾਂਦੀ, ਕਿਉਂਕਿ ਪੈਨਕ੍ਰੀਅਸ ਵਿੱਚ ਕੋਈ ਇਨਫੈਕਸ਼ਨ ਹੋ ਜਾਂਦਾ ਜਾਂ ਆਟੋਇਮਿਊਨ ਡਿਜ਼ੀਜ਼ ਹੋ ਜਾਂਦਾ, ਉਹ ਖਰਾਬ ਹੋ ਜਾਂਦੀ। ਕਿਸੇ ਏਜ ਤੇ ਵੀ ਹੋ ਸਕਦੀ, ਪਰ ਜ਼ਿਆਦਾ ਉਹ ਯੰਗ ਉਮਰ 'ਚ ਹੁੰਦੀ ਟਾਈਪ 1। ਹਾਂਜੀ, ਤੇ ਉਹ ਫਿਰ ਉਹਨਾਂ ਨੂੰ ਉਸ ਵੇਲੇ ਟੀਕੇ ਸ਼ੁਰੂ ਕਰਨੇ ਪੈਂਦੇ ਆ। ਰਾਈਟ, ਦਵਾਈ ਨਹੀਂ ਉੱਥੇ ਕੰਮ ਕਰਨੀ। ਤੇ ਟਾਈਪ 2 ਜਿਹੜੀ ਆ, ਇਹ ਤਕਰੀਬਨ ਮੋਸਟਲੀ ਮਿਡਲ ਏਜ ਵਿੱਚ ਸ਼ੁਰੂ ਹੁੰਦੀ ਆ, ਤੇ ਇਹ ਟੈਬਲੇਟਸ ਨਾਲ ਕੰਟਰੋਲ ਕੀਤੀ ਜਾਂਦੀ ਹੈ, which is more common। ਹਾਂਜੀ,
ਜਾਂ ਜੇ ਟੈਬਲੇਟਸ ਨਾ ਕੰਟਰੋਲ ਹੋਵੇ ਫਿਰ ਟੀਕਾ ਨਾਲ ਸ਼ੁਰੂ ਕਰ ਦਿੰਦੇ ਆ ਹਾਂਜੀ। ਸੋ ਟਾਈਪ 2 ਇਹ ਜ਼ਿਆਦਾ ਡਾਈਟ ਤੋਂ ਹੀ ਹੁੰਦੀ ਹੈ ਪ੍ਰੋਬਲਮ, ਤੇ ਤਕਰੀਬਨ ਸਾਡੀ ਕਮਿਊਨਿਟੀ ਵਿੱਚ ਬਹੁਤ ਜ਼ਿਆਦਾ ਆ ਡਾਇਬੀਟੀਜ਼ ਹਾਂਜੀ। ਤੇ ਵਜ੍ਹਾ ਇਹਦੀ ਜ਼ਿਆਦਾ ਹੈ ਕਿ ਵੀ ਡਾਈਟ ਆਪਣਾ ਡਾਈਟ ਜਿਹੜਾ ਉਹ ਬਿਲਕੁਲ ਗਲਤ ਆ, ਤੇ ਅਸੀਂ ਡਾਈਟ ਸ਼ੀਟਾਂ ਬਣਾਈਆਂ ਆ ਜਿਹੜੀਆਂ ਆਪਾਂ ਦਰਸ਼ਕਾਂ ਨੂੰ ਦੇ ਸਕਦੇ ਆ ਵੀ ਤੁਸੀਂ ਡਾਈਟ ਆਪਣੀ ਕਿੱਦਾਂ ਕੰਟਰੋਲ ਕਰਨੀ ਆ, ਭਾਰ ਕਿੱਦਾਂ ਘਟਾਉਣਾ ਆ, ਤੇ ਨਾਲ ਅਸੀਂ ਦਵਾਈਆਂ ਵੀ ਦੇਵਾਂਗੇ ਉਹਨਾਂ ਦੇ ਸਿੰਪਟਮ ਕੰਟਰੋਲ ਕਰਨ ਲਈ ਤੇ ਬਿਮਾਰੀ ਨਾ ਵਧੇ। ਡਾਕਟਰ ਸਾਹਿਬ ਤੁਸੀਂ ਕਿਹਾ ਬਿਮਾਰੀ ਦੇ ਸਿੰਪਟਮਸ ਹੈਗੇ, ਕੁਆਇਟ ਐਗਰੀ। ਹੁਣ ਇਹਦੇ ਤੋਂ ਲੋਕਾਂ ਨੂੰ ਬਚਣ ਨਾਲ, ਕਿਉਂਕਿ ਇਹ ਤਾਂ ਇਦਾਂ ਨਹੀਂ ਹੈਗਾ ਕਿ ਰਾਤ ਨੂੰ ਪੈ ਗਈ ਜਾਂ ਮੈਂ ਗੱਲ ਪੁੱਛਾਂਗਾ ਤੁਹਾਨੂੰ, ਬਹੁਤ ਇੰਪੋਰਟੈਂਟ ਗੱਲ ਹੈਗੀ, ਆਪਾਂ ਪਹਿਲਾਂ ਕਾਲ ਲੈ ਲਈਏ। ਹੈਲੋ ਜੀ, ਸਤਿ ਸ਼੍ਰੀ ਅਕਾਲ। ਹੈਲੋ ਜੀ, ਸਤਿ ਸ੍ਰੀ ਅਕਾਲ। ਮੈਂ ਤੁਹਾਨੂੰ ਪੁੱਛਣਾ ਸੀਗਾ, ਮੇਰੀ ਦੋਤੀ ਆ 4.5 ਸਾਲ ਦੀ, ਹਾਂ 3.5 ਸਾਲ ਦੀ, ਉਹਨੂੰ ਦੂਜੀ ਕਬਜ਼ ਬਹੁਤ ਰਹਿੰਦੀ ਹੈ। ਹਾਂਜੀ ਹਾਂਜੀ ਠੀਕ ਹੈ ਕੁਝ ਉਹਨੂੰ ਦੱਸ ਸਕਦੇ ਆ ਵੀ ਮਤਲਬ ਦਵਾਈ ਤੋਂ ਬਗੈਰ ਕੋਈ? ਹਾਂਜੀ ਭੈਣ ਜੀ ਹਾਂਜੀ। ਸੋ ਪਹਿਲਾਂ ਤਾਂ ਬੱਚੇ ਦੀ ਤੁਸੀਂ ਡਾਈਟ ਠੀਕ ਕਰੋ ਹਾਂਜੀ। ਕਈ ਬੱਚੇ ਬਹੁਤ ਫਸੀ ਹੁੰਦੇ, ਮੈਂ ਨਹੀਂ ਖਾਣਾ ਉਹ ਨਹੀਂ ਖਾਣਾ ਹੈ ਨਾ, ਤੇ ਤੁਸੀਂ ਉਹਦੇ ਪਲੈਂਟੀ ਆਫ ਫਾਈਬਰ ਦਿਓ ਉਹਦੇ ਡਾਈਟ ਵਿੱਚ, ਤੇ ਹਰੀਆਂ ਚੀਜ਼ਾਂ ਦਾ ਉਹਨੂੰ ਖਾਣ ਨੂੰ, ਫਰੂਟ ਦਿਓ ਜ਼ਿਆਦਾ, ਤੇ ਉਹਨੂੰ ਮੇਕ ਸ਼ੋਰ ਕਰੋ ਕਿ ਉਹ ਪਾਣੀ ਇਨਫ ਪੀਂਦੀ ਹੈ। ਕਈ ਬੱਚੇ ਪਾਣੀ ਨਹੀਂ ਪੀਂਦੇ ਹੈਗੇ। ਪਾਣੀ ਪੀਂਦੀ ਆ ਬਹੁਤ ਪੀਂਦੀ ਹਾਂਜੀ ਆ। ਹਾਂਜੀ। ਤੇ ਬਾਕੀ ਫਿਰ ਤੁਸੀਂ ਕਾਲ ਕਰੋ ਹੋਰ ਪੂਰੇ ਸਿੰਪਟਮ ਲੈ ਕੇ, ਤੇ ਅਸੀਂ ਉਹਨਾਂ ਲਈ ਦਵਾਈ ਦੇਵਾਂਗੇ, ਬਿਲਕੁਲ ਠੀਕ ਹੋ ਜਾਊਗੀ। ਕਬਜ਼ ਕੋਈ ਪ੍ਰੋਬਲਮ ਨਹੀਂ ਹੈਗਾ। ਜੇ ਤੁਸੀਂ ਜੀਪੀ ਕੇ ਜਾਂਦੇ ਉਹਨੇ ਤੁਹਾਨੂੰ ਲੈਕਸੇਟਿਵ ਦੇ ਜਾਣੇ ਆ, ਤੇ ਉਹ ਲੈਕਸੇਟਿਵ ਫਿਰ ਜਿਹੜੀਆਂ ਅੰਦਰੋਂ ਗਿੱਝ ਜਾਂਦੀ ਆ ਉਸ ਦਵਾਈ ਨੂੰ, ਫਿਰ ਉਹ ਲੈਕਸੇਟਿਵ ਤੋਂ ਨਹੀਂ, ਬਿਨ ਉਹ ਏਦਾਂ ਦਾ ਕੁਝ ਨਹੀਂ ਲੈਂਦੇ, ਪਰ ਉਦਾਂ ਹੀ ਉਹ ਕੁੜੀ ਮੇਰੀ ਉਹਨੂੰ ਦਿੰਦੀ ਰਹਿੰਦੀ ਹੈ ਇਦਾਂ ਚੀਜ਼ਾਂ ਹੀ, ਜਾਂ ਮਤਲਬ ਕਹਿੰਦੀ ਰਹਿੰਦੀ ਆ ਵੀ ਆਹ ਤੁਸੀਂ ਖਾਓ, ਵੀ ਮਤਲਬ ਆਹ ਦਿੰਦੀ ਆ, ਕਦੇ ਆਟਾ ਚੇਂਜ ਕਰ ਦਿੰਦੀ ਆ, ਕਦੇ ਕੁਛ ਕਰ ਦਿੰਦੀ ਆ। ਹਾਂਜੀ ਹਾਂਜੀ ਚਲੋ ਇਦਾਂ ਦੀ ਚੀਜ਼ਾਂ ਦੇ ਡਾਕਟਰ ਦੀ ਕੋਈ ਨਹੀਂ ਦਵਾਈ ਦਿੰਦੀ। ਹਾਂਜੀ ਚਲੋ ਵਧੀਆ, ਡਾਕਟਰ ਨਹੀਂ ਦਿੰਦੀ ਫਿਰ ਡਿਪੈਂਡੈਂਟ ਹੋ ਜਾਂਦੀ ਬੋਡੀ ਉਸ ਡਰਗ ਤੇ ਪਰ ਤੁਸੀਂ ਡਾਈਟ ਜਿੱਦਾਂ ਸਹੀ ਰੱਖੋ, ਬਾਕੀ ਸਾਨੂੰ ਕੰਟੈਕਟ ਕਰਿਓ, ਅਸੀਂ ਫਿਰ ਦਵਾਈ ਤੁਹਾਡੇ ਸੁਜੈਸਟ ਕਰਾਂਗੇ। ਜੀ ਥੈਂਕ ਯੂ ਤੁਹਾਡੇ ਕਾਲ ਕਰਨ ਦਾ। ਇਸੇ ਤਰ੍ਹਾਂ ਪ੍ਰੋਗਰਾਮ ਦੇਖਦੇ ਰਹੋ, ਕਾਫੀ ਇੱਥੇ ਅਸੀਂ ਇੱਦਾਂ ਦੀ ਡਾਈਟ ਦੀਆਂ ਗੱਲਾਂ ਕਰਦੇ, ਤੇ ਤੁਹਾਡਾ ਨੰਬਰ ਹੈ ਸਾਡੇ ਪਾਸ। ਥੈਂਕ ਯੂ ਤੁਹਾਡਾ ਕਾਲ ਕਰਨ ਦਾ ਜੀ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ ਡਾਕਟਰ ਸਾਹਿਬ। ਹਾਂਜੀ ਭਾਜੀ, ਸੋ ਟਾਈਪ 2 ਡਾਇਬੀਟਿਸ ਦੀ ਆਪਾਂ ਗੱਲ ਕਰ ਰਹੇ ਸੀ ਵੀ ਇਹ ਡਾਈਟ ਨਾਲ ਤੇ ਦਵਾਈ ਨਾਲ ਰਿਵਰਸ ਹੋ ਸਕਦੀ ਹੈ। ਅੱਛਾ, ਮੈਨੂੰ ਵੈਰੀ ਗੁੱਡ। ਤੁਸੀਂ ਮੈਨੂੰ ਟਾਈਮ ਬੜੀ ਫਾਸਟ ਜਾ ਰਿਹਾ ਭਾਜੀ। ਇਹਦੇ ਜਿਹੜੀ ਪਹਿਲਾਂ ਮੈਂ ਚਾਹਾਂਗਾ ਕਿ ਤੁਸੀਂ ਲੋਕਾਂ ਨੂੰ ਦੱਸੋ ਕਿ ਇਹਦੇ ਕਿਉਂਕਿ ਜੇ ਪਹਿਲਾਂ ਜਦੋਂ ਸ਼ੁਰੂ ਹੁੰਦੀ ਹੈ ਇਹ ਰਿਵਰਸ ਹੋ ਸਕਦੀ, ਜਿੱਦਾਂ ਤੁਸੀਂ ਕਿਹਾ। ਹਾਂਜੀ ਇਹਦੇ ਇਮੀਡੀਏਟ ਸਿੰਪਟਮ ਕੀ, ਲੋਕਾਂ ਨੂੰ ਕਿੱਦਾਂ ਪਤਾ ਲੱਗਦਾ ਕਿ ਉਹਨਾਂ ਨੂੰ ਇਹ ਹੋ ਰਹੀ? ਹਾਂਜੀ, ਜਦੋਂ ਇੱਕਦਮ ਵੱਧ ਜਾਂਦੀ ਆ ਤੇ ਫਿਰ ਤੁਹਾਨੂੰ ਪਿਆਸ ਬਹੁਤ ਲੱਗਦੀ ਆ, ਪਿਸ਼ਾਬ ਬਹੁਤ ਆਉਂਦਾ ਹੈ, ਥਕਾਵਟ ਮਹਿਸੂਸ ਹੁੰਦੀ ਆ, ਇਹ ਪਹਿਲੇ ਸਿੰਪਟਮ ਹੁੰਦੇ, ਸਾਈਨਸ ਹੁੰਦੇ ਆ। ਪਰ ਬਹੁਤ ਲੋਕੀ ਇਗਨੋਰ ਕਰ ਦਿੰਦੇ ਆ, ਤੇ ਉਹ ਐਕਚੁਅਲੀ ਬਿਮਾਰੀ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਪਿਛਲੀ ਵਾਰ ਦੱਸਿਆ ਸੀ ਨਾ, ਚਿਰਾਂ ਦੀ ਹੁੰਦੀ ਹੋਈ ਉਹ ਪਤਾ ਨਹੀਂ ਲੱਗਦਾ, ਬਰੀ ਹੌਲੀ 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 ਵੱਧਦੀ ਆਉਂਦੀ ਆ, ਤੇ ਉਹ ਫਿਰ ਜਦੋਂ ਇੱਕ ਕੁਝ ਸੀਰੀਅਸ ਹੋ ਜਾਂਦਾ ਫਿਰ ਉਹ ਟੈਸਟ ਕਰਾਉਂਦੇ, ਫਿਰ ਪਤਾ ਲੱਗਦਾ ਵੀ ਇਹ ਬਲੱਡ ਵਿੱਚ ਆ ਗਿਆ, ਟੈਸਟ ਜਦੋਂ ਸ਼ੁਰੂ ਹੁੰਦੀ ਹੈ ਹਾਂਜੀ। ਤੁਹਾਨੂੰ ਪਹਿਲਾਂ ਰਾਈਟ ਐਟ ਦ ਬਿਗਨਿੰਗ ਉਦੋਂ ਕੁਝ ਸਾਈਨ ਬੰਦੇ ਨੂੰ ਕੁਐਸਚਨ ਹੋ ਸਕਦੇ? ਹਾਂ, ਕਈ ਵਾਰੀ ਪਤਾ ਨਹੀਂ ਲੱਗਦਾ ਭਾਜੀ, ਉਹ ਇੰਨੀ ਸਲੋ ਔਨਸੈਟ ਹੁੰਦਾ ਉਹਦਾ ਨਾ, ਪਤਾ ਨਹੀਂ ਲੱਗਦਾ ਕਈ ਵਾਰੀ। ਇਸੇ ਕਰਕੇ ਤੁਹਾਨੂੰ ਬਲੱਡ ਟੈਸਟ ਕਰਾਉਣਾ ਚਾਹੀਦਾ ਆ, ਐਟਲੀਸਟ ਸਾਲ ਵਿੱਚ ਇੱਕ ਵਾਰੀ। ਹਾਂਜੀ ਹਾਂਜੀ, ਬਲੱਡ ਟੈਸਟ ਕਰਾਓ ਆਪਣਾ, ਤੇ ਬਲੱਡ ਪ੍ਰੈਸ਼ਰ ਚੈੱਕ ਕਰਾਓ। ਇਦਾਂ ਹੀ ਕਈ ਲੋਕੀ ਤੁਰੇ ਫਿਰਦੇ ਆ, ਉਹਨਾਂ ਬਲੱਡ ਪ੍ਰੈਸ਼ਰ ਹਾਈ, ਉਹਨਾਂ ਨੂੰ ਪਤਾ ਹੀ ਨਹੀਂ ਹੈਗਾ, ਤੇ ਜਦੋਂ ਉਹਨਾਂ ਨੂੰ ਕੁਝ ਹੋ ਜਾਂਦਾ ਆ ਤੇ ਫਿਰ ਪਤਾ ਲੱਗਦਾ ਤੁਹਾਡਾ ਬਲੱਡ ਪ੍ਰੈਸ਼ਰ ਹਾਈ ਸੀ, ਤੁਹਾਨੂੰ ਤਾਂ ਸਟ੍ਰੋਕ ਹੋਇਆ ਜਾਂ ਹਾਰਟ ਅਟੈਕ ਹੋਇਆ, ਹਾਂਜੀ, ਜਾਂ ਤੁਹਾਡੀ ਕਿਡਨੀ ਡੈਮੇਜ ਹੋ ਗਈ ਆ। ਸੋ ਕਈ ਲੋਕਾਂ ਨੂੰ ਪਤਾ ਹੀ ਨਹੀਂ ਲੱਗਦਾ ਵੀ ਸਾਡਾ ਇਹ ਵੀ ਸਾਇਲੈਂਟ ਡਿਜ਼ੀਜ਼ ਇਹਨੂੰ ਕਹਿੰਦੇ ਆ, ਤੇ ਇਹ ਇਸ ਕਰਕੇ ਵੀ ਤੁਹਾਨੂੰ ਬਲੱਡ ਪ੍ਰੈਸ਼ਰ ਐਵਰੀ 6 ਮਹੀਨੇ ਚੈੱਕ ਕਰਾਉਣਾ ਚਾਹੀਦਾ ਜੀ। ਭਾਜੀ ਕੋਲੇਸਟ੍ਰੋਲ ਹੋਇਆ, ਡਾਇਬੀਟੀਜ਼ ਹੋਈ, ਬਲੱਡ ਪ੍ਰੈਸ਼ਰ ਹੋਇਆ, ਇਹ ਤੇ ਸਾਇਲੈਂਟ ਡਿਜ਼ੀਜ਼ ਨੇ ਸਾਰੀਆਂ, ਆਸਤੇ ਆਸਤੇ ਹੁੰਦੀਆਂ ਨੇ ਸਾਰੀਆਂ। ਹਾਂਜੀ, ਆਸਤੇ ਆਸਤੇ ਜੇ ਬਿਮਾਰੀਆਂ ਤੁਰੀਆਂ ਹੋਣੀਆਂ, ਇਸੇ ਕਰਕੇ ਇਹਨਾਂ ਦਾ ਪ੍ਰੀਵੈਂਸ਼ਨ ਇਜ਼ ਬੈਟਰ ਦੈਨ ਕਿਉਰ। ਸੋ ਆਪਣਾ ਟੈਸਟ ਕਰਾਉਣਾ ਚਾਹੀਦਾ ਆ ਐਵਰੀ ਸੋ ਆਫਨ। ਕੁਝ ਲਾਈਫ ਹੀ ਯੂਕੇ ਸਭ ਦੁਨੀਆ ਚ ਏਦਾਂ ਦੀ ਹੋ ਗਈ, ਦੌੜ ਭੱਜ ਹੋ ਗਈ। ਜਦੋਂ ਕਿਸੇ ਇਨਸਾਨ ਨੂੰ ਪੁੱਛੋ ਟਾਈਮ ਨਹੀਂ, ਅਗਰ ਬਲਾ ਆਪਣੀ ਬੋਡੀ ਲਈ ਟਾਈਮ ਨਹੀਂ ਤੇ ਕਿਹਦੇ ਲਈ ਟਾਈਮ ਕਰਨਾ? ਉਹੀ ਤਾਂ ਗੱਲ ਹੈ ਭਾਜੀ। ਦੇਖੋ ਤੁਸੀਂ ਕਹਿੰਦੇ ਸਾਨੂੰ ਸਵੇਰ ਨੂੰ ਟਾਈਮ ਨਹੀਂ ਹੁੰਦਾ, ਅਸੀਂ ਸੀਰੀਅਲ ਪਾਈਦਾ, ਦੁੱਧ ਪਾਈਦਾ, ਖਾ ਕੇ ਚਲੇ ਜਾਈਦਾ, ਦੌੜ ਕੇ ਕੰਮ ਤੇ। ਪਰ ਤੁਸੀਂ ਇਹ ਵੀ ਸੋਚੋ ਕਿ ਤੁਹਾਡੀ ਸਿਹਤ ਤੇ ਕੀ ਅਸਰ ਹੁੰਦਾ ਉਹਦਾ। ਪਰ ਡਾਕਟਰ ਰਾਜ, ਇੱਕ ਗੱਲ ਮੈਂ ਹਮੇਸ਼ਾ ਕਹਿੰਦਾ ਨਾ, ਓਨੈਸਟਲੀ, ਤੁਸੀਂ ਦੌੜੇ ਭੱਜੇ ਕੰਮ ਕਰਦੇ ਹੋ, ਬੜੀ ਤੁਹਾਡੇ ਪ੍ਰੈਸ਼ਰ ਹੈਗਾ, ਜਦੋਂ ਖਾਣ ਦਾ ਟਾਈਮ ਹੈ ਨਾ, ਗਿਵ ਯੋਰਸੈਲਫ ਅ ਪ੍ਰੋਪਰ ਟਾਈਮ।
ਹਾਂਜੀ ਹਾਂਜੀ ਆਰਾਮ ਨਾਲ ਬੈਠ ਕੇ ਟੱਬਰ 'ਚ ਬੈਠ ਕੇ ਉਹਨੂੰ ਪ੍ਰੋਪਰ ਚੀਵ ਕਰੋ, ਉਹਨੂੰ ਇੰਜੋਏ ਕਰੋ। ਹਾਂ, ਇਹ ਨਹੀਂ ਕਿ ਤੁਸੀਂ ਵੀ ਕੰਮ ਤੇ ਚੱਲਾ ਲੇਟ ਹੋ ਗਿਆ, ਲਿਆ ਫਟਾਫਟ ਕਲਾ ਖਾ ਕੇ ਦੌੜ ਗਿਆ। ਹਾਂਜੀ ਹਾਂਜੀ ਇਹ ਗੱਲ ਬਿਲਕੁਲ ਠੀਕ ਆ। ਜਿੰਨਾ ਤੁਸੀਂ ਆਰਾਮ ਨਾਲ ਖਾਓਗੇ ਉਨਾ ਤੁਹਾਨੂੰ ਉਹਦਾ એનર્ਜੀ ਜ਼ਿਆਦਾ ਮਿਲੇਗੀ ਤੇ ਤੁਹਾਡਾ ਡਾਈਜੈਸਟਿਵ ਸਿਸਟਮ ਉਹਨਾਂ ਬੈਟਰ ਉਹਨੂੰ ਕੋਪ ਕਰੇਗਾ। ਜਦੋਂ ਤੁਹਾਡੇ ਸਟ੍ਰੈਸ ਹਾਰਮੋਨਸ ਆ ਰਹੇ ਬਾਡੀ ਵਿੱਚ, ਸਟ੍ਰੈਸ ਹਾਰਮੋਨਸ, ਉਹ ਪੇਟ ਹਜਮ ਕਿੱਦਾਂ ਕਰੂਗਾ ਉਹਨੂੰ? ਹਾਂਜੀ, ਉਹਦੀ ਸਾਰੀ ਖਰਾਬ ਹੋ ਜਾਂਦੀ ਡਾਈਜੈਸਟ। ਭਾਜੀ ਬੜਾ ਸਿੰਪਲ ਗੱਲ ਹੈ, ਜਦੋਂ ਫੂਡ ਤੁਸੀਂ ਅੰਦਰ ਇਨਟੇਕ ਕਰਦੇ ਹੋ ਨਾ, ਬਾਡੀ ਨੂੰ ਪਤਾ ਲੱਗਣਾ ਚਾਹੀਦਾ ਕਿ ਮੈਨੂੰ ਨਿਊਟ੍ਰੀਸ਼ਨ ਕੁਝ ਮਿਲਦਾ ਪਿਆ ਹੈ। ਹਾਂਜੀ, ਜੇ ਤੁਸੀਂ ਸਿੱਟੀ ਜਾਣਾ ਅੰਦਰ ਤੇ ਉਹ ਤਾਂ ਭਰਨ ਵਾਲੀ ਗੱਲ ਹੋ ਗਈ, ਉਹ ਪੇਟ ਭਰਨ ਵਾਲੀ ਗੱਲ ਹੈ ਬਸ। ਪੇਟ ਭਰਨ ਵਾਲੀ ਗੱਲ। ਹਾਂਜੀ ਹਾਂਜੀ ਯਾ ਭਾਜੀ ਥੈਂਕ ਯੂ। ਟਾਈਮ ਬੜੀ ਫਾਸਟ ਜਾ ਰਿਹਾ, ਸਾਨੂੰ ਬ੍ਰੇਕ ਲੈਣੀ ਪੈਗੀ। ਬਹੁਤ ਟੌਪਿਕ 11 ਤੋਂ 12 ਵਜੇ ਐਵਰੀ ਟਿਊਜ਼ਡੇ ਮੈਡੀਸਨ ਦੀ ਐਡਵਾਈਸ ਦਿੰਦੇ ਨੇ। ਮੈਂ ਹਮੇਸ਼ਾ ਕਰਨਾ, ਹਰ ਦਫਾ ਕਰਨਾ, ਫਿਰ ਕਹਾਂਗਾ ਪਲੀਜ਼ ਆਪਣਾ ਜੋ ਵੀ ਤੁਸੀਂ ਲਾਈਫ ਸਟਾਈਲ ਚੇਂਜ ਕਰਦੇ ਹੋ ਜਾਂ ਤੁਸੀਂ ਮੈਡੀਸਨ ਚੇਂਜ ਕਰਦੇ ਹੋ, ਆਪਣੀ ਜੀਪੀ ਦੀ ਸਲਾਹ ਕਰਕੇ ਉਹਨੂੰ ਪਤਾ ਹੋਣਾ ਚਾਹੀਦਾ ਕਿ ਜੋ ਵੀ ਤੁਸੀਂ ਖਾਂਦੇ ਹੋ ਉਹਦੀ ਡਿਸਟਰਬੈਂਸ ਨਹੀਂ ਹੋਣੀ ਚਾਹੀਦੀ ਮੈਡੀਕੇਸ਼ਨ ਦੀ। ਤੇ ਹਰ ਦਫਾ ਕਿਸੇ ਵੀ ਤਰ੍ਹਾਂ ਆਪਣੀ ਡਾਈਟ ਚੇਂਜ ਕਰਦੇ ਹੋ ਤਾਂ ਤੁਹਾਨੂੰ ਖੁਦ ਪਤਾ ਹੋਣਾ ਚਾਹੀਦਾ। ਭਾਜੀ ਡਾਕਟਰ ਨੂੰ ਪਤਾ, ਤੁਹਾਡੀ ਬਾਡੀ ਨੂੰ ਪਤਾ ਲੱਗ ਜਾਂਦਾ ਹੈ ਕਿ ਮੈਨੂੰ ਸੂਟ ਨਹੀਂ ਕਰਦੇ, ਮੈਂ ਇਹ ਨਾ ਖਾਵਾਂ, ਇਹ ਖਾਵਾਂ, ਇਹ ਖਾਵਾਂ। ਬੜਾ ਕੁਝ ਤੁਸੀਂ ਆਪਣਾ ਲਾਈਫ ਸਟਾਈਲ ਆਪ ਚੇਂਜ ਕਰ ਸਕਦੇ ਹੋ। ਟਾਈਮ ਅਸੀਂ ਥੋੜੀ ਜਿਹੀ ਬ੍ਰੇਕ ਲਵਾਂਗੇ, ਬ੍ਰੇਕ ਤੋਂ ਬਾਅਦ ਫਿਰ ਗੱਲਾਂ ਕਰਾਂਗੇ। ਲਾਈਨਾਂ ਓਪਨ ਹੈ, ਪਲੀਜ਼ ਕਾਲ ਕਰੋ 0121 551 1001 ਤੇ ਕਾਲ ਕਰੋ। ਛੋਟੀ ਜਿਹੀ ਬ੍ਰੇਕ ਲੈ ਕੇ ਫਿਰ ਤੁਹਾਨੂੰ ਮਿਲਦੇ ਹਾਂ ਜੀ। ਸਤਿ ਸ਼੍ਰੀ ਅਕਾਲ। बोले सोने हाल सास भी अकाल। बैक इन द सेकंड पार्ट। अगर तुम हुणे देखना शुरू किया, मैंने डॉक्टर राज जो अपनी होम्योपैथिक दी अपनी इलाज करते हैं, डाइट का प्लान दसते हैं। बाय द वे बिफोर मैं डॉक्टर साहब गल करा, अगर तुहानू कोई बीमारी भी नहीं हैगी ना, तुसी कोई जिदा डॉक्टर राज हैगे ने अपना डाइट का प्लान बना सकते हो। तुहानू पता लग जाना चाहिए कि सुबह की खाना, दोपहर की खाना, शाम को खाना, कितना क खाना है, ਉਹਦੇ ਮੁਤਾबिक कलर डाइट। अगर तुसी डाइट प्लान पहला बना लेने तो बड़ी बीमारियों तो बचोगे, बिकॉज majority डॉक्टर साहब ਜਿਹੜੀਆਂ ਬਿਮਾਰੀਆਂ ਹੈ ਇਸ ਵਾਟ ਯੂ ਟੇਕ ਇਨ ਉਹਦੇ ਨਾਲ ਹੀ ਪੈਂਦੀਆਂ ਜਾਸਤੀ ਮੈਜੋਰਿਟੀ। ਹਾਂਜੀ ਹਾਂਜੀ ਇਹ ਬੜਾ ਇੰਪੋਰਟੈਂਟ ਆ ਵੀ ਤੁਸੀਂ ਕੀ ਆਪਣੀ ਬਾਡੀ ਵਿੱਚ ਪਾਉਂਦੇ ਆ। ਹਾਂਜੀ, ਜਾਂ ਤਾਂ ਹਾਈ ਕੁਆਲਿਟੀ ਚੀਜ਼ ਪਾਉਂਦੇ ਆ, ਉਹਨਾਂ ਤੁਹਾਡੀ ਬਾਡੀ ਦੀ ਐਫੀਸ਼ੀਐਂਸੀ ਵੱਧਦੀ ਆ, ਜਾਂ ਤੁਸੀਂ ਪੂਰ ਕੁਆਲਿਟੀ ਫੂਡ ਖਾਂਦੇ ਆ ਤਾਂ ਤੁਹਾਡੀ ਬਾਡੀ ਦੀ ਐਫੀਸ਼ੀਐਂਸੀ ਡਾਊਨ ਹੋ ਜਾਂਦੀ ਆ। ਬਿਲਕੁਲ ਬਿਲਕੁਲ ਸਿੱਧੀ ਜਿਹੀ ਗੱਲ। ਹੁਣ ਜਿਹੜੇ ਐਕਸਰਸਾਈਜ਼ ਵਗੈਰਾ ਕਰਦੇ ਨੇ, they have to have more protein ਵਗੈਰਾ, more high carb ਉਹਨਾਂ ਨੂੰ ਲੈਣੀ ਪੈਂਦੀ ਆ, ਕਿਉਂਕਿ ਉਹ ਬਰਨ ਆਊਟ ਕਰ ਲੈਂਦੇ ਨੇ। ਅਗਰ ਜੇ ਤੁਸੀਂ ਉਹਨਾਂ ਵਾਂਗੂ ਖਾਓਗੇ ਤੇ ਸਾਰਾ ਦਿਨ ਬੈਠੇ ਰਹਿਣੇ ਕੁਰਸੀ ਤੇ, ਫਿਰ ਉਹਦਾ ਨੁਕਸਾਨ ਹੀ ਕਰੇਗੀ। ਫਿਰ ਨੁਕਸਾਨ ਹੀ ਕਰੇਗੀ। ਤੁਸੀਂ ਦੇਖੋ ਹੁਣ ਸਾਡੇ ਬਜ਼ੁਰਗ ਸੀਗੇ ਜਿਹੜੇ ਹਨਾ ਉੱਥੇ ਖੇਤਾਂ ਵਿੱਚ ਕੰਮ ਕਰਦੇ ਹੁੰਦੇ ਸੀ ਤੇ ਉਹ ਬਹੁਤ ਹਾਰਡ ਵਰਕ ਕਰਦੇ ਸੀ। ਸੋ ਉਹ ਦੁੱਧ ਵੀ ਖਾਂਦੇ ਸੀ, ਘੀ ਵੀ ਚੰਗਾ ਖਾਂਦੇ ਸੀ, ਮਿੱਠਾ ਵੀ ਖਾ ਜਾਂਦੇ, ਸਭ ਕੁਝ ਖਾਂਦੇ ਸੀ, ਪਰ ਉਹਨਾਂ ਨੂੰ ਪਚ ਜਾਂਦਾ ਸੀ ਕਿਉਂਕਿ ਹਾਰਡ ਵਰਕ ਕਰਦੇ ਸੀ। ਹਾਂਜੀ, ਤੇ ਹੁਣ ਅਸੀਂ ਤਾਂ ਕੁਰਸੀਆਂ ਤੇ ਸਾਰਾ ਦਿਨ ਬੈਠੇ ਰਹਿੰਦੇ ਆ, ਉਦਾਂ ਦੀ ਖੁਰਾਕ ਹੁਣ ਸਾਨੂੰ ਕਿੱਦਾਂ ਹਜਮ ਹੋ ਜਾਊਗੀ? ਮੈਂ ਇੱਕ ਦਫਾ ਨੰਬਰ ਰਿਪੀਟ ਕਰਦਾ 0121 551 1001 ਤੇ ਕਾਲ ਕਰੋ ਪਲੀਜ਼। ਲਾਣਾ ਕਾਫੀ ਬਿਜ਼ੀ ਨੇ, ਸ਼ੋਅ 'ਚ ਗੱਲ ਕਰਨੀ ਹੈ ਤੇ ਸ਼ੋਅ ਦੇ ਦਰਮਿਆਨ ਗੱਲ ਕਰੋ। ਸਾਡੇ ਪਾਸ ਤਕਰੀਬਨ 25 ਮਿੰਟ ਹੋ ਰਹਿ ਗਏ ਨੇ, ਤੁਸੀਂ ਕਾਲ ਕਰ ਸਕਦੇ ਹੋ, ਅਦਰਵਾਈਜ਼ ਤੁਸੀਂ ਆਪਣਾ ਨੰਬਰ ਛੱਡ ਦਿਓ। ਮੈਂ ਥੋੜੀ ਉਹਦੀ ਜਿਹੜੀ ਪਿੱਛੇ ਪਿਕਚਰ ਜੀ ਮੈਂ ਕਰਦਾ ਡਾਕਟਰ, ਜਦੋਂ ਵੀ ਤੁਸੀਂ ਘਰ ਦੇ ਵਿੱਚ ਕੋਈ ਫੋਟੋ ਲਗਾਉਂਦੇ ਹੋ ਕਿਸੇ ਵੀ ਤਰ੍ਹਾਂ ਦੀ, ਆਪਣੀ ਕਿਚਨ 'ਚ ਤੁਸੀਂ ਫਰੂਟ ਦੇ ਲਗਾਉਂਦੇ ਹੋ, ਤੁਸੀਂ ਕਿਤੇ ਜਗ੍ਹਾ ਤੇ ਬੱਚੇ ਹੱਸਦੇ ਦੀ ਲਗਾਉਂਦੇ ਹੋ, ਇੱਕ ਦੂਜੇ ਦੇ ਤੁਸੀਂ ਘਰ ਜਾਂਦੇ ਹੋ ਉਹਨਾਂ ਨੂੰ ਫੁੱਲ ਦਿੰਦੇ ਹੋ, ਪਰ ਜੀ ਉਹ ਸਿਰਫ ਤੁਸੀਂ ਨਾ ਅੱਛੀਆਂ ਚੀਜ਼ਾਂ ਦੇਖ ਕੇ ਤੁਸੀਂ ਆਪਣੇ ਦਿਲ ਨੂੰ ਖੁਸ਼ ਕਰਦੇ ਹੋ। ਹਾਂਜੀ ਹਾਂਜੀ, ਤੁਸੀਂ ਅੱਛੀਆਂ ਚੀਜ਼ਾਂ ਦੇਖਦੇ ਹੋ ਨਾ ਤੇ ਉਹਦੇ ਨਾਲ ਉਹ ਫਾਇਦਾ ਬੇਸ਼ੱਕ ਕੁਝ ਨਾ ਹੋਵੇ ਉਹਦਾ, ਲੇਕਿਨ ਬਿਕੋਜ਼ ਯੂ ਸੇ ਨਾਈਸ ਥਿੰਗ ਇਨ ਯੂਰ ਲਾਈਫ, ਥੋੜੀ ਸੋਚ ਅੱਛੀ ਹੋ ਜਾਂਦੀ ਹੈ। ਹੁਣ ਜੇ ਇਹਦੇ ਪਿੱਛੇ ਕੋਈ ਖਰਾਬ ਜਿਹਾ ਸੀਨ ਲਗਾਤਾ ਜਾਵੇ, ਹਸਪੀਟਲ ਦਾ ਲਗਾਇਆ ਜਾਵੇ, ਬਿਮਾਰਾਂ ਬੰਦਿਆਂ ਦਾ ਲਗਾਇਆ ਜਾਵੇ, ਉਹ ਤੇ ਬੰਦਾ ਦੇਖ ਕੇ ਡਿਪਰੈਸ ਹੋ ਜਾਏਗਾ। ਨਹੀਂ ਸਹੀ ਗੱਲ ਹੈ, ਬਹੁਤ ਇਫੈਕਟ ਪੈਂਦਾ ਹੈ, ਬਿਲਕੁਲ ਪੈਂਦਾ ਹੈ। ਹਾਂਜੀ ਦੈਟਸ ਰਾਈਟ। ਤੁਸੀਂ ਬਾਹਰ ਨੇਚਰ 'ਚ ਜਾਓ ਹਨਾ, ਤੁਸੀਂ ਉੱਥੇ ਦਰਖਤ ਆ, ਫੁੱਲ ਆ, ਪਾਰਕ ਆ, ਘਾਹ ਆ, ਤੁਸੀਂ ਬੜਾ ਵਧੀਆ ਫੀਲ ਕਰਦੇ ਆ। ਭਾਜੀ what you see, what you eat matters a lot to the body. It does. ਕੱਲਾ ਖਾਣ ਨਹੀਂ, ਦੇਖਣ ਨਾਲ ਵੀ ਜਿਸਮ ਨੂੰ ਬੜਾ ਫਰਕ ਪੈਂਦਾ ਹੈ, ਬਹੁਤ ਫਰਕ ਹੈ, ਸੋਚ ਵਿੱਚ ਫਰਕ ਪੈਂਦਾ ਹੈ। ਇਸ ਕਰਕੇ ਕੋਸ਼ਿਸ਼ ਹੁੰਦੀ ਹੈ ਤਾਂ ਕਿ ਅੱਛੀ ਚੀਜ਼ਾਂ ਡਿਸਪਲੇ ਕੀਤੀ ਜਾਵੇ, ਬੰਦਾ ਦੇਖ ਕੇ ਉਹਦਾ ਦਿਲ ਕਰਦਾ ਕਿ ਮੈਂ ਚਲੋ ਇਹ ਫਰੂਟ ਖਾਵਾਂ ਬੈਠ ਕੇ, ਹੁਣ ਭੁੱਖ ਲੱਗ ਜਾਂਦੀ ਹੈ ਦੇਖ ਕੇ। ਡੈਫੀਨਿਟਲੀ ਇਹ ਸਾਰੀਆਂ ਚੀਜ਼ਾਂ ਸਾਨੂੰ ਇਫੈਕਟ ਕਰਦੀਆਂ, ਸੰਗਤ ਵੀ ਇਫੈਕਟ ਕਰਦੀ ਆ। ਹਾਂਜੀ, ਜਿੱਦਾਂ ਦੀ ਤੁਸੀਂ ਗਾਣੇ ਸੁਣਦੇ ਉਹ ਵੀ ਇਫੈਕਟ ਕਰਦੇ ਆ। ਹਰੇਕ ਚੀਜ਼ ਦਾ ਸਾਡੇ ਸਰੀਰ ਤੇ ਔਰ ਮਾਈਂਡ ਤੇ ਇਫੈਕਟ ਪੈਂਦਾ ਹੈ ਜੀ।
ਬਿਲਕੁਲ ਜੀ ਡਾਕਟਰ ਸਾਹਿਬ ਹੁਣ ਤੁਸੀਂ ਇਦਾਂ ਦਾ ਦੱਸੋ ਹੋਰ ਬਾਕੀ ਡਾਈਟ ਵਗੈਰਾ ਹਾਂਜੀ nutrition ਠੀਕ ਵਗੈਰਾ। ਆ। ਸੋ ਕਾਫੀ ਪੁੱਛਦੇ ਰਹਿੰਦੇ ਆ ਵੀ ਸਾਨੂੰ ਘੇ ਖਾਣਾ ਚਾਹੀਦਾ ਕਿ ਨਹੀਂ ਖਾਣਾ ਚਾਹੀਦਾ। ਹਾਂਜੀ ਸੋ ਮੇਰਾ ਪਰਸਨਲ ਵਿਊ ਹੈਗਾ ਵੀ ਜਿਹੜਾ ਘੇ ਆ ਉਹ ਇੱਕ ਫੈਟ ਆ ਤੇ ਸਾਡੇ ਸਰੀਰ ਨੂੰ ਫੈਟ ਵੀ ਚਾਹੀਦਾ, ਪ੍ਰੋਟੀਨ ਵੀ ਚਾਹੀਦਾ, ਕਾਰਬੋਹਾਈਡਰੇਟਸ ਸਾਰੀਆਂ ਚੀਜ਼ਾਂ ਚਾਹੀਦੀਆਂ, ਵਿਟਾਮਿਨਸ ਮਿਨਰਲਸ। ਹਾਂਜੀ ਸੋ ਥੋੜਾ ਜਿਹਾ ਤੁਸੀਂ ਘੇ ਜੇ ਖਾਂਦੇ ਆ ਤਾਂ ਉਹ 'ਚ ਕੋਈ ਪ੍ਰੋਬਲਮ ਨਹੀਂ ਹੈਗਾ, ਕੋਈ ਨੁਕਸਾਨ ਨਹੀਂ ਖਾਣਾ ਚਾਹੀਦਾ, ਫਾਇਦੇਮੰਦ ਆ। ਜੇ ਤੁਸੀਂ ਅੱਧੀ ਚਾਕੀ ਬਟਰ ਦੀ ਰੋਜ਼ ਖਾਣੀ ਆ ਉਹ ਫਿਰ ਨੁਕਸਾਨ ਹੈ ਕਿਉਂਕਿ ਤੂੰ ਓਵਰਡੂ ਕਰ ਰਹੇ ਜ਼ਿਆਦਾ। ਬਹੁਤ ਅੱਛੀ ਗੱਲ। ਮੈਂ ਜ਼ਰਾ ਗੱਲ ਕਰਦੇ ਹਾਂ ਤੇ ਮੈਂ ਪਹਿਲੇ ਕਾਲ ਲੈ ਲਿਆ। ਹੈਲੋ ਜੀ, ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਭੈਣ ਜੀ ਸਵਾਗਤ ਕਰਦੇ ਹਾਂ। ਕਿੱਥੋਂ ਬੋਲ ਰਹੇ ਹੋ, ਕੌਣ ਬੋਲ ਰਹੇ ਹੋ? ਅਸੀਂ ਬਿਸਬਰਮ ਤੋਂ ਬੋਲਦੇ, ਮੈਂ ਰੇਸ਼ਮ ਕੌਰ ਹਾਂ ਤੇ ਮੈਂ ਪੁੱਛਣਾ ਸੀਗਾ, ਮੇਰਾ ਦੋਤਰਾ ਆ ਤੇ ਉਹ ਹੈਗਾ 30 ਸਾਲਾਂ ਦਾ ਆ, ਉਹਦੇ ਸਾਰੇ ਵਾਲ ਝੜ ਗਏ ਆ, ਜਿੱਦਾਂ ਪਿੱਛੋਂ ਸਰਾਣੇ ਤੇ ਵੀ ਵਾਲ ਪਏ ਹੁੰਦੇ ਆ ਤੇ ਥੋੜਾ ਜਿਹਾ ਮੋਟਾਪਾ ਉਹਨੂੰ ਆਉਂਦਾ ਆ। ਹਾਂਜੀ ਭੈਣ ਜੀ ਤੇ ਉਹ ਪਤਾ ਨਹੀਂ ਕੀ ਗੱਲ ਆ, ਜਿੱਦਾਂ ਵੀ ਵਾਲ ਕਾਟੋਂ ਝੜ ਗਏ ਤੇ ਮੋਟਾਪਾ ਜਿੱਦਾਂ ਵੀ ਉਹਦਾ ਥਾਈਰੋਇਡ ਸਲੋ ਚੱਲਦਾ ਹੋਊਗਾ। ਹਾਂਜੀ ਭੈਣ ਜੀ ਤੇ ਹੋਰ ਕੋਈ ਬਿਮਾਰੀ ਤਾਂ ਨਹੀਂ ਉਹਨੂੰ ਜੀ? ਹੋਰ ਆਇਰਨ ਦੀ ਘਾਟ ਆ ਹੋਰ ਤਾਂ। ਹਾਂਜੀ ਸੋ ਇਹ ਵਜ੍ਹਾ ਹੈਗੀ ਆ, ਦੇਖੋ ਜਦੋਂ ਵਾਲ ਝੜਦੇ ਆ ਜਾਂ ਥਾਈਰੋਇਡ ਕਮ ਹੋ ਜਾਂਦਾ ਆ ਜਾਂ ਉਹਨਾਂ ਆਇਰਨ ਦੀ ਘਾਟ ਵੀ ਨਾਲ ਵੀ ਹੋ ਜਾਂਦਾ ਆ ਜਾਂ ਕੋਈ ਸਟ੍ਰੈਸ ਨਾਲ ਵੀ ਹੋ ਜਾਂਦਾ ਆ ਤੇ ਇੱਕ ਹੈਗਾ ਜੈਨੇਟਿਕ। ਹਾਂਜੀ ਵਿਆਹਿਆ ਨਹੀਂਗਾ ਉਹਦਾ। ਅੱਛਾ ਫਿਰ ਉਹ ਹੋ ਸਕਦਾ ਉਹਦੀ ਵੀ ਨਹੀਂ, ਸਟ੍ਰੈਸ ਉਹ ਤੋਂ ਬਿਨਾਂ ਵੀ ਕੋਈ ਸਟ੍ਰੈਸ ਹੋ ਸਕਦਾ ਹੈ। ਹਾਂ ਉਹ ਵੀ ਸਟ੍ਰੈਸ ਹੋ ਸਕਦੀ ਵੀ ਮੇਰਾ ਵਿਆਹ ਨਹੀਂ ਹੋਇਆ ਹਲੇ, ਉਹ ਵੀ ਸਟ੍ਰੈਸ ਹੋ ਸਕਦੀ ਹੈ। ਹਾਂ ਹਾਂਜੀ ਤੋ ਇੱਕ ਜੈਨੇਟਿਕ ਫੈਕਟਰ ਹੁੰਦਾ ਮੇਲ ਪੈਟਰਨ ਬਾਲਨੈਸ। ਇਹਦਾ ਮਤਲਬ ਹੈ ਤੁਹਾਡੇ ਬਜ਼ੁਰਗਾਂ ਦੇ ਵੀ ਗੰਜਪਨ ਸੀਗਾ ਤੇ ਉਹ ਫਿਰ ਟ੍ਰਾਂਸਮਿਟ ਹੁੰਦਾ ਰਹਿੰਦਾ ਹੈ। ਹਾਂਜੀ ਸੋ ਤੁਸੀਂ ਇਹ ਸੋਚ ਲਿਓ ਤੇ ਜੇ ਉਹਨੇ ਇਲਾਜ ਕਰਾਉਣਾ ਹੋਏ ਸਾਨੂੰ ਜ਼ਰੂਰ ਕੰਟੈਕਟ ਕਰਿਓ। ਅੱਛਾ ਜੀ ਤੇ ਇੱਕ ਆ ਬਈ ਉਹ ਦੁੱਧ ਦੀ ਚੀਜ਼ ਨਹੀਂ ਕੋਈ ਵੀ ਖਾ ਸਕਦਾ, ਉਹਦੇ ਕਾਜ ਦੇ ਵਿੱਚ ਹੈ ਨਾ ਪਤਾ ਨਹੀਂ ਉਹਨੂੰ ਸੁੱਜ ਜਾਂਦਾ ਜਾਂ ਕੀ ਇਦਾਂ ਦਾ ਕੁਝ ਹੁੰਦਾ ਹੈ। ਹਾਂਜੀ ਭੈਣ ਜੀ ਉਹ ਅਲਰਜਿਕ ਆ, ਦੁੱਧ ਦੇ ਪ੍ਰੋਟੀਨ ਤੋਂ ਅਲਰਜਿਕ ਆ ਤੇ ਇਹ ਸਾਰੀਆਂ ਗੱਲਾਂ ਫਿਰ ਅਸੀਂ ਤੁਹਾਨੂੰ ਸਮਝਾਵਾਂਗੇ ਜੇ ਤੁਸੀਂ ਫੋਨ ਤੇ। ਭੈਣ ਜੀ ਥੈਂਕ ਯੂ ਕਾਲ ਕਰਨ ਦਾ। ਤੁਸੀਂ ਮੇਕ ਸ਼ੋਰ ਤੁਸੀਂ ਪ੍ਰੋਗਰਾਮ ਦੇਖੋ, ਥੋੜੇ 20 ਮਿੰਟ ਹੋ ਜਾਂਦੇ ਨੇ, ਕੁਛ ਨਾ ਕੁਛ ਉੱਥੋਂ ਵੀ ਆਪਾਂ ਨੂੰ ਪਤਾ ਲੱਗੇਗਾ। ਆਪਾਂ ਦੁੱਧ ਦੀ ਵੀ ਗੱਲ ਕਰਦੇ ਸੀਗੇ। ਥੈਂਕ ਯੂ ਭੈਣ ਜੀ, ਸਤਿ ਸ਼੍ਰੀ ਅਕਾਲ। ਡਾਕਟਰ ਸਾਹਿਬ ਜਿਹੜੀ ਤੁਸੀਂ ਗੱਲ ਕੀਤੀ ਹੈ ਵਾਲ ਝੜਨ ਦੀ ਕਾਫੀ ਰੀਜ਼ਨ ਹੁੰਦਾ, ਡਾਈਟ ਹੁੰਦੀ ਹੈ, ਸਟ੍ਰੈਸ ਹੁੰਦੀ ਹੈ ਬਹੁਤ ਇੰਪੋਰਟੈਂਟ, ਬਾਕੀ ਉਹਦੇ ਚ ਕਮੀ ਆ ਰਹੀ ਵਗੈਰਾ ਜਾਂ ਕਿਸੇ ਵੀ ਚੀਜ਼ ਦੀ। ਜਿਹੜਾ ਤੁਸੀਂ ਜੈਨੇਟਿਕ ਕਿਹਾ ਤੁਸੀਂ ਇਹ ਤੇ ਖਾਨਦਾਨ ਚ ਚੱਲਦੀ ਆ ਰਹੀ ਹੈ, ਇਹਨੂੰ ਸਟਾਪ ਕਿੱਦਾਂ ਲੱਗ ਸਕਦਾ? ਇਹਨੂੰ ਭਾਜੀ ਸਟਾਪ ਨਹੀਂ ਕਰ ਸਕਦੇ ਕਿ ਇਹ ਜੈਨੇਟਿਕ ਆ। ਹਾਂਜੀ ਤੇ ਇਹ ਜਿਹੜੇ ਜੀਨਸ ਆ ਤੁਹਾਡੇ ਉਹ ਬਦਲੇ ਨਹੀਂ ਸਕਦੇ। ਰੀਅਲੀ? ਹਾਂਜੀ ਇਹਦਾ ਮਤਲਬ ਬਜ਼ੁਰਗਾਂ ਨੂੰ ਬਲੇਮ ਕਰੋ ਤੁਸੀਂ? ਉਹਨਾਂ ਨੂੰ ਬਲੇਮ ਕਰੋ ਜੀ, ਬਜ਼ੁਰਗਾਂ ਨੂੰ। ਹਾਂਜੀ ਉਹਨਾਂ ਦਾ ਵੀ ਨਹੀਂ ਬਲੇਮ ਕਰੋ, ਉਹਨਾਂ ਤੋਂ ਵੀ ਪਹਿਲਾਂ ਪਤਾ ਨਹੀਂ ਕਿਹਨੂੰ ਸੀ। ਪਰ ਭਾਜੀ ਕਿੱਥੋਂ ਤੋਂ ਸ਼ੁਰੂ ਉਹਨਾਂ ਨੂੰ ਹੁੰਦੀ ਕਿ ਉਹ ਜੈਨੇਟਿਕ, ਅਸੀਂ ਕਿਉਂ ਬਲੇਮ ਪਾ ਦਿੰਦੇ ਜੈਨੇਟਿਕ ਹੈਗੀ ਹੈ? ਨਹੀਂ ਹੈਗੀ ਕੋਈ ਇਦਾਂ ਦੀਆਂ ਚੀਜ਼ਾਂ ਜਿਹੜੀ ਜੈਨੇਟਿਕ ਆ ਤੇ ਜਿੱਦਾਂ ਹੋਰ ਕਈ ਬਿਮਾਰੀਆਂ ਹੈਗੀਆਂ ਜੈਨੇਟਿਕ, ਰੇਅਰ ਡਿਜ਼ੀਜ਼ ਹੁੰਦੀਆਂ ਕਈ। ਹਾਂਜੀ ਬਲੱਡ ਦੀਆਂ ਕੋਈ ਡਿਜ਼ੀਜ਼ ਹੁੰਦੀਆਂ ਜਿੱਦਾਂ ਸਿਕਲ ਸੈਲ ਐਨੀਮੀਆ ਆ ਤੇ ਉਹਨਾਂ ਦੇ ਬਲੱਡ ਸੈੱਲ ਬਹੁਤ ਛੋਟੇ ਹੁੰਦੇ ਆ, ਆਕਸੀਜਨ ਵਾਲਾ ਕੈਰੀ ਨਹੀਂ ਕਰ ਸਕਦੇ ਉਹ ਜ਼ਿਆਦਾ ਕਾਲਿਆਂ 'ਚ ਇਹ ਬਿਮਾਰੀ ਹੁੰਦੀ ਹੈ ਸਿਕਲ ਸੈਲ ਐਨੀਮੀਆ। ਸੋ ਹੈਗੀ ਜੈਨੇਟਿਕ। ਇਦਾਂ ਭਾਜੀ ਜਦੋਂ ਕੋਈ ਵੀ ਕਮਿਊਨਿਟੀ ਹੈਗੀ ਹੈ ਨਾ ਤੇ ਉਹਦੇ ਵਿੱਚ ਸਾਰੇ ਜੈਨੇਟਿਕ ਜਿਹੜੇ ਸੇਮ ਨਹੀਂ ਹੁੰਦੇ। ਹਾਂਜੀ ਡਾਈਵਰਸ ਹੁੰਦੇ ਜੈਨੇਟਿਕ। ਕਈ ਵਾਰੀ ਉਹ ਜੈਨੇਟਿਕ ਮਿਊਟੇਸ਼ਨ ਹੋ ਜਾਂਦੀ, ਜੀਨਸ ਜਿਹੜੇ ਉਹ ਬਦਲ ਜਾਂਦੇ ਆ। ਹਾਂਜੀ ਸੋ ਸਾਰਿਆਂ ਦੇ ਅਲੱਗ-ਅਲੱਗ ਜੀਨਸ ਹੁੰਦੇ ਆ। ਸੋ ਕਿਸੇ ਦਾ ਹੁੰਦਾ ਹੈ ਵੀ ਉਹਦਾ ਚਿਹਰਾ ਇਦਾਂ ਦਾ ਹੋਣਾ ਆ, ਹਾਂਜੀ ਜਾਂ ਉਹਦੀਆਂ ਅੱਖਾਂ ਦਾ ਕਲਰ ਇਦਾਂ ਦਾ ਹੋਣਾ ਆ, ਇਹ ਸਾਰੇ ਜੈਨੇਟਿਕਸ ਆ। ਉਹ ਵੇਰੀਏਸ਼ਨ ਹੋ ਜਾਂਦੀ ਸਾਰੀ ਕਮਿਊਨਿਟੀ ਵਿੱਚ। ਸੋ ਇੱਕ ਸੇਮ ਨਹੀਂ ਹੁੰਦੇ ਸਾਰੇ ਜਾਨੀ ਕਿ। ਪਰ ਇੱਕ ਗੱਲ ਬੜੀ ਇੰਪੋਰਟੈਂਟ ਹੈ, ਜਿਹੜੇ ਮੇਨ ਕਾਜ਼ ਵੀ ਹੋ ਸਕਦਾ ਜਿਹੜੀ ਸਟ੍ਰੈਸ ਹੁੰਦੀ ਹੈ। ਭਾਜੀ ਸਟ੍ਰੈਸ ਨਾਲ ਤੇ ਪਹਿਲੇ ਇਕੱਲੇ ਵਾਲ ਨਹੀਂ, ਉਹਦੇ ਨਾਲ ਹੋਰ ਵੀ ਬੜੇ ਨੁਕਸਾਨ ਹੈਗੇ ਨੇ। ਹਾਂਜੀ ਉਹਦੇ ਨਾਲ ਤੁਹਾਡਾ ਬਲੱਡ ਪ੍ਰੈਸ਼ਰ ਅਪ ਹੋ ਜਾਂਦਾ ਆ, ਨੀਂਦ ਨਹੀਂ ਆਉਂਦੀ ਹੈਗੀ, ਹਾਂਜੀ ਟਾਇਰਡਨੈਸ ਰਹਿੰਦੀ ਆ, ਹੋਰ ਕਈ ਚੀਜ਼ਾਂ ਹੋ ਜਾਂਦੀਆਂ। ਸਟ੍ਰੈਸ ਇਜ਼ ਅ ਵੈਰੀ ਕਾਮਨ ਫੈਕਟਰ। ਹਾਂਜੀ ਇੱਥੋਂ ਜਿੱਥੋਂ ਬਹੁਤ ਬਿਮਾਰੀ ਸ਼ੁਰੂ ਹੁੰਦੀ ਹੈ ਸਟ੍ਰੈਸ ਨਾਲ ਭਾਜੀ। ਇੱਕ ਤਾਂ ਜਿਹੜੇ ਵਾਲ ਉੱਤਰਦੇ ਉਹ ਵੀ ਸਟ੍ਰੈਸ ਹੋ ਗਏ ਨਾ, ਉਹ ਐਕਸਟਰਾ ਸਟ੍ਰੈਸ ਹੋ ਗਿਆ। ਆਪਾਂ ਕਾਲ ਲੈ ਲਈਏ। ਹੈਲੋ ਜੀ, ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਭਾਜੀ ਕਿੱਥੋਂ ਬੋਲ ਰਹੇ ਹੋ? ਤੁਹਾਡਾ ਨਾਮ ਕੀ ਹੈ? ਮੇਰਾ ਨਾਮ ਹੈ ਸੀਤਲ ਸਿੰਘ। ਹਾਂਜੀ ਤੇ ਸੋਲਤਾਲ ਤੋਂ ਬੋਲਦੇ ਹਾਂ ਭਾਜੀ। ਸਵਾਗਤ ਕਰਦੇ ਆ। ਡਾਕਟਰ ਸਾਹਿਬ ਤੁਹਾਡੀ ਗੱਲ ਸੁਣ ਰਹੇ ਆ, ਤੁਸੀਂ ਸਿੱਧੀ ਉਹਨਾਂ ਦੇ ਨਾਲ ਗੱਲ ਕਰੋ ਹੁਣ। ਹਾਂਜੀ ਬੋਲੋ, ਪੁੱਛੋ ਜੀ, ਸੁਣ ਰਹੇ ਡਾਕਟਰ ਸਾਹਿਬ। ਹਾਂਜੀ ਮੈਂ ਪੁੱਛਣਾ ਸੀ, ਮੈਨੂੰ ਕਬਜ਼ ਬਹੁਤ ਰਹਿੰਦੀ ਹੈ, ਕਬਜ਼ ਬਾਰੇ ਪੁੱਛਣਾ ਸੀ। ਹਾਂਜੀ ਭਾਜੀ ਸੋ ਕਬਜ਼ ਤੁਹਾਡੀ ਡਾਈਟ ਸਹੀ ਹੈ ਜੀ ਜਾ ਕੇ ਪ੍ਰੋਸੈਸਡ ਫੂਡ ਜ਼ਿਆਦਾ ਖਾਂਦੇ ਤੁਸੀਂ, ਚਿੱਟਾ ਆਟਾ ਜ਼ਿਆਦਾ ਖਾਂਦੇ? ਬਸ ਨਾਰਮਲ ਜਿਹਾ ਖਾਈਦਾ। ਅੱਛਾ ਜੀ
ਤੁਸੀਂ ਭਾਜੀ ਫਰੂਟ ਜ਼ਿਆਦਾ ਖਾਇਆ ਕਰੋ, ਪਾਣੀ ਜ਼ਿਆਦਾ ਪੀਓ ਕਰੋ, 1.5 ਲੀਟਰ 2 ਲੀਟਰ ਪਾਣੀ ਰੋਜ਼ ਪੀਓ, ਠੀਕ ਹੈ। ਫਾਈਬਰ ਹਰੀਆਂ ਚੀਜ਼ਾਂ ਜ਼ਿਆਦਾ ਖਾਓ, ਤੇ ਬਾਕੀ ਜਿਹੜੀ ਤੁਹਾਨੂੰ ਦਵਾਈ ਚਾਹੀਦੀ ਹੋਈ ਉਹ ਫਿਰ ਅਸੀਂ ਤੁਹਾਨੂੰ ਫੋਨ ਤੇ ਦੱਸ ਸਕਦੇ ਹਾਂ, ਠੀਕ ਹੈ ਜੀ। ਥੈਂਕ ਯੂ ਭਾਜੀ ਤੁਹਾਡੇ ਕਾਲ ਕਰਨ ਦਾ, ਥੈਂਕ ਯੂ, ਬਹੁਤ ਮਿਹਰਬਾਨੀ। ਤੁਸੀਂ ਪ੍ਰੋਗਰਾਮ ਦੇਖੋ। ਡਾਕਟਰ ਸਾਹਿਬ, ਲੋਕਾਂ ਨੂੰ ਨਾ ਇੱਕ ਗੱਲ, ਸੌਰੀ ਮੈਂ ਸਬਜੈਕਟ ਥੋੜਾ ਚੇਂਜ ਨਹੀਂ ਕਰਦਾ ਕਿਉਂਕਿ ਕਈ ਦਫਾ ਗੱਲ ਕਿਤੋਂ ਨਿਕਲ ਜਾਂਦੀ, ਪਰ ਫਿਰ ਵੀ ਬੜੇ ਇਨਫੋਰਮੇਟਿਵ ਐਜੂਕੇਸ਼ਨਲ ਗੱਲ ਹੈਗੀ ਆ। ਲੋਕਾਂ ਨੂੰ ਨਾ ਕਬਜ਼ ਬੜੀ ਰਹਿੰਦੀ ਹੈ ਇਸ ਕੰਟਰੀ ਦੇ ਵਿੱਚ। ਹੁਣ ਇੱਕ ਚੀਜ਼ ਤੁਸੀਂ ਮੈਨੂੰ ਸਮਝਾਓ, ਕਈ ਲੋਕਾਂ ਨੂੰ 2 ਦਿਨ ਬਾਅਦ ਜਾਂਦੇ ਨੇ ਔਰ ਉਹਨਾਂ ਨੂੰ ਲੱਗਦਾ ਕੁਆਇਟ ਨਾਰਮਲ ਆ। ਹਾਂਜੀ ਠੀਕ ਹੈ ਭਾਜੀ। ਕਈ ਏਦਾਂ ਮੈਂ ਗੋਰੇ ਵੀ ਦੇਖੇ ਆ, ਉਹ 7 ਦਿਨ ਬਾਅਦ ਜਾਂਦੇ ਆ Oh my ਤੇ ਉਹਨਾਂ ਨੂੰ ਨਾਰਮਲ ਲੱਗਦਾ ਆ, ਪਰ ਇਹ ਬਿਲਕੁਲ ਨਾਰਮਲ ਨਹੀਂ ਹੈਗਾ। 24 ਘੰਟੇ 'ਚ ਇੱਕ ਵਾਰੀ ਜ਼ਰੂਰ ਐਟਲੀਸਟ ਜਾਣਾ ਚਾਹੀਦਾ, ਘੱਟੋ ਘੱਟ। ਜੇ ਤੁਸੀਂ 2 or 3 ਟਾਈਮਸ ਜਾਂਦੇ ਆ 24 ਘੰਟੇ 'ਚ, ਪਰ ਉਹ ਸਟੂਲ ਜਿਹੜਾ ਨਾਰਮਲ ਹੈ, ਟਾਇਲਟ ਨਾਰਮਲ ਆਉਂਦੀ ਆ, ਉਹ ਕੋਈ ਪ੍ਰੋਬਲਮ ਨਹੀਂ ਹੈਗਾ, ਕੋਈ ਪ੍ਰੋਬਲਮ ਨਹੀਂ ਹੈਗਾ। ਹਾਂਜੀ, ਜੇ ਲੂਜ਼ ਸਟੂਲ ਹੁੰਦਾ ਫਿਰ ਉਹ ਪ੍ਰੋਬਲਮ ਆ। ਹਾਂਜੀ, ਪਰ ਕਨਸਟੀਪੇਸ਼ਨ ਬਹੁਤ ਕਾਮਨ ਹੈ ਇਸ ਮੁਲਕ ਵਿੱਚ, ਮੇਨਲੀ ਡਾਈਟ ਕਰਕੇ, ਲਾਈਫ ਸਟਾਈਲ ਕਰਕੇ। ਹਾਂਜੀ, ਤੇ ਬਾਕੀ ਪਾਣੀ ਘੱਟ ਪੀਂਦੇ ਲੋਕੀ। ਹਾਂਜੀ, ਐਟਲੀਸਟ 1.5 ਲੀਟਰ 2 ਲੀਟਰ ਪਾਣੀ ਦਾ ਰੋਜ਼ ਚਾਹੀਦਾ ਆ, ਕਿਉਂਕਿ ਡੀਹਾਈਡਰੇਸ਼ਨ ਹੋ ਜਾਂਦੀ ਅੰਦਰ। ਡੀਹਾਈਡਰੇਸ਼ਨ, ਹਾਂਜੀ ਹਾਂਜੀ, ਡੀਹਾਈਡਰੇਸ਼ਨ ਨਾਲ ਸੁੱਕ ਜਾਂਦਾ ਅੰਦਰ, ਕਨਸਟੀਪੇਸ਼ਨ ਪੈ ਜਾਂਦੀ ਹੈ। ਪਰ ਡਾਕਟਰ ਸਾਹਿਬ ਤੁਸੀਂ ਦੇਖੋ ਆਪਣਾ ਸਿਸਟਮ ਬੋਡੀ ਦਾ ਕੀ ਬਣਿਆ ਹੈਗਾ। ਤੁਹਾਨੂੰ ਕਨਸਟੀਪੇਸ਼ਨ ਹੋ ਗਈ ਹੈ, ਇੱਕ ਦੋ ਤੁਸੀਂ ਨਹੀਂ ਗਏ, ਤੁਸੀਂ ਖਾਣਾ ਨਹੀਂ ਛੱਡਦੇ, ਦੁਪਹਿਰੇ ਵੀ ਖਾ ਲਿਆ, ਰਾਤ ਨੂੰ ਵੀ ਖਾ ਲਿਆ, ਦੂਜੇ ਦਿਨ ਵੀ ਖਾ ਲਿਆ, ਫਿਰ ਦੁਪਹਿਰੇ ਖਾ ਲਿਆ, ਉਹਦੇ ਅੰਦਰ ਕਿੰਨਾ ਨੁਕਸਾਨ, ਕਿੰਨਾ ਉਹਦਾ ਜਰਮ ਹੀ ਬਣਦੇ ਨੇ, ਉਹਦਾ ਤਾਂ ਨੁਕਸਾਨ ਹੀ ਨੁਕਸਾਨ ਉਹਦਾ। ਹਾਂਜੀ, ਦੇਖੋ ਵੇਸਟ ਪ੍ਰੋਡਕਟ ਹੁੰਦੇ ਸਾਰੇ, ਵੇਸਟ। ਹਾਂਜੀ, ਉਹ ਫਿਰ ਇਦਾਂ ਵੀ ਜਦੋਂ ਤੁਹਾਡੀ ਅੰਦਰਾਂ ਵਿੱਚ ਪਏ ਰਹਿੰਦੇ ਆ, ਉਹ ਫਿਰ ਤੁਹਾਡਾ ਰੀਐਬਸੌਰਪਸ਼ਨ ਹੋਣ ਲੱਗ ਪੈਂਦੀ ਵੇਸਟ ਪ੍ਰੋਡਕਟਸ ਦੀ। ਉਹ ਵੇਸਟ ਪ੍ਰੋਡਕਟ ਦੇ ਟੌਕਸਿਨਸ ਆ, ਉਹ ਵਾਪਸ ਖੂਨ ਵਿੱਚ ਜਾਣ ਲੱਗ ਪੈਂਦੇ ਆ। ਉਹਦੇ ਨਾਲ ਫਿਰ ਤੁਹਾਨੂੰ ਟਾਇਰਡਨੈਸ ਰਹਿੰਦੀ ਆ, ਹਨਾ, ਤੁਸੀਂ ਹੋਰ ਕੋਈ ਬਿਮਾਰੀ ਸ਼ੁਰੂ ਹੋ ਜਾਂਦੀ ਆ, ਤੇ ਇਹਨੂੰ ਟੌਕਸੀਮੀਆ ਕਹਿੰਦੇ। ਪਰ ਇਹ ਬੜਾ ਇੰਪੋਰਟੈਂਟ ਆ, ਫਿਰ ਤੁਹਾਡੇ ਬਾਉਲਸ ਇੱਕ ਵਾਰੀ ਐਟਲੀਸਟ 24 ਘੰਟੇ ਚੱਲਣੇ ਚਾਹੀਦੇ ਆ। ਹਾਂਜੀ, ਪਰ ਹੈਗਾ ਇਸ ਮੁਲਕ ਵਿੱਚ ਬਹੁਤ ਕਾਮਨ ਪ੍ਰੋਬਲਮ ਹੈ। ਪਲੀਜ਼ ਇਹ ਚੀਜ਼ਾਂ ਦਾ ਖਿਆਲ ਰੱਖੋ, ਬਿਕੋਜ਼ ਇਟਸ ਨਾਟ ਨਾਰਮਲ ਕਿ ਤੁਸੀਂ 2 ਦਿਨਾਂ ਬਾਅਦ ਜਾਂਦੇ ਹੋ ਜਾਂ 3 ਦਿਨਾਂ ਬਾਅਦ ਜਾਂਦੇ ਹੋ। ਜਿਹਦਾ ਡਾਕਟਰ ਦੇ ਸਾਹਮਣੇ ਨਾ 24 ਘੰਟੇ ਚ ਘੱਟੋ ਘੱਟ ਜੇ 2 ਨਹੀਂ, ਇੱਕ ਦਫਾ ਤਾਂ ਬੰਦੇ ਨੂੰ ਇੱਕ ਦਫਾ ਤਾਂ ਜ਼ਰੂਰ ਆ, ਜ਼ਰੂਰ ਹੋਣਾ ਚਾਹੀਦਾ। ਕਈ ਪੇਨ ਕਿਲਰਸ ਖਾਂਦੇ ਜਿਹੜੇ ਹਨ, ਪੇਨ ਕਿਲਰਸ, ਉਹ ਕਨਸਟੀਪੇਸ਼ਨ ਕਰ ਦਿੰਦੇ, ਉਹਨਾਂ ਸਾਈਡ ਇਫੈਕਟ ਆ। ਦਵਾਈਆਂ ਨਾਲ ਕਾਫੀ ਹੁੰਦਾ ਹੈ, ਦਵਾਈਆਂ ਖੁਸ਼ਕ ਹੁੰਦੀਆਂ, ਇਹ ਖੁਸ਼ਕੀ ਕਰ ਦਿੰਦੀਆਂ ਅੰਦਰੋਂ, ਤੇ ਉਹਦੇ ਨਾਲ ਕਨਸਟੀਪੇਸ਼ਨ ਪੈ ਜਾਂਦੀ ਦਵਾਈਆਂ ਨਾਲ, ਕਈਆਂ ਨਾਲ। ਉਤੋਂ ਕਈ ਬਿਮਾਰੀਆਂ ਵੱਧ ਸਕਦੀਆਂ। ਹਾਂਜੀ, ਬਿਲਕੁਲ। ਪਲੀਜ਼ ਕਾਲ ਕਰੋ 0121551001। ਮੈਂ ਹਮੇਸ਼ਾ ਕਹਿੰਦਾ ਨਾ, ਤੁਸੀਂ ਸ਼ੋਅ ਦੇ ਦਰਮਿਆਨ ਕਾਲ ਕਰਕੇ ਡਾਕਟਰ ਸਾਹਿਬ ਗੱਲ ਕਰ ਸਕਦੇ ਹੋ। ਅਗਰ ਤੁਸੀਂ ਰਾਤ ਨੂੰ 10 ਵਜੇ ਤੱਕ ਕਾਲ ਕਰਨਾ ਜਾਂ ਕੱਲ ਕਰਨਾ ਹੈ, ਤੁਸੀਂ ਕਾਲ ਕਰ ਸਕਦੇ ਹੋ। ਤੁਹਾਡਾ ਨੰਬਰ ਡਾਕਟਰ ਸਾਹਿਬ ਨੂੰ ਦਿੱਤਾ ਜਾਏਗਾ। ਪਲੀਜ਼ ਕੀਪ ਕਾਲਿੰਗ, ਸਾਡਾ ਕਾਲ ਸੈਂਟਰ ਖੁੱਲ੍ਹਾ ਹੁੰਦਾ। ਤੁਹਾਡੇ ਕਾਫੀ ਲਾਈਨਾਂ ਹੈਗੀਆਂ, ਉਹ ਲਾਈਨਸ ਆਰ ਬਿਜ਼ੀ, ਕੀਪ ਕਾਲਿੰਗ ਐਂਡ ਤੁਹਾਡੇ ਪੱਕਾ ਮੈਸੇਜ ਡਾਕਟਰ ਤੱਕ ਪਹੁੰਚਾਇਆ ਜਾਏਗਾ। ਲੇਕਿਨ ਫਿਰ ਜੋ ਵੀ ਤੁਸੀਂ ਆਪਣਾ ਇਲਾਜ ਕਰਨਾ, ਪਲੀਜ਼ ਮੇਕ ਸ਼ੋਰ ਆਪਣੇ ਜੀਪੀ ਨੂੰ ਕੰਸਲਟ ਕਰਕੇ ਪੂਰਾ ਉਹਨਾਂ ਦਾ ਪੁੱਛ ਕੇ ਫਿਰ ਤੁਸੀਂ ਆਪਣੀ ਚੇਂਜ ਕਰਨਾ, ਜੋ ਵੀ ਲਾਈਫ ਸਟਾਈਲ ਕਰਨੀ ਹੈ। ਬਾਕੀ ਡਾਇਟ ਚੇਂਜ ਕਰਨਾ ਤਾਂ ਕੋਈ ਨੁਕਸਾਨ ਨਹੀਂ ਹੁੰਦਾ, ਉਹ ਤਾਂ ਤੁਸੀਂ ਆਪਣੇ ਫਾਇਦੇ ਲਈ, ਤੁਹਾਨੂੰ ਪਤਾ ਮੇਰੀ ਬੋਡੀ ਨੂੰ ਕੀ ਸੂਟ ਕਰਦਾ ਕੀ ਨਹੀਂ ਕਰਦਾ। ਹਾਂਜੀ, ਆਪਣੇ ਆਪ ਪਤਾ ਲੱਗ ਜਾਂਦਾ। ਥੋੜੇ ਜਿਹੇ ਖਿਆਲ ਰੱਖੋ। ਤੇ ਆਪਾਂ ਬਟਰ ਦੀ ਗੱਲ ਕਰ ਰਹੇ ਸੀ। ਬਟਰ ਦੀ ਗੱਲ ਕਰ ਹਾਂਜੀ, ਸੋ ਬਟਰ ਜੇ ਜ਼ਿਆਦਾ ਖਾਓਗੇ ਤਾਂ ਉਹਦਾ ਨੁਕਸਾਨ ਹੈ, ਉਹਨਾਂ ਤੋਂ ਬਲੱਡ ਪ੍ਰੈਸ਼ਰ ਵੱਧ ਜਾਊਗਾ। ਹਾਂਜੀ, ਤੇ ਹਾਰਟ ਡਿਜ਼ੀਜ਼ ਦੀ ਬਿਮਾਰੀ ਪੈਦਾ ਹੋ ਜੂਗੀ, ਕਿਡਨੀਜ਼ ਤੇ ਇਫੈਕਟ ਪਊਗਾ। ਤੇ ਤੁਸੀਂ ਜੇ ਖਾਣਾ ਹੈ ਤਾਂ ਉਹਨੂੰ ਬਟਰ ਨੂੰ ਤਾੜ ਕੇ ਰੱਖੋ, ਤੇ ਉਹਦਾ ਘੇ ਕੱਢ ਲਓ, ਤੇ ਘੇ ਥੋੜਾ ਜਿਹਾ ਵਰਤੋ ਰੋਜ਼, ਠੀਕ ਹੈ, ਉਹ ਬੈਟਰ ਹੈ ਤੁਹਾਡੇ ਲਈ। ਜੋ ਜੇ ਆਰਗੈਨਿਕ ਬਟਰ ਨੂੰ ਉਹ ਨਹੀਂ ਆਪਾਂ ਗਰਮ ਕਰਕੇ ਬਣਾ ਲੈਂਦੇ, ਕਿ ਉਹ ਵੀ ਠੀਕ ਹੈਗਾ? ਉਹ ਵੀ ਠੀਕ ਹੈ ਜੀ। ਆਪਾਂ ਕਾਲ ਲੈ ਲਈਏ ਫਿਰ ਗੱਲ ਕਰਦੇ। ਹੈਲੋ ਜੀ, ਸਤਿ ਸ਼੍ਰੀ ਅਕਾਲ। ਹੈਲੋ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਭਾਜੀ ਟੀਵੀ ਵੱਲ ਨਾ ਦੇਖੋ, ਮੇਰੇ ਵੱਲ ਦੇ ਇੱਧਰ ਦੇਖ ਕੇ ਗੱਲ ਕਰੋ। ਕਿੱਥੋਂ ਬੋਲਦੇ ਹੋ, ਤੁਹਾਡਾ ਨਾਮ ਕੀ ਹੈ? ਮੈਂ ਬਰਮਿੰਘਮ ਤੋਂ ਬੋਲਦੀ, ਮੇਰਾ ਨਾਮ ਤਰਵਿੰਦਰ ਕੌਰ ਹੈ। ਹਾਂਜੀ ਭੈਣ ਜੀ, ਸਵਾਗਤ ਕਰਦੇ ਹਾਂ। ਹੁਣ ਤੁਸੀਂ ਸਿੱਧੀ ਡਾਕਟਰ ਸਾਹਿਬ ਨਾਲ ਗੱਲ ਕਰੋ। ਡਾਕਟਰ ਰਾਜ ਸੁਣ ਰਹੇ ਨੇ ਤੁਹਾਡੀ ਗੱਲ, ਕੀ ਪੁੱਛਣਾ ਚਾਹੁੰਦੇ ਹੋ? ਹਾਂਜੀ, ਮੈਂ ਦੱਸਣਾ ਸੀਗਾ, ਮੈਨੂੰ ਹੈਗਾ ਫਾਈਬਰੋਮਾਈਲਜੀਆ, ਤੇ ਉਹਦੇ ਨਾਲ ਮੇਰੇ ਜਦੋਂ ਮੈਂ ਜਿੰਨੀ ਮਰਜ਼ੀ ਆਪਣੀ ਗਰਮੀ ਹੈ 29 ਵੀ ਸੀ, ਮੈਨੂੰ ਠੰਡ ਲੱਗਦੀ ਹੈ। ਮੈਂ ਬਾਹਰ ਵੀ ਦੇਖ ਮੇਰੀਆਂ ਮੋਲਾਂ ਦੀਆਂ ਨਾੜਾਂ ਖਿੱਚ ਹੁੰਦੀਆਂ, ਸਾਰੀ ਬੋਡੀ ਦੁਖਣ ਲੱਗ ਪੈਂਦੀ ਆ ਜਿੰਨੀ ਮਰਜ਼ੀ, ਮੈਨੂੰ ਠੰਡ ਬਹੁਤ ਲੱਗਦੀ ਹੈ। ਹਾਂਜੀ ਭੈਣ ਜੀ, ਸੋ ਇਹ ਫਾਈਬਰੋਮਾਈਲਜੀਆ ਇਦਾਂ ਵੀ ਤੁਹਾਡੇ ਜਿਹੜੇ ਮਸਲਸ ਆ ਹਨਾ, ਉਹਨਾਂ ਦੇ ਸਪੈਜ਼ਮ ਹੋ ਜਾਂਦਾ, ਜਾਣੀ ਕਿ ਉਹਨਾਂ ਦਾ ਗੁੱਛਾ ਜਿਹਾ ਬਣ ਜਾਂਦਾ ਆ। ਤੇ ਜਦੋਂ ਬਣਦਾ ਫਿਰ ਜਿਹੜੀ ਖੂਨ ਦੀਆਂ ਨਾੜੀਆਂ ਆ ਉਹ ਰਿਸਟ੍ਰਿਕਸ਼ਨ ਹੋ ਜਾਂਦੀ, ਪੂਰਾ ਖੂਨ ਲੰਘਦਾ ਨਹੀਂਗਾ। ਹਾਂਜੀ, ਸੋ ਜਦੋਂ ਨਾੜੀਆਂ 'ਚ ਖੂਨ ਨਹੀਂ ਲੰਘਦਾ ਤੇ ਤੁਹਾਨੂੰ ਫਿਰ ਠੰਡ ਲੱਗਦੀ ਆ, ਕਿਉਂਕਿ ਖੂਨ ਗਰਮ ਹੁੰਦਾ, ਜਦੋਂ ਤੁਹਾਨੂੰ ਲੰਘਦਾ ਆ ਤੇ ਤੁਹਾਨੂੰ ਹੀਟ ਆਉਂਦੀ ਬੋਡੀ ਨੂੰ। ਜਦੋਂ ਕੰਸਟ੍ਰਿਕਸ਼ਨ ਹੋ ਜਾਂਦਾ, ਪੂਰਾ ਸਰਕੂਲੇਸ਼ਨ ਨਹੀਂ ਹੁੰਦਾ, ਫਿਰ ਤੁਹਾਨੂੰ ਠੰਡ ਲੱਗਣ ਲੱਗ ਪੈਂਦੀ ਆ।
ਸੋ ਹੈਗਾ ਇਹ ਅਨਯੂਜੂਅਲ ਜਿਹਾ ਕੰਡੀਸ਼ਨ ਹੈ ਫਾਈਬਰੋਮਾਈਲਜੀਆ, ਤੇ ਐਲੋਪੈਥਿਕ ਦਵਾਈਆਂ ਵਿੱਚ ਇਹਦਾ ਕੋਈ ਇਲਾਜ ਹੈ ਨਹੀਂਗਾ, ਪਰ ਹੋਮਿਓਪੈਥੀ 'ਚ ਇਹਦਾ ਇਲਾਜ ਅਸੀਂ ਕਰ ਸਕਦੇ ਹਾਂ। ਤੋ ਪਲੀਜ਼ ਤੁਸੀਂ ਕੰਟੈਕਟ ਕਰਨਾ ਸਾਨੂੰ, ਠੀਕ ਹੈ ਜੀ। ਹਾਂਜੀ, ਕਰਕੇ ਮੈਨੂੰ ਹਾਈ ਬਲੱਡ ਪ੍ਰੈਸ਼ਰ ਵੀ ਹੈ। ਹਾਂਜੀ, ਸੋ ਤੁਹਾਨੂੰ ਹਾਂਜੀ ਫਾਈਬਰੋਮਾਈਲਜੀਆ ਇਹਦਾ ਮੇਨ ਕਾਜ਼ ਹੁੰਦਾ ਕੋਈ ਨਾ ਕੋਈ ਸਟ੍ਰੈਸ ਤੁਹਾਨੂੰ ਹੋਈ ਸੀ, ਤੇ ਉੱਥੋਂ ਪ੍ਰੋਬਲਮ ਤੁਹਾਨੂੰ ਸ਼ੁਰੂ ਹੋ ਗਿਆ ਜੀ। ਹਾਂਜੀ, ਥੈਂਕ ਯੂ ਭੈਣ ਜੀ ਕਾਲ ਕਰਨ ਦਾ। ਇਸੇ ਤਰ੍ਹਾਂ ਪ੍ਰੋਗਰਾਮ ਦੇਖਦੇ ਰਹੋ, ਬਹੁਤ ਅੱਛਾ ਲੱਗਦਾ ਜਦੋਂ ਤੁਸੀਂ ਕਾਲ ਕਰਦੇ ਹੋ। ਐਟਲੀਸਟ ਕਿਸੇ ਦਾ ਭਲਾ ਹੋਵੇ ਤੇ ਬੜਾ ਅੱਛਾ ਲੱਗਦਾ ਸਾਨੂੰ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ। ਬਾਅਦ ਵਿੱਚ ਡਾਕਟਰ ਜੀ ਤੁਹਾਡਾ ਨੰਬਰ ਹੈਗਾ ਸਾਡੇ ਪਾਸ, ਕਾਲ ਸੈਂਟਰ ਪਾਸ, ਉਹਨਾਂ ਨੂੰ ਦਿੱਤਾ ਜਾਏਗਾ। ਪਲੀਜ਼ ਕੀਪ ਕਾਲਿੰਗ, ਲਾਈਨਸ ਆਰ ਬਿਜ਼ੀ। ਸ਼ੋਜ਼ ਗੱਲ ਕਰਨੀ ਹੈ, ਤੁਸੀਂ ਥੋੜੇ ਮਿੰਟ ਹੋ ਰਹਿੰਦੇ, ਤੁਸੀਂ ਕਾਲ ਕਰਕੇ ਡਾਕਟਰ ਨਾਲ ਗੱਲ ਕਰ ਸਕਦੇ ਹੋ ਜੀ। ਡਾਕਟਰ ਸਾਹਿਬ ਹਾਂਜੀ, ਗੱਲ ਕਰ ਰਹੇ ਸੋ ਸੀ, ਅਸੀਂ ਕਹਿ ਰਹੇ ਸੀ ਵੀ ਜ਼ਿਆਦਾ ਘੀ ਖਾਣ ਨਾਲ ਤੇ ਸਰਕੂਲੇਸ਼ਨ ਦੀ ਜੀ ਪ੍ਰੋਬਲਮ ਮੈਂ ਸੌਰੀ ਡਾਕਟਰ ਦੀ ਆਪਾਂ ਇਹਦੀ ਕਿਉਂ ਗੱਲ ਕਰੋ ਤਾਂ ਮੈਂ ਇਹਦੇ ਭੈਣ ਜੀ ਦੀ ਗੱਲ ਕਰਾਂ। ਇਹ ਜਦੋਂ ਡਾਇਬੀਟੀਜ਼ ਨਾਲ ਥੋੜੀ ਪੈਰਾਂ ਦੀ ਸਰਕੂਲੇਸ਼ਨ ਬਲੱਡ ਦੀ ਬੰਦ ਘੱਟ ਹੋ ਜਾਂਦੀ ਹੈ, ਇਹਦੇ ਨਾਲ ਕਿਹੜੇ ਪਾਰਟ, ਸਾਰੇ ਪਾਰਟ ਚ ਸਲੋ ਹੋ ਜਾਂਦੀ ਕਿ ਕਿੱਦਾਂ, ਕਿੱਥੇ ਬਲੌਕ ਹੁੰਦੀ ਹੈ? ਹਾਂਜੀ, ਸੋ ਇਦਾਂ ਵੀ ਜਿਹੜੀ ਐਕਸਟ੍ਰੀਮਿਟੀਜ਼ ਆ, ਪੈਰ ਜ਼ਿਆਦਾ, ਹੱਥ, ਇਹ ਜਿੱਥੇ ਖੂਨ ਐਟ ਦੀ ਐਂਡ ਆ, ਜਾਨੀ ਕਿ ਹਨਾ, ਅੱਛਾ ਐਂਡ ਜਿਹੜਾ ਐਂਡ ਤੇ, ਹਾਂਜੀ, ਕਿਉਂਕਿ ਉੱਥੇ ਜਿਹੜੀਆਂ ਸਰਕੂਲੇਸ਼ਨ ਘਟ ਜਾਂਦੀ ਆ, ਉਹ ਫਿਰ ਨਰਵਸ ਵੀ ਉੱਥੇ ਡਿਸਟਰੋਏ ਹੋਣ ਲੱਗ ਪੈਂਦੀਆਂ। ਨਰਵ ਜਦੋਂ ਡੈਮੇਜ ਹੋ ਜਾਂਦੀ ਹੈ ਫਿਰ ਤਾਂ ਸੁੰਨ ਜਿਹਾ ਲੱਗਦਾ ਰਹਿੰਦਾ ਹੈ, ਟਿੰਗਲਿੰਗ ਜਿਹਾ ਹੁੰਦਾ ਰਹਿੰਦਾ ਹੈ ਪੈਰਾਂ 'ਚ ਜਾਂ ਹੱਥਾਂ 'ਚ। ਬਿਲਕੁਲ, ਹਾਂਜੀ, ਯੈਸ। ਡਾਕਟਰ ਸਾਹਿਬ ਇਹ ਬੜੀ ਫਨੀ ਗੱਲ ਹੈ, ਡਾਇਬੀਟੀਜ਼ ਦੇ ਨਾਲ ਹੱਥ ਪੈਰ ਗਰਮ ਲੈਂਦੇ ਨੇ, ਕਈ ਲੋਕੀ ਉਹਨੂੰ ਡੂਵੇ ਦੇ ਥੱਲੇ ਨਹੀਂ ਬਾਹਰ ਰੱਖ ਕੇ ਸੌਂਦੇ ਨੇ। ਉਹਨਾਂ ਭੈਣ ਜੀ ਨੂੰ ਦੱਸਿਆ, ਉਹਨਾਂ ਨੂੰ ਠੰਡ ਲੱਗਦੀ ਹੈ, ਉਹ ਜਰਾਬਾ ਜੁਰਬਾ ਪਾ ਕੇ ਸੌਂਦੇ ਹੋਣਗੇ। ਉਹ ਫਿਰ ਨਾੜਾਂ ਜਿਹੜੀਆਂ ਡੈਮੇਜ ਹੋ ਜਾਂਦੀਆਂ, ਉਹ ਫਿਰ ਕੰਟਰੋਲ ਨਹੀਂ ਰਹਿੰਦਾ ਹੈ ਨਾ ਬਲੱਡ ਵੈਸਲਸ ਤੇ, ਜਾਂ ਨਾੜਾਂ ਜਿਹੜੀਆਂ ਕੰਟਰੋਲ ਕਰਦੀਆਂ ਵੀ ਨਹੀਂ ਡਾਇਲੇਟ ਹੋਣਾ ਹੈ, ਖੁੱਲਣਾ ਨਾੜਾਂ ਨੇ ਜਾਂ ਕਿ ਨਹੀਂ ਸੁੰਗੜਨਾ ਹੈ, ਕਿੰਨਾ ਬਲੱਡ ਜਾਣਾ ਚਾਹੀਦਾ ਹੈ। ਉਹ ਨਾੜਾਂ ਜਦੋਂ ਡੈਮੇਜ ਹੋ ਗਈ ਫਿਰ ਕੰਟਰੋਲ ਜਾਂਦਾ ਲੱਗਦਾ ਹੈ। ਇਸ ਕਰਕੇ ਕਿਸੇ ਨੂੰ ਸਾੜ ਲੱਗਦਾ, ਕਿਸੇ ਨੂੰ ਠੰਡ ਲੱਗਦੀ, ਕਿਸੇ ਨੂੰ ਨੰਬਨੈਸ ਹੋ ਜਾਂਦੀ ਹੈ। ਇਹਦੇ ਵਿੱਚ ਤੁਸੀਂ ਐਕਸਰਸਾਈਜ਼, ਵਾਕਿੰਗ ਵਗੈਰਾ ਸੁਜੈਸਟ ਕਰੋਗੇ? ਕੋਈ ਐਕਸਰਸਾਈਜ਼ ਤਾਂ ਸਾਰਿਆਂ ਨੂੰ ਜ਼ਰੂਰੀ ਆ, ਡਾਇਬੀਟਿਸ ਵਾਲਿਆਂ ਨੂੰ ਖਾਸ ਕਰਕੇ, ਵੀ ਜਿਹੜੀ ਐਕਸੈਸ ਸ਼ੂਗਰ ਬਾਡੀ ਵਿੱਚ ਬਣਦੀ ਆ, ਐਕਸਰਸਾਈਜ਼ ਕਰਕੇ ਤੁਸੀਂ ਉਹਨੂੰ ਸਾੜ ਦਿਓ ਤਾਂ ਤੁਹਾਡੀ ਕੰਟਰੋਲ 'ਚ ਰਹੂਗੀ ਸ਼ੂਗਰ। ਜਿੰਨੀ ਕੰਟਰੋਲ 'ਚ ਰਹੂਗੀ ਤੇ ਉਨੀਆਂ ਤੁਹਾਨੂੰ ਬਿਮਾਰੀਆਂ ਹੋਰ ਨਾ ਲੱਗਣਗੀਆਂ। ਵਾਕਿੰਗ ਸਾਰਿਆਂ ਨੂੰ ਬੈਸਟ ਹੈਗੀ, ਵਾਕਿੰਗ ਸਭ ਤੋਂ ਬੈਸਟ ਹੈ, ਕਰਕੇ ਤੇ ਤੁਸੀਂ ਕੋਈ ਜ਼ਿਆਦਾ ਐਗਜ਼ਰਸਾਈਜ਼ ਨਹੀਂ ਕਰਦੇ ਹੈਗੇ, ਤੇ ਜਿੰਨੀ ਕਿ ਤੁਹਾਨੂੰ ਮਾਫਕ ਹੈ ਉਨਾ ਕਿ ਤੁਸੀਂ ਕਰ ਸਕਦੇ ਹੋ। ਬਿਲਕੁਲ ਜੀ। ਡਾਕਟਰ ਸਾਹਿਬ ਅਸੀਂ ਆਪਾਂ ਬਟਰ ਦੀ ਘਿਓ ਦੀ ਗੱਲ ਕਰ ਰਹੇ ਹਾਂਜੀ, ਘਿਓ ਦੀ, ਹਾਂਜੀ। ਸੋ ਤੁਹਾਨੂੰ ਡਾਈਟ ਪਲਾਨ ਅਸੀਂ ਰეკਮੈਂਡ ਕਰ ਸਕਦੇ ਹਾਂ ਜੇ ਤੁਹਾਨੂੰ ਸ਼ੂਗਰ ਦਾ ਪ੍ਰੋਬਲਮ ਹੈ, ਤੇ ਨਾਲ ਤੁਹਾਨੂੰ ਦਵਾਈਆਂ ਦੇ ਸਕਦੇ ਜਿਨ ਨਾਲ ਤੁਹਾਡੀਆਂ ਨਾੜਾਂ ਸਫਾਈ ਦੀ ਹੋ ਜਾਵੇ ਤੇ ਤੁਸੀਂ ਹੈਲਥੀ ਰਹੋਗੇ, ਬੋਡੀ ਡੀਟੌਕਸ ਹੋ ਜਾਂਦੀ ਹੈ। ਡੀਟੌਕਸ ਹਾਂਜੀ ਕਰਾਂਗੇ। ਤੇ ਬਾਕੀ ਆਪਾਂ ਇੱਕ ਮਾਜਰੀਨ ਦੀ ਗੱਲ ਕਰੀਏ, ਕਾਫੀ ਲੋਕੀ ਮਾਜਰੀਨ ਅੱਜ ਕੱਲ੍ਹ ਵਰਤਦੇ ਆ ਵੀ ਉਹ ਈਜ਼ੀ ਆ ਵਰਤਣ ਨੂੰ, ਸੌਫਟ ਰਹਿੰਦੀ ਆ, ਤੇ ਪਰ ਇਹ ਹੈਗੀ ਇਹ ਚੰਗੀ ਨਹੀਂ ਚੀਜ਼, ਇਹ ਸੈਚੂਰੇਟਿਡ ਫੈਟ 'ਚ ਆ ਜਾਂਦੀ ਆ। ਸੈਚੂਰੇਟਿਡ ਫੈਟ ਜਿਹੜਾ ਇਹ ਸਾਡੇ ਸਰੀਰ ਨੂੰ ਨੁਕਸਾਨ ਕਰਦਾ ਹੈ। ਹਾਂਜੀ, ਤੇ ਇਹ ਪਹਿਲਾਂ ਕਹਿੰਦੇ ਹੁੰਦੇ 70s ਵਿੱਚ, ਨਹੀਂ ਜੀ ਮਾਜਰੀਨ ਹੈਲਥੀ ਆ ਬਟਰ ਨਾਲੋਂ, ਇਹ ਖਾਓ ਤੁਸੀਂ। ਪਰ ਡਾਕਟਰ ਸਾਹਿਬ ਇੱਕ ਇਹ ਵੀ ਗੱਲ ਹੈਗੀ ਹੈ ਕਿ ਪਹਿਲਾਂ ਲੋਕੀ ਕਹਿੰਦੇ ਸੀ ਬਟਰ ਸਾਰਿਆਂ ਨੂੰ ਮਾੜਾ ਹੈਗਾ, ਤੁਸੀਂ ਕੁਕਿੰਗ ਆਇਲ ਯੂਜ਼ ਕਰੋ, ਇਹ ਕਰੋ, ਉਹ ਕਰੋ। ਉਹ ਟ੍ਰੈਂਡ ਬਿਲਕੁਲ ਚੇਂਜ ਹੋ ਗਿਆ ਇੱਕਦਮ। ਹਾਂਜੀ, ਬਿਲਕੁਲ ਚੇਂਜ ਹੋ ਗਿਆ, ਕਰਕੇ ਐਕਚੁਅਲੀ ਉਹ ਜਿਹੜੀ ਕੰਪਨੀਆਂ ਜਿਹੜੀਆਂ ਪ੍ਰਮੋਟ ਕਰਦੀਆਂ ਸੀ ਹਨਾ ਤੇਲ ਜਾਂ ਮਾਜਰੀਨ, ਉਹ ਬ੍ਰੇਨ ਵਾਸ਼ ਕਰ ਰਹੀਆਂ ਸੀ ਲੋਕਾਂ ਨੂੰ, ਝੂਠ ਬੋਲਦੇ ਸੀਗੇ ਵੀ ਤੁਸੀਂ, ਝੂਠ ਬੋਲਦੇ ਸੀ ਵੀ ਬਟਰ ਬੈਡ ਆ ਤੇ ਇਹ ਚੀਜ਼ਾਂ ਵਧੀਆ ਉਹਨਾਂ ਨਾਲੋਂ। ਉਹ ਨਿਕਲਿਆ ਉਹਦਾ ਰਿਵਰਸ ਟਰੂਥ ਐਕਚੁਅਲੀ। ਹਾਂਜੀ, ਸੋ ਜਿਹੜੇ ਆਇਲਸ ਹੈਗੇ ਆ ਉਹ ਵੀ ਸਾਨੂੰ ਨੁਕਸਾਨ ਕਰਦੇ ਆ, ਸਪੈਸ਼ਲੀ ਜਦੋਂ ਤੁਸੀਂ ਉਹਨੂੰ ਹੀਟ ਕਰਦੇ ਹੋ, ਆਇਲਸ ਨੂੰ ਫਰਾਈ ਕਰਦੇ ਚੀਜ਼ਾਂ, ਉਹ ਜਿਹੜਾ ਤੇਲ ਆ ਉਹ ਤੁਹਾਡੇ ਡੈਮੇਜ ਕਰਦਾ, ਫ੍ਰੀ ਰੈਡੀਕਲਸ ਬਣ ਜਾਂਦੇ ਬਾਡੀ ਵਿੱਚ, ਉਹ ਤੁਹਾਡੇ ਸਰਕੂਲੇਸ਼ਨ ਨੂੰ ਡੈਮੇਜ ਕਰਦੇ ਆ ਜੀ। ਸੋ ਜੇ ਤੁਸੀਂ ਕੁਕਿੰਗ ਕਰਨੀ ਆ ਤਾਂ ਤੁਸੀਂ ਹੀਟ ਵਰਤਣੀ ਆ ਤਾਂ ਤੁਸੀਂ ਕੋਕੋਨਟ ਆਇਲ ਸਭ ਤੋਂ ਬੈਸਟ ਆ ਜੀ, ਤੇ ਜਾਂ ਘੀ ਵਰਤੋ ਕੁਕਿੰਗ ਵਾਸਤੇ, ਤੇ ਜਾਂ ਰੇਪਸੀਡ ਆਇਲ। ਹਾਂਜੀ, ਤੇ ਜਿਹੜੇ ਵੈਜੀਟੇਬਲ ਆਇਲਸ ਆ ਉਹ ਜਦੋਂ ਤੁਸੀਂ ਹੀਟ ਅਪ ਕਰਦੇ ਹੋ ਸੈਚੂਰੇਟਡ ਹੋ ਜਾਂਦੇ ਆ, ਤੇ ਉਹ ਨਾਲ ਤੁਹਾਡੀ ਬਾਡੀ 'ਚ ਨੁਕਸਾਨ ਪੈਦਾ ਹੁੰਦਾ। ਡਾਕਟਰ ਸਾਹਿਬ ਮੈਂ ਥੋੜ੍ਹਾ ਜਿਹਾ ਬਾਹਰ ਨਹੀਂ ਜਾ ਰਿਹਾ ਸਬਜੈਕਟ, ਪਰ ਕਾਫੀ ਲੋਕੀ ਕਹਿਣਗੇ ਕਿ ਹਮੇਸ਼ਾ ਸਵਾਲ ਉੱਠਦਾ ਸਿਖਾਈਏ ਕੀ। ਹਾਂਜੀ, ਹੁਣ ਥੋੜ੍ਹਾ ਜਿਹਾ ਤੁਸੀਂ ਰਫਲੀ ਮੈਨੂੰ ਡਾਈਟ ਪਲਾਨ ਦੱਸੋ, ਸਵੇਰ ਦਾ, ਦੁਪਹਿਰ ਦਾ। ਤੇ ਹੁਣ ਕਈ ਲੋਕ ਕੀ ਕਰਦੇ ਨੇ, ਦੁਪਹਿਰੇ ਵੀ ਰੋਟੀ ਘੱਟ ਖਾਂਦੇ ਨੇ, ਰਾਤ ਨੂੰ ਦਬ ਕੇ ਖਾ ਲੈਂਦੇ ਨੇ। ਹਾਂਜੀ, ਇਹ ਦੁਪਹਿਰੇ ਦਬ ਕੇ ਖਾਣੀ ਚਾਹੀਦੀ ਹੈ ਕਿ ਰਾਤ ਨੂੰ ਚਾਹੀਦੀ ਹੈ? ਇਹ ਵੀ ਥੋੜਾ ਬਹੁਤਾ। ਹਾਂਜੀ, ਦੇਖੋ ਰਾਤ ਨੂੰ ਘੱਟ ਖਾਣੀ ਚਾਹੀਦੀ ਆ, ਕਿਉਂਕਿ ਤੁਸੀਂ ਫਿਰ ਇੱਕ ਤਾਂ ਸ਼ਾਮ ਨੂੰ ਰਿਲੈਕਸ ਕਰਦੇ ਆ, ਕੋਈ ਐਕਸਰਸਾਈਜ਼ ਨਹੀਂ ਕਰ ਰਹੇ, ਤੁਸੀਂ ਫਿਰ ਸੌਣਾ ਵੀ ਆ। ਹਾਂਜੀ, ਸੋ ਬਾਡੀ ਦੀ ਐਨਰਜੀ ਨੀਡ ਜਿਹੜੀ ਘਟ ਜਾਂਦੀ ਆ ਉਸ ਵੇਲੇ, ਸੋ ਸ਼ਾਮ ਨੂੰ ਘੱਟ ਖਾਣਾ ਚਾਹੀਦਾ ਹੈ, ਤੇ ਉਸ ਨਾਲ ਤੁਹਾਡਾ ਪੇਟ ਹਜਮ ਕਰ ਲਵੇ ਖੁਰਾਕ ਨੂੰ, ਫਿਰ ਤੁਸੀਂ ਸੌਵੋ। ਜੇ ਤੁਸੀਂ ਪੇਟ ਭਰ ਕੇ ਸੌਂ ਜਾਂਦੇ ਆ ਤਾਂ ਉਹ ਪੇਟ ਦੇ ਵਿੱਚ ਹੀ ਪਈ ਰਹਿੰਦੀ ਰੋਟੀ, ਉਹ ਹਜਮ ਨਹੀਂ ਹੁੰਦੀ ਪੂਰੀ। ਹਾਂਜੀ,
ਤੇ ਉਹ ਫਿਰ ਫਰਮੈਂਟੇਸ਼ਨ ਹੋ ਜਾਂਦੀ, ਉਹਨਾਂ ਫਿਰ ਗੈਸ ਬਣਨ ਲੱਗ ਪੈਂਦਾ ਹੈ ਤੇ ਅੰਦਰਾਂ ਪ੍ਰੋਪਰ ਫੰਕਸ਼ਨ ਨਹੀਂ ਹੁੰਦੀਆਂ। ਤੇ ਦੁਪਹਿਰੇ ਅੱਛੀ ਖਾ ਸਕਦੇ ਦੁਪਹਿਰੇ ਅੱਛੀ ਖਾ ਲਓ ਜੀ ਖਾਣਾ ਹੈ। ਹਾਂ। ਤੇ ਪਰ ਇਹ ਜਿੱਦਾਂ ਨੈਚੁਰਲ ਖਾ ਹੁੰਦਾ ਉਨਾ ਬੈਟਰ ਆ। ਹਾਂਜੀ, ਸੋ ਫਰੂਟ, ਸਬਜ਼ੀਆਂ, ਸੈਲਡਸ ਜਿੰਨਾ ਤੁਸੀਂ ਖਾ ਸਕਦੇ ਆ ਉਨਾ ਤੁਹਾਡੇ ਲਈ ਬੈਟਰ, ਕਰਕੇ ਇਹ ਨੈਚੁਰਲ ਚੀਜ਼ਾਂ ਸਾਡੇ ਲਈ ਬਣੀਆਂ ਹੋਈਆਂ ਆ। ਜੇ ਤੁਸੀਂ ਪੈਕਟਾਂ ਦੇ ਵਿੱਚੋਂ ਖਾਣੇ ਕੱਢ ਕੇ ਜਾਂ ਟੀਨ ਦੇ ਵਿੱਚੋਂ ਖਾਂਦੇ ਆ, ਉਹਦੇ ਵਿੱਚ ਪਤਾ ਨਹੀਂ ਕੀ ਪ੍ਰੀਜ਼ਰਵੇਟਿਵਸ ਪਾਏ ਹੁੰਦੇ ਆ ਤੇ ਉਹ ਤੁਹਾਨੂੰ ਨੁਕਸਾਨ ਹੀ ਕਰਦੇ ਆ। ਹਾਂਜੀ, ਤੇ ਸਵੇਰ ਦੇ ਟਾਈਮ ਤੇ ਕੀ ਖਾ ਸਕਦੇ? ਸਵੇਰ ਦੇ ਟਾਈਮ ਤੇ ਬੈਸਟ ਥਿੰਗ ਤੁਸੀਂ ਫਰੂਟ ਖਾਓ। ਫਰੂਟ ਖਾਓ। ਹਾਂਜੀ, ਬੈਸਟ ਥਿੰਗ ਫਰੈਸ਼ ਫਰੂਟ ਕਰਕੇ ਫਰੈਸ਼ ਫਰੂਟ। ਹਾਂਜੀ ਹਾਂਜੀ, ਉਹ ਤੁਸੀਂ ਡਰਾਈਡ ਫਰੂਟ ਨਾ ਖਾਓ, ਕਿਉਂਕਿ ਡਰਾਈਡ ਫਰੂਟ ਦੇ ਵਿੱਚ ਕਈ ਵਾਰੀ ਸ਼ੂਗਰ ਪਾਈ ਹੁੰਦੀ ਆ ਜਾਂ ਸਲਫਰ ਡਾਈਆਕਸਾਈਡ ਪਾਇਆ ਹੁੰਦਾ, ਪ੍ਰੀਜ਼ਰਵੇਟਿਵ ਪਾਇਆ ਹੁੰਦਾ। ਸੋ ਡਰਾਈਡ ਫਰੂਟ ਤੁਸੀਂ ਡਾਕਟਰ ਸਾਹਿਬ ਕਈ ਲੋਕੀ ਕਹਿੰਦੇ ਨੇ ਜਿਹੜੇ ਡਰਾਈਡ ਫਰੂਟ ਸਪੈਸ਼ਲੀ ਜਿਹਦਾ ਹੇਜ਼ਲ ਨਟਸ ਹੋਏ ਜਾਂ ਕੋਈ ਇਦਾਂ ਦਾ ਡਰਾਈਡ ਫਰੂਟ ਹੁੰਦਾ ਉਹ ਖਾਣਾ ਅੱਛਾ ਹੁੰਦਾ? ਉਹ ਨਟਸ ਤਾਂ ਠੀਕ ਆ। ਹਾਂ। ਮੇਰਾ ਮਤਲਬ ਕਹਿਣਾ ਉਹ ਐਪਰੀਕੋਟਸ ਹੁੰਦੇ, ਡਰਾਈ ਕੀਤੇ ਹੁੰਦੇ ਨਹੀਂ ਉਹ ਅੱਛਾ ਮੈਂ ਸਮਝ ਗਿਆ। ਹਾਂਜੀ ਹਾਂਜੀ, ਉਹ ਸੁਕਾਏ ਹੁੰਦੇ ਫਰੂਟ ਹਨਾ, ਉਹ ਨਹੀਂ ਬਿਹਤਰ ਹੈਗੇ। ਪਰ ਮੈਂ ਤੁਹਾਨੂੰ ਦੱਸਾਂ ਜਿਹੜੇ ਤੁਸੀਂ ਡਰਾਈਡ ਫਰੂਟ ਕਹਿੰਦੇ ਨਾ ਐਪਰੀਕੋਟ ਹੋਰ ਇਦਾਂ ਦੀ ਚੀਜ਼ਾਂ ਹੈਗੀਆਂ ਡਰਾਈਡ ਕੀਤੇ, ਇਹ ਬੜਾ ਫੈਸ਼ਨ ਚਾਰਾ ਲੋਕਾਂ ਨੂੰ ਲੱਗਦਾ ਕਿ ਬੜੇ ਹੈਲਦੀ ਹੈਗੇ। ਨਹੀਂ, ਇਹ ਹੈਲਥੀ ਨਹੀਂ ਗੇ ਜੀ। ਇਹਨਾਂ ਨੂੰ ਉਹ ਕੈਮੀਕਲ ਵਰਤਦੇ ਡਰਾਈ ਕਰਨੇ ਨੂੰ ਤੇ ਫਿਰ ਉਹਨਾਂ ਨਾਲ ਸ਼ੂਗਰ ਐਡ ਕੀਤੀ ਜਾਂਦੀ ਵੀ। ਹਾਂਜੀ, ਸੋ ਇਹਨਾਂ ਤੋਂ ਪਰਹੇਜ਼ ਕਰਨਾ ਚਾਹੀਦਾ ਜੀ। ਡਾਕਟਰ ਸਾਹਿਬ ਹੋਰ ਤੁਸੀਂ ਦੱਸ ਰਹੇ ਸੀ ਤੁਸੀਂ? ਠੀਕ ਹੈ, ਸੋ ਆਪਾਂ ਮਾਜਰੀਨ ਦੀ ਗੱਲ ਕਰ ਰਹੇ ਸੀ ਵੀ ਮਾਜਰੀਨ ਤੁਸੀਂ ਬਿਲਕੁਲ ਅਵੋਇਡ ਕਰੋ। ਇਹ ਬਿਲਕੁਲ ਤੁਹਾਡੀ ਬੋਡੀ ਲਈ ਜ਼ਹਿਰ ਆ ਤੇ ਤੁਹਾਡੀਆਂ ਜਿਹੜੀਆਂ ਇਹ ਬਲੱਡ ਵੈਸਲਸ ਉਹਨਾਂ ਨੂੰ ਇਹ ਕਲੌਗ ਅਪ ਕਰਦੀ ਆ। ਤੇ ਕੋਲੇਸਟ੍ਰੋਲ ਦੀ ਗੱਲ ਕਾਫੀ ਲੋਕੀ ਪੁੱਛਦੇ ਵੀ ਕੋਲੇਸਟ੍ਰੋਲ ਜਿਹੜਾ ਹੈ ਕੀ ਚੀਜ਼ ਆ, ਤੇ ਇਹ ਵੀ ਇੱਕ ਮਿਥ ਆ ਵੀ ਕੋਲੇਸਟ੍ਰੋਲ ਜਿਹੜਾ ਉਹ ਸਾਰਾ ਮਾੜਾ ਹੀ ਆ। ਸਾਰਾ ਮਾੜਾ ਨਹੀਂ ਹੈਗਾ। ਜੇ ਤੁਹਾਡਾ ਕੋਲੇਸਟ੍ਰੋਲ ਬਹੁਤ ਜ਼ਿਆਦਾ ਹੋਵੇ ਜਾਂ ਕਿ 15-20 ਤੇ ਪਹੁੰਚ ਜਾਵੇ, ਉਹ ਤੁਹਾਡੀ ਬੋਡੀ ਲਈ ਬੈਡ ਆ। ਪਰ ਜੇ ਤੁਹਾਡਾ ਮੀਡੀਅਮ ਜਿਹਾ ਹੈਗਾ ਕੋਲੇਸਟ੍ਰੋਲ 7 ਤੋਂ ਥੱਲੇ ਆ ਜਾਂ 8 ਆ, ਉਹ ਕੋਈ ਬੈਡ ਨਹੀਂ ਹੈਗਾ। ਉਹ ਹੋਣਾ ਚਾਹੀਦਾ ਵੈਸੇ, ਹੋਣਾ ਚਾਹੀਦਾ ਹੈ, ਕਿਉਂਕਿ ਕੋਲੇਸਟ੍ਰੋਲ ਤੁਹਾਡੀ ਬਾਡੀ ਵਿੱਚ ਨੇਚਰਲੀ ਬਣਦਾ ਹੈ। ਲਿਵਰ ਬਣਾਉਂਦਾ ਕੋਲੇਸਟ੍ਰੋਲ ਨੂੰ, ਤੇ ਕੋਲੇਸਟ੍ਰੋਲ ਤੋਂ ਤੁਹਾਡੀ ਵਿਟਾਮਿਨ ਡੀ ਪੈਦਾ ਹੁੰਦੀ ਆ। ਹਾਂਜੀ, ਕੋਲੇਸਟ੍ਰੋਲ ਤੋਂ ਹਾਰਮੋਨਸ ਪੈਦਾ ਹੁੰਦੇ ਆ। ਕਈ ਚੀਜ਼ਾਂ ਉੱਥੇ ਰਿਐਕਸ਼ਨਸ ਹੈਗੇ ਤੁਹਾਡੀ ਬਾਡੀ ਵਿੱਚ ਜਿੱਥੇ ਕੋਲੇਸਟ੍ਰੋਲ ਦੀ ਲੋੜ ਹੈਗੀ ਆ। ਹਾਂਜੀ, ਸੋ ਜੇ ਤੁਸੀਂ ਕੰਪਲੀਟਲੀ ਐਲੀਮੀਨੇਟ ਕਰ ਦਿੰਦੇ ਕੋਲੇਸਟ੍ਰੋਲ ਨੂੰ ਤਾਂ ਉਹ ਤੁਹਾਡੀ ਬਾਡੀ ਲਈ ਠੀਕ ਨਹੀਂ ਹੈਗਾ। ਡਾਕਟਰ ਸਾਹਿਬ ਨੂੰ ਡਾਇਬੀਟੀਜ਼ ਦਾ ਪਤਾ ਕਿ ਕੀ ਨੁਕਸਾਨ ਕਰਦੀ, ਕਿ ਦੱਸਿਆ ਮਦਰ ਆਫ ਆਲ ਡਿਜ਼ੀਜ਼ਸ ਹੈ, ਉਹ ਹਰ ਤਰ੍ਹਾਂ ਦੀ ਉਹਨਾਂ ਬਿਮਾਰੀ ਸਟਾਰਟ ਹੋ ਸਕਦੀ ਹੈ। ਕੋਲੇਸਟ੍ਰੋਲ ਦੇ ਹਾਈ ਹੋਣ ਨਾਲ ਤੇ ਲੋ ਨਾਲ ਕੀ ਚੀਜ਼ ਜ਼ਿਆਦਾ ਨੁਕਸਾਨ ਹੁੰਦੀ, ਕਿਹੜੇ ਬਾਡੀ ਪਾਰਟ ਨੂੰ ਡੈਮੇਜ ਕਰਦੀ ਹੈ? ਹਾਂਜੀ ਹਾਂਜੀ, ਸੋ ਜਿੱਦਾਂ ਮੈਂ ਕਹਿੰਦਾ ਹਾਂ ਨਾ ਵੀ ਜੇ ਤੁਹਾਡੀ ਬਹੁਤ ਜ਼ਿਆਦਾ ਕੋਲੇਸਟ੍ਰੋਲ ਆ ਤਾਂ ਉਹਦਾ ਡੈਮੇਜ ਹੁੰਦਾ ਹੈ। ਡੈਮੇਜ ਕਰਦੀ ਹੈ ਤੁਹਾਡੇ ਹਾਰਟ ਦੇ ਬਲੱਡ ਵੈਸਲ ਜਿਹੜੇ ਹਨ ਬਰੀਕ ਬਰੀਕ ਆ, ਉਹ ਕਹਿੰਦੇ ਵੀ ਇੱਥੇ ਇਹ ਜੰਮਦੀ ਆ ਤਾਂ ਉਹ ਹਾਰਟ ਅਟੈਕ ਇਸ ਕਰਕੇ ਹੁੰਦੇ ਆ। ਪਰ ਐਕਚੁਅਲੀ ਕਾਜ਼ ਉਹਦਾ ਕੁਝ ਹੋ ਰਿਹਾ ਭਾਜੀ। ਕਾਜ਼ ਉਹਦਾ ਮੇਨਲੀ ਹੈਗਾ ਜਿਹੜੇ ਤਾਂ ਇਹ ਕੋਰੋਨਰੀ ਆਰਟਰੀਜ਼ ਹੁੰਦੇ ਆ, ਇਹਨਾਂ ਨੂੰ ਵਿਟਾਮਿਨ ਸੀ ਦੀ ਲੋੜ ਹੁੰਦੀ ਜ਼ਿਆਦਾ। ਵਿਟਾਮਿਨ ਸੀ ਜੇ ਨਾ ਮਿਲੇ, ਵਿਟਾਮਿਨ ਸੀ ਸਾਡੀ ਬਾਡੀ ਸਟੋਰ ਨਹੀਂ ਹੁੰਦਾ ਭਾਜੀ। ਅੱਛਾ, ਨਾ ਸਾਡੀ ਬਾਡੀ ਬਣਾ ਸਕਦੀ ਆ। ਓਕੇ, ਇਹ ਸਾਨੂੰ ਫਰੂਟਸ ਵਿੱਚੋਂ ਲੈਣਾ ਪੈਂਦਾ ਵਿਟਾਮਿਨ ਸੀ, ਜਾਂ ਸਬਜ਼ੀਆਂ ਵਿੱਚੋਂ ਜਾਂ ਸੈਲਡ ਚੋਂ। ਹਾਂਜੀ, ਤੇ ਵਿਟਾਮਿਨ ਸੀ ਇਹ ਐਕਚੁਅਲੀ ਤੁਹਾਡੇ ਬਲੱਡ ਵੈਸਲਸ ਨੂੰ ਹੈਲਥੀ ਰੱਖਦੀ ਆ। ਅੱਛਾ, ਫਰੂਟ ਵਿੱਚੋਂ ਤੁਹਾਨੂੰ ਮਿਲ ਸਕਦਾ ਵਿਟਾਮਿਨ ਸੀ? ਹਾਂ, ਦੈਟਸ ਰਾਈਟ। ਸੋ ਜੇ ਤੁਹਾਨੂੰ ਵਿਟਾਮਿਨ ਸੀ ਦੀ ਘਾਟ ਪੈ ਜਾਂਦੀ ਆ ਤੇ ਜਿਹੜੇ ਤੁਹਾਡੇ ਬਲੱਡ ਵੈਸਲਸ ਆ ਉਹ ਡੈਮੇਜ ਹੋਣ ਲੱਗ ਪੈਂਦੇ ਆ, ਛੋਟੇ ਛੋਟੇ ਉਹਨਾਂ ਵਿੱਚ ਟੇਅਰ ਆਉਣ ਲੱਗ ਪੈਂਦੇ ਆ, ਸਪੈਸ਼ਲੀ ਕੋਰੋਨਰੀ ਜਿਹੜੀਆਂ। ਹਾਂਜੀ, ਕਿਉਂਕਿ ਕੋਰੋਨਰੀ ਜਿਹੜੀ ਬੜੀ ਇੰਪੋਰਟੈਂਟ ਹੈ ਕਿ ਤੁਹਾਡਾ ਦਿਲ 24 ਆਵਰ ਚੱਲਦਾ, ਪੰਪ ਚੱਲਦਾ ਆ। ਸੋ ਉਹਨੂੰ ਸਪਲਾਈ ਕਰਦੀਆਂ ਜਿਹੜੀਆਂ ਨਾੜਾਂ ਹਨ ਉਹ ਬਹੁਤ ਇੰਪੋਰਟੈਂਟ, ਉਹਨਾਂ ਵਿੱਚ ਇਹ ਫਰਕ ਪਹਿਲਾਂ ਪੈ ਜਾਂਦਾ ਹੈ। ਜਦੋਂ ਥੋੜ੍ਹੀਆਂ ਡੈਮੇਜ ਹੋਣ ਲੱਗ ਪੈਂਦੀਆਂ ਫਿਰ ਤੁਹਾਡੀ ਬਾਡੀ ਕੋਲੇਸਟ੍ਰੋਲ ਭੇਜਦੀ ਉਹਨਾਂ ਨੂੰ ਰਿਪੇਅਰ ਕਰਨ ਲਈ। ਹਾਂਜੀ, ਉੱਥੇ ਕੰਮ ਕੋਲੇਸਟ੍ਰੋਲ ਆਉਂਦਾ ਰਿਪੇਅਰ ਕਰਨ ਦਾ। ਹਾਂਜੀ, ਪਰ ਇਦਾਂ ਹੈ ਵੀ ਜੇ ਤੁਹਾਡੀ ਸਿਹਤ ਖਰਾਬ ਆ ਤਾਂ ਉਹ ਫਿਰ ਜ਼ਿਆਦਾ ਕੋਲੇਸਟ੍ਰੋਲ ਆ ਜਾਂਦਾ, ਕੋਲੇਸਟ੍ਰੋਲ ਆਉਣ ਲੱਗ ਪੈਂਦਾ। ਹੌਲੀ ਹੌਲੀ ਉਹਦਾ ਫਿਰ ਉਹ ਪਲੈਕ ਬਣ ਜਾਂਦਾ ਹੈ ਤੇ ਉਹ ਬਲੌਕ ਹੋ ਜਾਂਦੀ ਹੈ। ਬਲੌਕ ਹੋਣ ਨਾਲ ਫਿਰ ਹਾਰਟ ਅਟੈਕ ਹੋ ਜਾਂਦਾ। ਠੀਕ ਹੈ, ਸੋ ਇਹ ਜਿਹੜਾ ਕੋਲੇਸਟ੍ਰੋਲ ਹੈ ਇਹ ਇੰਨੀ ਬੈਡ ਚੀਜ਼ ਨਹੀਂ ਹੈਗੀ ਜਿੰਨੀ ਬਣਾਈ ਗਈ ਆ। ਹਾਂਜੀ, ਤੇ ਇਹ ਤਾਂ ਹੁਣ ਉਹਨੀ ਸਟੱਡੀ ਜਿਹੜੀ ਪਹਿਲੀ ਕੀਤੀ ਸੀਗੀ, ਪਹਿਲੀ ਕੰਪਨੀ ਜਿਹਨੇ ਕੋਲੇਸਟ੍ਰੋਲ ਦੀ ਗੋਲੀ ਕੱਢੀ ਸੀਗੀ, ਉਹ ਪ੍ਰੂਵ ਹੋ ਚੁੱਕੀ ਆ ਪਈ ਉਹਨੇ ਉਹ ਗਲਤ ਰਿਜ਼ਲਟ ਦਿੱਤੇ ਸੀ ਜੀ। ਅੱਛਾ, ਹਾਂਜੀ, ਗਲਤ ਰਿਜ਼ਲਟ ਦਿੱਤੇ ਸੀ। ਪਰ ਲੋਕੀ ਬਹੁਤ ਖਾਂਦੇ ਨੇ ਕੋਲੇਸਟ੍ਰੋਲ, ਲੋਕਾਂ ਨੂੰ ਖਾਣੀ ਪੈਂਦੀ ਕਰਕੇ ਹੁਣ ਹਰੇਕ ਹਸਪੀਟਲ ਪ੍ਰੋਟੋਕਾਲ ਬਣਾਏ ਆ। ਜਿਹਨੂੰ ਹਾਰਟ ਪ੍ਰੋਬਲਮ ਹੈ ਉਹਨੂੰ ਐਸਪਰੀਨ ਦਿਓ। ਹਾਂਜੀ, ਖੂਨ ਪਤਲਾ ਰਵੇ। ਉਹਨੂੰ ਕੋਲੇਸਟ੍ਰੋਲ ਦੀ ਗੋਲੀ ਦਿਓ ਵੀ ਕੋਲੇਸਟ੍ਰੋਲ ਘਟਾ ਥੋੜਾ ਰਵੇ। ਪਰ ਇਹਨਾਂ ਦੇ ਸਾਈਡ ਇਫੈਕਟਸ ਬਹੁਤ ਆ। ਸਿਮਵਾਸਟੈਟਿਨ ਜਿਹੜੇ ਹੋਏ ਇੱਦਾਂ ਦੀਆਂ ਦਵਾਈਆਂ, ਇਹ ਇਹਨਾਂ ਦਾ ਤੁਹਾਡੇ ਲੱਤਾਂ ਪੈਰ ਥੱਕੇ ਰਹਿੰਦੇ ਹਰ ਵੇਲੇ, ਮਸਲਸ ਤੁਹਾਡੇ ਮਸਲ, ਹਾਂਜੀ ਮਸਲ ਡੈਮੇਜ ਕਰਦੇ ਆ। ਇਹ ਹਰ ਵੇਲੇ ਤੁਹਾਡੇ ਮਸਲ ਕਮਜ਼ੋਰ ਪੈਂਦੇ ਰਹਿੰਦੇ ਇਹਨਾਂ ਨੂੰ। ਭਾਜੀ ਜਿੱਦਾਂ ਤੁਸੀਂ ਕਹਿੰਦੇ ਕਿ ਸਾਡੀ ਬੜਾ ਅੱਛੇ ਤੋਂ ਇੰਟਰਸਟਿੰਗ ਗੱਲ ਪਤਾ ਲੱਗਦਾ ਪਿਆ। ਓਨੈਸਟਲੀ ਮੈਂ ਹਮੇਸ਼ਾ ਕਹਿੰਦਾ ਪ੍ਰੋਗਰਾਮ ਦੇਖਿਆ ਕਰੋ, ਬਹੁਤ ਇੰਟਰਸਟਿੰਗ ਪ੍ਰੋਗਰਾਮ ਆਉਂਦਾ ਐਵਰੀ ਟਿਊਜ਼ਡੇ 11 ਤੋਂ 12।
ਡਾਕਟਰ ਰਾਜ ਜੀ ਦੇ ਨਾਲ, ਜਿਹੜਾ ਵਿਟਾਮਿਨ ਸੀ ਆਪਣੀ ਬਾਡੀ ਨਹੀਂ ਪ੍ਰੋਡਿਊਸ ਕਰਦੀ, ਹਾਂਜੀ। ਉਹ ਸਾਨੂੰ ਇਨਟੇਕ ਕਰਨੀ ਪੈਂਦੀ ਹੈ। ਹੁਣ ਬੜੇ ਲੋਕ ਵਿਟਾਮਿਨ ਸੀ ਦਾ ਪਾਊਡਰ ਆਂਦਾ ਉਹ ਪੀਂਦੇ ਨੇ ਐਵਰੀ ਡੇ, ਸਾਲਾਂ ਤੋਂ ਸਾਲਾਂ ਦੇ। ਉਹ ਠੀਕ ਹੈ ਪੀਣਾ ਇਦਾਂ? ਹਾਂਜੀ ਹਾਂਜੀ ਠੀਕ ਹੈ, ਉਹ ਵੀ ਵਿਟਾਮਿਨ ਸੀ। ਤੁਸੀਂ ਵਿਟਾਮਿਨ ਸੀ ਜਦੋਂ ਲੈਣਾ ਆ, ਉਹ ਕੰਪਾਊਂਡ ਲਓ ਮੈਗਨੀਜ਼ੀਅਮ ਐਸਕੋਬੇਟ, ਉਹਦੇ ਨਾਲ ਤੁਹਾਨੂੰ ਮੈਗਨੀਜ਼ੀਅਮ ਵੀ ਮਿਲਦਾ ਆ ਤੇ ਵਿਟਾਮਿਨ ਸੀ ਵੀ ਮਿਲਦੀ ਆ। ਜੇ ਤੁਸੀਂ ਐਜ਼ ਕੈਮੀਕਲ ਲੈਣੀ ਐਸਕੋਬਿਕ ਐਸਿਡ ਜਿਹਨੂੰ ਕਹਿੰਦੇ ਆ, ਤੇ ਉਹ ਐਸਿਡਿਕ ਜ਼ਿਆਦਾ ਹੁੰਦਾ ਆ ਤੇ ਉਹ ਬਾਡੀ ਅਸਿਮੀਲੇਟ ਨਹੀਂ ਕਰ ਸਕਦੀ। ਇਹੀ ਮੇਰੇ ਮਤਲਬ ਕਹਿਣ ਸੀ, ਜਿੱਦਾਂ ਪਏ ਤੁਸੀਂ ਆ ਸਸਤੀਆਂ ਜੀ ਕੋਈ ਸਪਲੀਮੈਂਟਸ ਲੈਣੇ ਹੈ ਨਾ ਹਾਈ ਸਟਰੀਟ ਤੋਂ, ਤੇ ਉਹਨਾਂ ਦਾ ਕੋਈ ਅਸਰ ਇੰਨਾ ਨਹੀਂ ਹੁੰਦਾ ਹੈਗਾ। ਅਸੀਂ ਵਧੀਆ ਕੰਪਨੀਜ਼ ਨਾਲ ਡੀਲ ਕਰਦੇ ਹਾਂ, ਜਿਹਨੂੰ ਸਾਨੂੰ ਪਤਾ ਵੀ ਉਹਨਾਂ ਦੇ ਪ੍ਰੋਡਕਟ ਸਹੀ ਆ। ਹਾਂਜੀ, ਕਾਸਟ ਬੇਸ਼ੱਕ ਜ਼ਿਆਦਾ ਆਵੇ ਪਰ ਤੁਹਾਡੀ ਬਾਡੀ ਨੂੰ ਕੋਈ ਫਾਇਦਾ ਵੀ ਕਰਨਾ ਚਾਹੀਦਾ। ਮੈਂ ਮਾਫੀ ਚਾਹਾਂਗਾ, ਕਾਫੀ ਕਾਲ ਆ ਗਏ, ਅਸੀਂ ਲੈ ਨਹੀਂ ਪਾਵਾਂਗੇ, ਟਾਈਮ ਤਕਰੀਬਨ 1.5-2 ਮਿੰਟ ਰਹਿੰਦੇ ਨੇ। ਪਲੀਜ਼ ਕੀਪ ਕਾਲਿੰਗ। ਤੁਸੀਂ ਆਪਣਾ ਨੰਬਰ ਛੱਡ ਦਿਓ ਸਾਡੇ ਕਾਲ ਸੈਂਟਰ, ਤੁਹਾਡਾ ਨੰਬਰ ਡਾਕਟਰ ਸਾਹਿਬ ਨੂੰ ਦਿੱਤਾ ਜਾਏਗਾ। ਇੱਕ ਮੈਸੇਜ ਆਇਆ, ਡਾਕਟਰ ਜੀ ਵੈਰੀ ਕੁਇਕ, ਅਸੀਂ ਕੁਕਿੰਗ ਆਇਲ ਵਗੈਰਾ ਦੀ ਗੱਲ ਕੀਤੀ ਹੈ, ਮਾਰਜਰੀਨ ਦੀ ਕੀਤੀ ਹੈ, ਬਟਰ ਦੀ ਕੀਤੀ ਹੈ, ਓਲਿਵ ਆਇਲ ਦਾ ਤੁਸੀਂ ਕੀ ਕਹਿੰਦੇ ਹੋ ਉਹਦੇ ਬਾਰੇ? ਹਾਂਜੀ, ਓਲਿਵ ਆਇਲ ਕੁਕਿੰਗ ਵਾਸਤੇ ਨਾ ਵਰਤੋ, ਪਰ ਉੱਦਾਂ ਤੁਸੀਂ ਓਲਿਵ ਆਇਲ ਖਾਓ ਜ਼ਰੂਰ। ਉਹ 'ਚ ਓਮੇਗਾ 3 ਹੁੰਦਾ ਆ, ਇਹ ਬੜਾ ਇੰਪੋਰਟੈਂਟ ਫੈਟ ਆ ਬਾਡੀ ਲਈ, ਤੇ ਉਹ ਤੁਸੀਂ ਆਪਣੇ ਸੈਲਡ ਤੇ ਪਾ ਸਕਦੇ ਜਾਂ ਆਪਣੀ ਦਾਲ ਵਿੱਚ ਪਾ ਸਕਦੇ ਜਾਂ ਸਬਜ਼ੀ ਤੇ ਪਾ ਕੇ ਖਾ ਸਕਦੇ। ਬਟਰ ਦੀ ਥਾਂ ਤੇ ਤੁਸੀਂ ਉਹ ਪਾ ਸਕਦੇ ਹੋ? ਹਾਂਜੀ ਹਾਂਜੀ। ਤੇ ਕੁਕਿੰਗ ਕਿਉਂ ਕੁਕਿੰਗ ਨਾ ਕਰੋ? ਨਹੀਂ, ਕੁਕਿੰਗ ਓਲਿਵ ਆਇਲ ਨਾਲ ਨਹੀਂ ਕਰਨੀ ਚਾਹੀਦੀ, ਉਹ ਵੀ ਫਿਰ ਹੀਟ ਨਾਲ ਡੈਮੇਜ ਹੋ ਜਾਂਦਾ ਜੀ। ਪਰ ਬਹੁਤ ਲੋਕ ਕਰਦੇ ਨੇ, ਉਹਨਾਂ ਲੱਗਦਾ ਕਿ ਕਰਨੀ ਨਹੀਂ ਚਾਹੀਦੀ, ਓਲਿਵ ਆਇਲ ਨਾਲ ਨਹੀਂ ਕਰਨੀ। ਓਲਿਵ ਨਾਲ ਨਹੀਂ ਕਰਨੀ। ਨਹੀਂ, ਇਹ ਗਲਤ ਫਹਿਮੀ ਹੈ ਲੋਕਾਂ ਨੂੰ ਵੀ ਓਲਿਵ ਆਇਲ ਵਧੀਆ ਚੀਜ਼ ਆ, ਇਹ ਹੀ ਹਰੇਕ ਥਾਂ ਤੇ ਵਰਤ ਲਓ, ਪਰ ਕੁਕਿੰਗ ਵਾਸਤੇ ਨਹੀਂ ਇਹ ਸਹੀ ਹੈਗਾ ਜੀ। ਇਹ ਹੁਣੇ ਮੈਨੂੰ ਮੈਸੇਜ ਆਇਆ ਸੀਗਾ, ਮੇਰੇ ਕੰਨ 'ਚ ਦੱਸਿਆ ਗਿਆ ਸੀ, ਪਰ ਸੰਤੋਖ ਨੇ ਦੱਸਿਆ ਮੈਨੂੰ ਫੋਨ ਦੇ ਵਿੱਚ, ਆਪਣੇ ਦੱਸਿਆ ਕੰਨ ਦੇ ਵਿੱਚ ਮੈਸੇਜ। ਕਿਸੇ ਵੀ ਤਰ੍ਹਾਂ ਦਾ ਹੁੰਦਾ, ਤੁਸੀਂ ਜੇ ਗੱਲ ਕਰਨੀ, ਤੁਸੀਂ ਸਾਡੇ ਕਾਲ ਸੈਂਟਰ ਨੂੰ ਰਿੰਗ ਕਰਕੇ ਸਵਾਲ ਪੁੱਛ ਸਕਦੇ ਹੋ, ਹੁਣ ਤੁਹਾਡੇ ਬਿਹਾਫ ਅਸੀਂ ਪੁੱਛ ਸਕਦੇ ਹਾਂ। ਮੈਂ ਹਮੇਸ਼ਾ ਕਹਿੰਦਾ ਨਾ, ਤੁਸੀਂ ਹਾਲੇ ਵੀ ਕਾਲ ਕਰੀ ਜੋ 0121551001। ਰਾਤ ਨੂੰ 10 ਵਜੇ ਤੱਕ ਲਾਈਨਾਂ ਖੁੱਲੀਆਂ ਨੇ ਤੇ ਡਾਕਟਰ ਸਾਹਿਬ ਤੁਹਾਨੂੰ ਕਾਲ ਕਰਨਗੇ। ਅੱਜ ਜੇ ਤੁਸੀਂ ਨਹੀਂ ਕਾਲ ਕਰ ਸਕਦੇ, ਤੁਸੀਂ ਕੱਲ ਕਰ ਸਕਦੇ ਹੋ, ਪਰ ਅਗਰ ਬਿਮਾਰੀ ਹੈ, ਵਾਈ ਵੇਟ ਟਿਲ ਟੁਮਾਰੋ, ਕਿਉਂਕਿ ਲਾਈਨਾਂ ਖੁੱਲੀਆਂ ਨੇ ਸਾਡੇ ਪਾਸ, ਕਾਫੀ ਲਾਈਨਾਂ ਹੈਡ ਆਫਿਸ ਦੇ ਵਿੱਚ। 0121551001 ਤੇ ਕਾਲ ਕਰੋ, 100% ਤੁਹਾਡਾ ਕਾਲ ਆਨਸਰ ਕੀਤਾ ਜਾਏਗਾ। ਮੇ ਵੀ ਕਈ ਦਫਾ ਲਾਈਨਾਂ ਬਿਜ਼ੀ ਹੁੰਦੇ, ਬਟ ਕੀਪ ਟਰਾਈਂਗ। ਤੇ ਡਾਕਟਰ ਸਾਹਿਬ ਥੈਂਕ ਯੂ ਵੈਰੀ ਮਚ। 30 ਸੈਕਿੰਡ ਰਹਿੰਦੇ ਨੇ, ਹੋਰ ਬੜੀਆਂ ਗੱਲਾਂ ਕਰਨ ਵਾਲੀਆਂ ਸੀਗੀਆਂ। ਅੱਜ ਐਟਲੀਸਟ ਤੁਸੀਂ ਆਪਣਾ ਆਇਲ ਵਗੈਰਾ ਗੱਲ ਕੀਤੀ ਹੈ, ਡਾਇਟੀਸ਼ੀਅਨ ਦੀ ਗੱਲ ਕੀਤੀ ਹੈਗੀ ਹੈ। ਡਾਕਟਰ ਸਾਹਿਬ, ਡਾਕਟਰ ਰਾਜ ਡਾਈਟ ਪਲਾਨ ਬਣਾ ਸਕਦੇ ਨੇ ਤੁਹਾਡਾ, ਅਗਰ ਬਿਮਾਰੀ ਵੀ ਨਹੀਂ। ਬਹੁਤ ਇੰਪੋਰਟੈਂਟ ਹੈ ਕਿ ਤੁਸੀਂ ਡਾਈਟ ਪ੍ਰੋਪਰ ਖਾਓ, ਉਹਦੇ ਨਾਲ ਵੀ ਬਿਮਾਰੀਆਂ ਤੁਹਾਡਾ ਛੁਟਕਾਰਾ ਹੋ ਸਕਦਾ ਹੈ। ਹਾਂਜੀ ਹਾਂਜੀ, ਥੈਂਕ ਯੂ ਵੈਰੀ ਮਚ। ਅਗਲੇ ਮੰਗਲਵਾਰ ਸੇਮ ਟਾਈਮ ਫਿਰ ਮੁਲਾਕਾਤ ਹੋਗੀ ਐਸੇ ਸਟੂਡੀਓ ਵਿੱਚ ਡਾਕਟਰ ਸਾਹਿਬ ਦੇ ਨਾਲ। ਕਿਸੇ ਤਰ੍ਹਾਂ ਦਾ ਸਵਾਲ ਰਿੰਗ ਕਰੋ ਆਪਣਾ, ਅਗਲੇ ਵੀਕ ਫਿਰ ਮੁਲਾਕਾਤ ਕਰਾਂਗਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।